हाँ जी दोस्तों, पंजाब साहित्य अकादमी ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਮਹੀਨੇ ਦੇ ਅਖੀਰਲੇ ਦਿਨ ਪੰਜਾਬ ਸਾਹਿਤ ਅਕਾਦਮੀ ਦੇ ਮਹੀਨੇਵਾਰ ਪ੍ਰੋਗਰਾਮ ਬੰਧਨਵਾਰ ਦੇ ਵਿੱਚ ਇਕੱਠੇ ਹੋਏ ਹਾਂ। ਬਹੁਤ ਸਾਰੇ ਦੋਸਤਾਂ ਨੂੰ ਪਤਾ ਹੈ ਕਿ ਪੰਜਾਬ ਸਾਹਿਤ ਅਕਾਦਮੀ ਦੇ ਬਹੁਤ ਸਾਰੇ ਪਲੇਟਫਾਰਮ ਨੇ। ਅਸੀਂ ਬਹੁਤ ਸਾਰੇ ਪ੍ਰੋਗਰਾਮ ਲਾਈਵ ਕਰਦੇ ਹਾਂ ਤੇ ਬਹੁਤ ਸਾਰੇ ਪ੍ਰੋਗਰਾਮ ਆਫਲਾਈਨ ਕਰਦੇ ਹਾਂ। ਬਹੁਤ ਸਾਰੇ ਪ੍ਰੋਗਰਾਮ ਚੰਡੀਗੜ੍ਹ ਕਰਦੇ ਹਾਂ ਤੇ ਬਹੁਤ ਸਾਰੇ ਪ੍ਰੋਗਰਾਮ ਪੰਜਾਬ ਦੇ ਵਿੱਚ ਤੇ ਬਾਕੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਪੰਜਾਬੀ ਵਸਦੇ ਨੇ ਉੱਥੇ-ਉੱਥੇ ਕਰਦੇ ਹਾਂ। ਸੋ ਬਹੁਤ ਸਾਰੀਆਂ ਪਰਤਾਂ ਨੇ ਪੰਜਾਬੀ ਸਾਹਿਤ ਅਕਾਦਮੀ ਦੇ ਇਹਨਾਂ ਪਲੇਟਫਾਰਮਾਂ ਦੀਆਂ ਤੇ ਉਹਨਾਂ ਚੋਂ ਬੰਧਨਵਾਰ ਇੱਕ ਬਹੁਤ ਮਹੱਤਵਪੂਰਨ ਪਲੇਟਫਾਰਮ ਹੈ ਜਿਹੜਾ ਪਿਛਲੇ ਅਸੀਂ ਲਗਾਤਾਰ ਕਰ ਰਹੇ ਹਾਂ ਮਹੀਨੇ ਦੀ ਅਖੀਰਲੀ ਤਰੀਕ ਨੂੰ। ਤੇ ਇਹ ਮਹੀਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਹੈ। 21 ਫਰਵਰੀ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਹੁੰਦਾ ਹੈ, ਜਿਹੜਾ ਉਹਨਾਂ 6 ਬੰਗਾਲੀਆਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ। ਢਾਕਾ ਯੂਨੀਵਰਸਿਟੀ ਦੇ ਉਹਨਾਂ ਨੌਜਵਾਨਾਂ ਨੂੰ ਸਮਰਪਿਤ ਇਹ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਆਪੋ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ। ਤੇ ਜਿੱਥੋਂ ਤੱਕ ਪੰਜਾਬੀ ਦੀ ਗੱਲ ਹੈ, ਪੂਰੀ ਦੁਨੀਆ ਦੇ ਵਿੱਚ 14 ਕਰੋੜ ਪੰਜਾਬੀ ਵਸਦੇ ਨੇ ਤੇ ਉਹਨਾਂ 14 ਕਰੋੜ ਪੰਜਾਬੀਆਂ ਨੂੰ ਧਰਮਾਂ, ਜਾਤਾਂ, ਖਿੱਤਿਆਂ, ਰੰਗਾਂ, ਨਸਲਾਂ ਤੋਂ ਉੱਪਰ ਕੁਛ ਵੀ ਨਹੀਂ ਕੀਤਾ। ਮੈਂ ਤਾਂ ਆਪਸ ਬੰਦ ਕਰਕੇ ਉਹਨਾਂ ਦੀ ਫੋਟੋ ਨਹੀਂ ਤਾਂ ਉਹ ਪੰਜਾਬੀ ਮਾਂ ਬੋਲੀ ਹੈ। ਤੇ ਅਸੀਂ ਇਸੇ ਕਰਕੇ ਇਸ ਮਹੀਨੇ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਪੰਜਾਬੀ ਨੂੰ ਜੋੜ ਕੇ ਕੀਤੇ ਨੇ। ਸਾਡੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਲ ਤੇ ਸਾਡੇ ਸਕੱਤਰ ਡਾਕਟਰ ਰਵੇਲ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਇਸ ਮਹੀਨੇ ਅਸੀਂ ਕਈ ਵੱਡੇ ਪ੍ਰੋਗਰਾਮ, ਜਿਹਦੇ ਵਿੱਚ ਸੈਮੀਨਾਰ, ਜਿਹਦੇ ਵਿੱਚ ਕਾਨਫਰੰਸਾਂ, ਜਿਹਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਜੋੜ ਕੇ ਮੇਲੇ, ਮੁਕਾਬਲੇ, ਲੈਕਚਰ, ਬਹੁਤ ਕੁਝ ਅਸੀਂ ਮਾਂ ਬੋਲੀ ਨੂੰ ਸਮਰਪਿਤ ਕੀਤਾ ਹੈ। ਤੇ ਅੱਜ ਦਾ ਪ੍ਰੋਗਰਾਮ ਬਹੁਤ ਵਿਲੱਖਣ ਪ੍ਰੋਗਰਾਮ ਹੈ ਕਿਉਂਕਿ ਅਸੀਂ ਸਾਰੇ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਹਾਂ, ਇਹ 'ਚ ਕੋਈ ਸ਼ੱਕ ਨਹੀਂ। ਕੋਈ ਵੀ ਭਾਸ਼ਾ ਪਿਆਰ ਤੋਂ ਬਿਨਾਂ ਵਿਕਸਿਤ ਨਹੀਂ ਹੁੰਦੀ ਹੈਗੀ, ਜਿੰਨੀ ਦੇਰ ਤੱਕ ਅਸੀਂ ਆਪਣੀ ਮਾਂ ਬੋਲੀ ਨੂੰ ਅਪਣਾਉਂਦੇ ਨਹੀਂ ਹੈਗੇ। ਪਰ ਇਕੱਲੇ ਪਿਆਰ ਨਾਲ ਹੀ ਅੱਜ ਦੇ ਦੌਰ ਦੇ ਵਿੱਚ ਕਿਸੇ ਭਾਸ਼ਾ ਨੂੰ ਵਿਕਸਿਤ ਨਹੀਂ ਕੀਤਾ ਜਾ ਸਕਦਾ। ਅੱਜ ਦਾ ਦੌਰ ਡਿਜੀਟਲ ਦੌਰ ਹੈ, ਅੱਜ ਦਾ ਦੌਰ ਵਰਚੁਅਲ ਦੌਰ ਹੈ, ਅੱਜ ਦਾ ਦੌਰ ਤਕਨਾਲੋਜੀ ਦਾ ਦੌਰ ਹੈ, ਗਲੋਬਲ ਸੰਸਾਰ ਹੈ ਜਿਹਦੇ ਵਿੱਚ ਆਪਾਂ ਵਿਚਰ ਰਹੇ ਹਾਂ। ਤੇ ਇਹਦੇ ਵਿੱਚ ਕਿਸੇ ਵੀ ਭਾਸ਼ਾ ਦੇ ਵਿੱਚ ਬਹੁਤ ਸਾਰੇ ਤਕਨੀਕੀ ਮਸਲੇ ਹੁੰਦੇ ਨੇ। ਪਹਿਲਾਂ ਹੀ ਦੇਖ ਤੇ ਇਹ ਸਾਰੇ ਜਿਹੜੇ ਤਕਨੀਕੀ ਮਸਲੇ ਨੇ, ਇਹਨਾਂ ਨੂੰ ਜਾਣਨ ਲਈ, ਸਮਝਣ ਲਈ ਡਿਜੀਟਲ ਦੌਰ ਦੇ ਵਿੱਚ ਕਿਸੇ ਭਾਸ਼ਾ ਨੇ ਕਿਵੇਂ ਤਰੱਕੀ ਕਰਨੀ ਹੁੰਦੀ ਹੈ, ਕਿਵੇਂ ਪੂਰੀ ਦੁਨੀਆ ਨਾਲ ਡਾਇਲਾਗ, ਸੰਵਾਦ ਰਚਾਉਣਾ ਹੁੰਦਾ ਹੈ, ਉਹਨੂੰ ਸਮਝਣ ਲਈ ਅਸੀਂ ਅੱਜ ਦਾ ਪ੍ਰੋਗਰਾਮ ਕਰ ਰਹੇ ਹਾਂ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਜੋ ਵਿਸ਼ੇਸ਼ ਮਹਿਮਾਨ ਨੇ ਉਹ ਆਪਣੇ ਇਸ ਕੰਮ ਦੇ ਵਿੱਚ ਬਹੁਤ ਮਾਹਰ ਨੇ, ਡਿਜੀਟਲ ਸੰਸਾਰ ਦੇ ਨਾਲ ਜੁੜੇ ਹੋਏ ਨੇ। ਡਾਕਟਰ ਸੀਪੀ ਕੰਬੋਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕੰਪਿਊਟਰ ਸਹਾਇਤਾ ਕੇਂਦਰ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਤੌਰ ਤੇ ਕੰਮ ਕਰਦੇ ਨੇ। ਇਹਨਾਂ ਦਾ ਪੰਜਾਬੀ ਭਾਸ਼ਾ ਦੇ ਉੱਤੇ, ਕੰਪਿਊਟਰ ਦੇ ਉੱਤੇ, ਡਿਜੀਟਲ ਸੰਸਾਰ ਦੇ ਵਿੱਚ ਬੇਅੰਤ ਕੰਮ ਹੈ, ਜਿਹਨੂੰ ਗਿਣਾਉਣਾ ਬਹੁਤ ਔਖਾ ਹੈ। ਪੰਜਾਬੀ ਦੇ ਵਿੱਚ ਪਹਿਲੀ ਕੰਪਿਊਟਰ ਦੀ ਪੁਸਤਕ ਇਹਨਾਂ ਨੇ ਤਿਆਰ ਕੀਤੀ। ਹੁਣ ਤੱਕ 35-40 ਦੇ ਕਰੀਬ ਕਿਤਾਬਾਂ ਇਹਨਾਂ ਨੇ ਤਿਆਰ ਕੀਤੀਆਂ ਨੇ। ਸਿਲੇਬਸਾਂ ਦੇ ਵਿੱਚ ਇਹਨਾਂ ਦੀਆਂ ਅਨੁਵਾਦ ਕੀਤੀਆਂ ਕਿਤਾਬਾਂ ਲੱਗੀਆਂ ਹੋਈਆਂ ਨੇ। ਵੱਖ-ਵੱਖ ਅਖਬਾਰਾਂ, ਮੈਗਜ਼ੀਨਾਂ ਦੇ ਵਿੱਚ ਹੁਣ ਤੱਕ ਲਗਭਗ 3-4 ਹਜ਼ਾਰ ਦੇ ਕਰੀਬ ਇਹਨਾਂ ਦੇ ਆਰਟੀਕਲ ਆ ਚੁੱਕੇ ਨੇ। ਬਹੁਤ ਸਾਰੀਆਂ ਟ੍ਰੇਨਿੰਗਾਂ ਇਹ ਲਾ ਚੁੱਕੇ ਨੇ, ਆਨਲਾਈਨ, ਆਫਲਾਈਨ, ਬਹੁਤ ਸਾਰੇ ਪਲੇਟਫਾਰਮਾਂ ਤੇ, ਰੇਡੀਓ, ਟੈਲੀਵਿਜ਼ਨ ਤੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਨੇ, ਇਹਨਾਂ ਤੇ ਲਗਾਤਾਰ ਗੱਲ ਕਰਦੇ ਨੇ। ਸੋ ਡਾਕਟਰ ਸੀਪੀ ਕੰਬੋਜ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਰ। ਤੁਸੀਂ ਆਪਣਾ ਮਾਈਕ ਸਰ ਔਨ ਕਰ ਲਓ। ਤੇ ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਸਾਡੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਲ ਹੋਰਾਂ ਨੂੰ ਕਿ ਉਹ ਅਕਾਦਮੀ ਵੱਲੋਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਸਾਰੇ ਸਰੋਤਿਆਂ ਨੂੰ ਤੇ ਵਿਸ਼ੇਸ਼ ਤੌਰ ਤੇ ਸਾਡੇ ਮਹਿਮਾਨ ਸੀਪੀ ਕੰਬੋਜ ਹੋਰਾਂ ਨੂੰ ਜੀ ਆਇਆਂ ਆਖਣਗੇ। ਡਾਕਟਰ ਸਰਬਜੀਤ ਕੌਰ ਸੋਲ। ਬਹੁਤ ਸ਼ੁਕਰੀਆ ਡਾਕਟਰ ਕੁਲਦੀਪ ਜੀ। ਪੰਜਾਬ ਸਾਹਿਤ ਅਕਾਦਮੀ ਦੇ ਹਰ ਮਹੀਨੇ ਦੇ ਅਖੀਰਲੇ ਦਿਨ ਜਿਹੜਾ ਪ੍ਰੋਗਰਾਮ ਬੰਧਨਵਾਰ ਆ, ਉਹਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਸੀਪੀ ਕੰਬੋਜ ਜੀ, ਬਹੁਤ ਹੀ ਸਵਾਗਤ ਹੈ ਤੁਹਾਡਾ।
ਔਰ ਇਹਦੇ ਨਾਲ ਜਿਹੜੇ ਅੱਜ ਸਾਡੇ ਨਾਲ ਜੁੜੇ ਹੋਏ ਨੇ ਮੈਨੂੰ ਜਿੰਨਾ ਮੈਸੇਜ ਮੈਨੂੰ ਮਿਲ ਰਹੇ ਨੇ, ਮਨਿੰਦਰ ਕੌਰ ਬਸੀ, ਹਰਪ੍ਰੀਤ ਕੌਰ ਸੰਧੂ, ਗੀਤ ਆਰਟਸ ਤੇ ਹੋਰ ਵੀ ਸਾਰੇ, ਸਤਨਾਮ ਚੌਹਾਨ, ਮਨਿੰਦਰ ਕੌਰ, ਸੋ ਉਹਨਾਂ ਸਾਰਿਆਂ ਦਾ, ਔਰ ਜਿਹੜੇ ਹੁਣ ਇਸ ਸਮੇਂ ਜੁੜ ਰਹੇ ਨੇ ਉਹਨਾਂ ਸਾਰਿਆਂ ਦਾ ਪੰਜਾਬ ਸਾਹਿਤ ਅਕਾਦਮੀ ਦੇ ਇਸ ਮੰਚ ਤੇ ਨਿੱਘਾ ਸਵਾਗਤ ਹੈ। ਅਸੀਂ ਡਾਕਟਰ ਕੁਲਦੀਪ ਦੀਪ ਦੀ ਅਗਵਾਈ ਦੇ ਵਿੱਚ, ਮੈਂ ਤਾਂ ਇਹ ਕਹੂੰਗੀ ਕਿ ਹੁਣ ਇਹਨਾਂ ਦੀ ਅਗਵਾਈ ਚੱਲ ਰਹੀ ਹੁੰਦੀ ਆ, ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਪ੍ਰੋਗਰਾਮ ਬੰਧਨਵਾਰ ਹੈ 4-5 ਤਕਰੀਬਨ 5 ਸਾਲਾਂ ਤੋਂ ਇਹ ਪ੍ਰੋਗਰਾਮ ਚੱਲ ਰਿਹਾ। ਪੂਰੀ ਪਿਛਲੇ 3 ਸਾਲ ਦੇ ਚੌਥਾ ਤੇ ਹੁਣ 5ਵਾਂ ਸਾਲ ਜਿਹੜਾ ਆ ਉਹ ਚੱਲ ਰਿਹਾ। ਇਹਦੇ ਸਾਡੇ ਨਾਲ ਡਾਕਟਰ ਸਤੀਸ਼ ਵਰਮਾ ਜੀ ਵੀ ਇਹਦੇ ਨਾਲ ਜੁੜੇ ਹੋਏ ਨੇ। ਸੋ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ ਡਿਜੀਟਲ ਦੌਰ ਦੇ ਵਿੱਚ, ਮੈਂ ਵੇਖਿਆ ਕਿ ਕੁਦਰਤੀ ਕੁਝ ਏਦਾਂ ਦਾ ਹੁੰਦਾ ਕਿ ਜਦੋਂ ਅਸੀਂ ਪੰਜਾਬ ਸਾਹਿਤ ਅਕਾਦਮੀ ਦੇ ਮੰਚ ਤੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਕਹਿ ਲਓ ਕਿ ਇਹ ਮਨਾਉਣਾ, ਤਾਂ ਮੈਨੂੰ ਲੱਗਦਾ ਹੁੰਦਾ ਕਿ ਛੋਟੀ ਜਿਹੀ ਗੱਲ ਆ ਕਿ ਅਸੀਂ ਆਪਣੀ ਮਾਂ ਬੋਲੀ ਦੇ ਲਈ ਹਰ ਸਮੇਂ ਸਾਡਾ ਇੱਕ ਉਤਸਵੀ ਅੰਦਾਜ਼ ਹੁੰਦਾ, ਸਾਡੀਆਂ ਭਾਵਨਾਵਾਂ, ਸਾਡਾ ਸੰਵੇਦਨਾਵਾਂ ਜਿਹੜੀਆਂ ਹਮੇਸ਼ਾ ਪੰਜਾਬੀ ਮਾਂ ਬੋਲੀ ਦੇ ਲਈ ਜੁੜੀਆਂ ਹੋਈਆਂ ਨੇ। ਤਾਂ ਜੇ ਅਸੀਂ ਇਹ ਕਹਿ ਲਈਏ ਕਿ ਅਸੀਂ ਉਹਦੇ ਲਈ ਡੈਡੀਕੇਟਿਡ ਆ, ਅਸੀਂ ਉਸ ਤੋਂ ਬਿਨਾਂ ਕੁਝ ਸੋਚ ਹੀ ਨਹੀਂ ਸਕਦੇ, ਜਾਂ ਜਿਸ ਮੰਚ ਤੇ, ਜਿਸ ਮਰਹਲੇ ਤੇ ਅਸੀਂ ਹੁਣ ਇਸ ਵੇਲੇ ਜਿਸ ਮੁਕਾਮ ਤੇ ਹਾਂ, ਤੇ ਉਹ ਸਾਨੂੰ ਜੋ ਕੁਝ ਪ੍ਰਾਪਤ ਹੈ, ਸਾਨੂੰ ਉਹ ਸਾਡਾ ਸਾਰਾ ਕੁਝ ਪੰਜਾਬੀ ਮਾਂ ਬੋਲੀ ਦੇ ਕਰਕੇ ਹੀ ਹੈ। ਜੋ ਸਥਾਨ ਅਸੀਂ ਪ੍ਰਾਪਤ ਕੀਤਾ, ਚਾਹੇ ਉਹ ਸਾਹਿਤ ਅਕਾਦਮੀ ਦੀ ਪ੍ਰਧਾਨਗੀ ਆਈ ਜਾਂ ਤੁਹਾਡਾ ਇਹ ਸਾਰਿਆਂ ਦੇ ਦਿਲਾਂ ਦੇ ਵਿੱਚ ਜੋ ਸਥਾਨ, ਜੋ ਮੁਹੱਬਤ, ਜੋ ਮਹਿਸੂਸੀਆਤ ਸਾਡੇ ਤੱਕ ਪਹੁੰਚਦੀ ਰਹੀ ਆ ਸ਼ਬਦਾਂ ਦੇ ਰੂਪ ਦੇ ਵਿੱਚ, ਪ੍ਰੋਗਰਾਮਾਂ ਦੇ ਰੂਪ ਦੇ ਵਿੱਚ, ਤੁਹਾਡੇ ਕਮੈਂਟਸ ਦੇ ਰੂਪ ਦੇ ਵਿੱਚ, ਉਹਦੇ ਲਈ ਅਸੀਂ ਦੇਣਦਾਰ ਹਾਂ। ਔਰ ਮੈਨੂੰ ਲੱਗਦਾ ਕਿ ਮੈਂ ਰਿਣੀ ਆ ਕਿ ਇਹ ਪੰਜਾਬ ਦੇ ਵਿੱਚ ਮੇਰਾ ਜਨਮ ਹੋਇਆ, ਪੰਜਾਬ ਦੀ ਧਰਤੀ ਦੇ ਉੱਤੇ, ਤੇ ਮੇਰੀ ਮਾਂ ਬੋਲੀ ਪੰਜਾਬੀ ਆ। ਤੇ ਸਭ ਤੋਂ ਵੱਡਾ ਮੈਨੂੰ ਮਾਣ ਇਸ ਗੱਲ ਦਾ ਆ ਕਿ ਇਸ ਬੋਲੀ ਦੇ ਵਿੱਚ ਸਾਡੇ ਕੋਲੇ ਬੜਾ ਵਿਸ਼ਾਲ ਫਲਸਫਾ ਹੈ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ। ਤੇ ਜਿਸ ਕੋਲੇ, ਜਿਸ ਬੋਲੀ ਕੋਲੇ, ਜਿਸ ਭਾਸ਼ਾ ਕੋਲੇ ਮਹਾਨ ਫਲਸਫਾ ਹੋਵੇ, ਉਹ ਬੋਲੀ ਨੂੰ ਕਦੇ ਕੋਈ ਖਤਰਾ ਹੋ ਹੀ ਨਹੀਂ ਸਕਦਾ। ਤੇ ਜਿਹੜੇ ਖਤਰੇ ਸਾਨੂੰ ਦਿਸਦੇ ਨੇ ਜਾਂ ਸਾਨੂੰ ਲੱਗਦਾ ਆ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕੁਝ ਏਦਾਂ ਦੀਆਂ ਸੰਭਾਵਨਾਵਾਂ ਪੰਜਾਬੀ ਬੋਲੀ ਦੇ ਲਈ, ਤਾਂ ਉਹਦੇ ਲਈ ਸਾਡੇ ਕੋਲੇ ਸੀਪੀ ਕੰਬੋਜ ਵਰਗੇ ਮਹਾਨ ਜਿਹੜੇ ਨੇ ਕੰਪਿਊਟਰ ਦੇ ਨਾਲ, ਆਧੁਨਿਕ ਤਕਨੀਕਾਂ ਦੇ ਨਾਲ ਜੁੜੇ ਹੋਏ ਵਿਅਕਤੀ ਨੇ। ਤਾਂ ਉਹਨਾਂ ਦੀ ਸਹਾਇਤਾ ਦੇ ਨਾਲ, ਤੇ ਹੋਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ, ਕਿਉਂਕਿ ਭਾਸ਼ਾ ਦੇ ਨਾਂ ਤੇ ਇਹ ਯੂਨੀਵਰਸਿਟੀ ਦੀ ਸਥਾਪਨਾ ਹੋਈ ਹੈ, ਔਰ ਮੈਨੂੰ ਇਹ ਵੀ ਮਾਣ ਆ ਕਿ ਮੈਂ ਇਸ ਯੂਨੀਵਰਸਿਟੀ ਦੇ ਵਿੱਚ ਕੰਮ ਕਰ ਰਹੀ ਹਾਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੈਨੂੰ ਮਹਿਸੂਸ ਹੁੰਦਾ ਕਿ ਸਮਾਂ ਹੈ ਤੇ ਇਸ ਕੁਦਰਤ ਦੇ ਵਿਚਾਲੇ ਜਿਹੋ ਜਿਹਾ ਹੈ ਜੋ ਤੁਹਾਨੂੰ ਇੱਕ ਘਟਨਾਕ੍ਰਮ ਅਨੁਸਾਰ ਸਮੇਂ ਦੀ ਕਾਲ ਰੇਖਾ ਦੇ ਉੱਤੇ ਲੈ ਕੇ ਤੁਰਿਆ ਫਿਰਦਾ। ਤੇ ਜਿੰਨੇ ਵੀ ਅਸੀਂ ਹੁਣ ਤੱਕ ਪ੍ਰੋਗਰਾਮ ਕੀਤੇ, ਚਾਹੇ ਉਹ ਮਾਨਸਾ ਦੇ ਵਿੱਚ ਸੀ, ਬਠਿੰਡਾ ਦੇ ਵਿੱਚ ਡਾਕਟਰ ਕੁਲਦੀਪ ਹੋਰਾਂ ਨੇ ਪ੍ਰੋਗਰਾਮ ਕਰਵਾਇਆ, ਬਹੁਤ ਹੀ 21 ਦਿਨ ਦਾ ਉਹ ਪ੍ਰੋਗਰਾਮ ਸੀ, ਉਹਦੇ ਵਿੱਚ ਪੰਜਾਬ ਸਾਹਿਤ ਅਕਾਦਮੀ ਨੇ ਵੀ ਆਪਣਾ ਯੋਗਦਾਨ ਪਾਇਆ। ਜਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮਾਰਚ ਦੇ ਵਿੱਚ ਇੱਕ ਮਾਨਸਾ ਦੇ ਵਿੱਚ ਪ੍ਰੋਗਰਾਮ ਹੋਊਗਾ, ਮੇਲਾ ਹੋਊਗਾ, ਤੇ ਜਾਂ ਫਿਰ ਉਹ ਨਾਭੇ ਦਾ ਪ੍ਰੋਗਰਾਮ ਸੀ, ਜਾਂ ਫਿਰ ਉਹ ਵੱਖ-ਵੱਖ ਕਾਲਜਾਂ ਦੇ ਵਿੱਚ, ਜਾਂ ਹਿਮਾਚਲ ਦੇ ਵਿੱਚ, ਜਾਂ ਫਤਿਹਗੜ੍ਹ ਦੇ ਵਿੱਚ, ਨਾਭੇ ਦੇ ਵਿੱਚ। ਇਹ ਸਾਰੇ ਪ੍ਰੋਗਰਾਮ ਜਿਹੜੇ ਹੋਏ ਆ, ਉਹ ਅਸੀਂ ਕੋਸ਼ਿਸ਼ ਕੀਤੀ ਆ ਕਿ ਇੱਕ ਛੋਟੀ-ਛੋਟੀ ਜਿਹੜੀ ਚੇਤਨਾ ਆ, ਨਿੱਕੀ-ਨਿੱਕੀ ਜਿਵੇਂ ਕਹਿ ਲਓ, ਚਾਹੇ ਉਹ ਸਾਡਾ ਉਹ ਸਮਾਂ, ਉਹ ਯਤਨ, ਉਹ ਚਿੜੀ ਦੇ ਉਸ ਅੱਗ ਬੁਝਾਉਣ ਵਾਲੀ, ਚਿੜੀ ਦੀ ਚੁੰਝ ਦੇ ਵਿੱਚ ਪਾਣੀ ਵਾਲੀ ਅੱਗ ਬੁਝਾਉਣ ਵਾਲਾ ਹੀ ਹੋਵੇ, ਪਰ ਮੈਨੂੰ ਮਾਣ ਆ ਕਿ ਅਸੀਂ ਉਹ ਯਤਨ ਜ਼ਰੂਰ ਕਰਦੇ ਹਾਂ, ਉਹ ਉਪਰਾਲੇ ਅਸੀਂ ਕਰ ਰਹੇ ਹਾਂ। ਤੇ ਇਸੇ ਦੇ ਦਰਮਿਆਨ ਜਦੋਂ ਅਸੀਂ ਉਸ ਕਹਿ ਲਓ ਕਿ ਇੱਥੋਂ ਤੱਕ ਪਹੁੰਚੇ ਆ, ਤਾਂ ਇੱਕਦਮ ਡਾਕਟਰ ਸਾਹਿਬ ਨੇ, ਡਾਕਟਰ ਕੁਲਦੀਪ ਦੀਪ ਨੇ ਇਹ ਜਿਹੜਾ ਡਿਜੀਟਲ ਦੌਰ ਦੇ ਵਿੱਚ ਪੰਜਾਬੀਅਤ, ਤੇ ਮੈਨੂੰ ਲੱਗਦਾ ਕਿ ਉਹ ਉਸ ਦੀ ਪੂਰਤੀ ਵੱਲ ਅਗਰਸਰ ਹੋਣ ਵਾਲਾ ਇੱਕ ਯਤਨ ਸੀ ਕਿ ਅਸੀਂ ਜੋ ਹੁਣ ਤੱਕ ਯਤਨ ਕੀਤੇ ਆ, ਤਾਂ ਉਹ ਜਿਹੜੇ ਨੇ, ਕਿਉਂਕਿ ਅਜੋਕਾ ਸਮਾਂ ਕੰਪਿਊਟਰ ਦਾ ਸਮਾਂ ਆ, ਡਿਜੀਟਲ ਸਮਾਂ ਆ, ਤੇ ਉਸ ਸਮੇਂ ਦੇ ਵਿੱਚ ਸਾਨੂੰ ਜਿਹੜੀਆਂ ਸਾਡੀਆਂ ਵਿਸ਼ੇਸ਼ ਲੋੜਾਂ ਨੇ, ਜਾਂ ਆਧੁਨਿਕ ਸਮੇਂ ਦੇ ਵਿੱਚ ਅਸੀਂ ਕਿਸ ਤਰ੍ਹਾਂ ਉਹਨਾਂ ਆਪਣੀਆਂ ਕਮਜ਼ੋਰੀਆਂ ਦੇ ਉੱਤੇ, ਜਾਂ ਕੰਪਿਊਟਰ ਦੀਆਂ ਕਮਜ਼ੋਰੀਆਂ ਤੇ, ਜਾਂ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੀ ਹੁਣ ਤੱਕ
ਕਹਿ ਲਓ ਕਿ ਹੋ ਚੁੱਕੀ ਆ, ਖੋਜ ਹੋਈ ਆ, ਤੇ ਜਾਂ ਜੋ ਅਜੇ ਕੁਝ ਰਹਿੰਦਾ ਆ, ਉਸ ਸਾਰੇ ਕਾਸੇ ਬਾਰੇ ਜਿਹੜਾ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ CP ਕੰਬੋਜ ਹੋਰਾਂ ਤੋਂ ਸੁਣਾਂਗੇ। ਤੇ ਮੈਨੂੰ ਇਹ ਵੀ ਬਹੁਤ ਚੰਗਾ ਲੱਗਦਾ ਇਹ ਦੱਸਦਿਆਂ ਕਿ ਸਾਡੇ ਲਗਾਤਾਰ ਨਿਰੰਤਰ ਪ੍ਰੋਗਰਾਮ ਜਿਹੜੇ ਨੇ ਉਹ ਹੋ ਰਹੇ ਨੇ, ਜੇ ਆਫਲਾਈਨ ਨਹੀਂ ਹੋ ਸਕਦੇ ਕਿਉਂਕਿ ਫੰਡਸ ਇਸ ਸਾਲ ਸਰਕਾਰ ਨੇ ਗ੍ਰਾਂਟ ਹੀ ਨਹੀਂ ਦਿੱਤੀ, ਪੂਰਾ 1 ਸਾਲ ਹੋ ਗਿਆ ਸੀ ਬਿਨਾਂ ਫੰਡਸ ਤੋਂ ਹੀ ਪ੍ਰੋਗਰਾਮ ਜਿਹੜੇ ਨੇ ਉਹ ਫਿਰ ਵੀ ਸਾਡੇ ਨਿਰੰਤਰ ਜਾਰੀ ਨੇ, ਤਾਂ ਆਨਲਾਈਨ ਹੋ ਗਏ ਹਾਂ ਅਸੀਂ। ਤਾਂ ਇਸ ਲਈ ਰੰਗ FM ਦੇ ਉੱਤੇ ਪ੍ਰੋਗਰਾਮ ਹੋ ਰਹੇ ਨੇ, ਜਾਂ ਫਿਰ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਕੈਨੇਡਾ ਦੇ ਵਿੱਚ ਪ੍ਰੋਗਰਾਮ ਹੋ ਰਹੇ ਨੇ। ਔਰ ਕੱਲ ਦੇ ਦਿਨ ਦੀ ਗੱਲ ਆ ਕਿ ਉੱਥੇ ਹਰਦੇਵ ਚੌਹਾਨ ਜੀ ਗਏ ਹੋਏ ਸੀ, ਸਾਡੇ ਬਾਲ ਸਾਹਿਤ ਲੇਖਕ ਨੇ, ਤਾਂ ਉਹਨਾਂ ਦੇ ਬਾਰੇ ਦੇ ਵਿੱਚ ਅੰਤਰਰਾਸ਼ਟਰੀ ਸਾਹਿਤਕ ਸਾਂਝਾ, ਔਰ ਜਿੱਥੇ ਕਿ ਹਰ ਥਾਂ ਦੇ ਉੱਤੇ ਪੰਜਾਬ ਸਾਹਿਤ ਅਕਾਦਮੀ ਦਾ ਨਾਮ ਬੋਲਦਾ, ਤੇ ਮੈਨੂੰ ਲੱਗਦਾ ਹੈ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਆ। ਸੋ ਤੁਸੀਂ ਸਾਰੇ ਸਾਡੇ ਨਾਲ ਜੁੜੇ ਹੋ, ਸਾਡੀ ਹੌਸਲਾ ਅਫਜ਼ਾਈ ਕਰਦੇ ਹੋ, ਤੇ ਸਾਡੀ ਵੀ ਇਹ ਬਣਦੀ ਹੈ ਧਾਰਨਾ ਹੈ, ਜਾਂ ਕਹਿ ਲਓ ਕਿ ਸਾਡਾ ਇਹ ਫਰਜ਼ ਵੀ ਬਣਦਾ ਹੈ ਕਿ ਅਸੀਂ ਇਸ ਸਮੇਂ ਦੇ ਵਿੱਚ ਜੋ ਆਧੁਨਿਕ ਤਕਨੀਕਾਂ ਨੇ ਉਹਨਾਂ ਦੇ ਬਾਰੇ ਵੀ ਗੱਲਬਾਤ ਕਰੀਏ, ਉਹਦੇ ਬਾਰੇ ਵੀ ਜਾਣੀਏ। ਮੈਂ ਕੱਲ ਪਰਸੋਂ ਇੱਕ ਦੇਖ ਰਹੀ ਸੀ, ਤਾਂ ਉਹਦੇ ਵਿੱਚ ਜੇ ਸਾਨੂੰ ਡਿਜੀਟਲ ਲਾਈਫ ਨੇ, ਜਾਂ ਕਹਿ ਲਓ ਕਿ ਆਉਣ ਵਾਲਾ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਜਾਂ ਜਿਹੜੀ ਇੱਕ ਨਵੀਂ ਐਪ ਸ਼ੁਰੂ ਹੋ ਗਈ ਆ, ਉਹਦੀ ਵੀ ਜੇਕਰ ਅਸੀਂ ਗੱਲ ਕਰੀਏ ਤਾਂ ਬਹੁਤ ਕੁਝ ਹੈ ਜੋ ਸਾਡੇ ਇਸ ਸਮੇਂ ਦੇ ਦੌਰਾਨ ਜੋ ਸਾਡੇ ਜਾਣਨ ਵਾਲਾ ਹੈ, ਜਿਸ ਦੀ ਸਾਨੂੰ ਸਮਝਣ ਦੀ ਲੋੜ ਹੈ। ਤਾਂ ਇੱਕ ਬੜੀ ਸੋਹਣੀ ਟਰਮ ਆਈ ਕਿ ਜਿੱਦਾਂ ਅਸੀਂ ਕਹਿੰਦੇ ਹੁੰਦੇ ਸੀ ਕਿ ਅਸੀਂ ਪਲੇ ਕਰਦੇ ਸੀ ਨੁੱਕੜ ਨਾਟਕ ਕਿ ਨਸ਼ਿਆਂ ਤੋਂ ਬਚਾਅ ਹੋਣਾ ਚਾਹੀਦਾ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਨੂੰ ਹੁਣ ਮੈਨੂੰ ਲੱਗਦਾ ਕਿ ਡੀਟੌਕਸ ਅਸੀਂ ਪੜ੍ਹਦੇ ਸੁਣਦੇ ਹਾਂ, ਸਿਹਤ ਸੰਬੰਧੀ ਅਸੀਂ ਬੜੇ ਜਾਗਰੂਕ ਹੁੰਦੇ ਆ, ਤੇ ਇਸੇ ਤਰ੍ਹਾਂ ਇੱਕ ਡਿਜੀਟਲ ਡੀਟੌਕਸ ਸ਼ਬਦ ਜਿਹੜਾ ਵਾ ਉਹ ਮੈਂ ਸੁਣਿਆ ਲੇਟੈਸਟ। ਤਾਂ ਉਹਦੇ ਵਿੱਚ ਇਹ ਆ ਕਿ ਅਸੀਂ ਆਪਣੇ ਫੋਨਾਂ ਨੂੰ ਬੰਦ ਕਰਕੇ ਆਪਣੀ ਬਾਡੀ ਨੂੰ, ਆਪਣੀਆਂ ਇੰਦਰੀਆਂ ਨੂੰ, ਆਪਣੀ ਮਾਨਸਿਕਤਾ ਨੂੰ, ਆਪਣੇ ਮਨ ਨੂੰ ਸ਼ਾਂਤ ਕਰੀਏ ਉਸ ਡਿਜੀਟਲਾਈਜੇਸ਼ਨ ਤੋਂ ਥੋੜਾ ਜਿਹਾ ਪਰੇ ਹੋ ਕੇ। ਪਰ ਅੱਜ ਜਿਹੜੀ ਸਮੇਂ ਦੀ ਲੋੜ ਹੈ ਉਹ ਹੈ ਕਿ ਅਸੀਂ ਡਿਜੀਟਲ ਦੇ ਇਸ ਸਮੇਂ ਦੇ ਵਿੱਚ ਪੰਜਾਬੀ ਦੀ ਸਾਡੀ ਕੀ ਸਥਾਨ ਹੈ, ਅਸੀਂ ਕਿੱਥੋਂ ਤੱਕ ਪਹੁੰਚੇ ਹਾਂ, ਅਸੀਂ ਪ੍ਰਾਪਤੀਆਂ ਕੀ ਕੀਤੀਆਂ ਨੇ, ਤੇ ਅਸੀਂ ਅਜੇ ਕੀ ਕੁਝ ਸਾਡਾ ਅਜੇ ਰਹਿੰਦਾ ਹੈ ਜਿਹੜਾ ਅਸੀਂ ਸਮਝਣਾ ਹੈ। ਬਹੁਤ ਸਾਰੀਆਂ ਸਮੱਸਿਆਵਾਂ ਨੇ, ਔਰ ਖਾਸ ਤੌਰ ਤੇ ਜੇਕਰ ਪੰਜਾਬੀ ਲੇਖਕਾਂ ਦੀ ਗੱਲ ਕਰੀਏ, ਜਾਂ ਜਿਹੜੀ ਵਡੇਰੀ ਉਮਰ ਦੇ ਸਾਡੇ ਵਰਗੇ ਹੋ ਜਾਂਦੇ ਨੇ, ਉਹ ਵੀ ਅਸੀਂ ਕੰਪਿਊਟਰ ਤੋਂ ਥੋੜਾ ਜਿਹਾ ਦੂਰ ਹੁੰਦੇ ਹਾਂ, ਹਾਲਾਂਕਿ ਉਹ ਕੋਈ ਏਡੀ ਖਾਸ ਗੱਲ ਨਹੀਂ ਹੁੰਦੀ, ਅਸੀਂ ਉਸ ਤੱਕ ਪਹੁੰਚ ਸਕਦੇ ਹੁੰਦੇ ਹਾਂ। ਪਰ ਜਿਹੜਾ ਹੈ ਕਿ ਸਮਾਂ ਅਜਿਹਾ ਆ, ਤਾਂ ਉਹਦੇ ਲਈ ਸਾਨੂੰ ਕੰਬੋਜ ਸਾਹਿਬ ਦੱਸਣਗੇ ਕਿ ਅਸੀਂ ਹੁਣ ਕੀ ਕੁਝ ਪ੍ਰਾਪਤ ਕਰ ਲਿਆ ਤੇ ਕੀ ਕੁਝ ਅਜੇ ਅਸੀਂ ਸਮਝਣਾ ਹੈ, ਸਿੱਖਣਾ ਹੈ। ਅਜੇ ਵੀ ਸਾਡੀਆਂ ਬਹੁਤ ਸਾਰੀਆਂ ਦੁਸ਼ਵਾਰੀਆਂ ਨੇ, ਜੇ ਟਰਾਂਸਲੇਸ਼ਨ ਕਰਦੇ ਆ, ਅਨੁਵਾਦ ਕਰਦੇ ਆ, ਤਾਂ ਉਹ ਵੀ ਸਾਡਾ ਜੇ ਅੰਗਰੇਜ਼ੀ ਤੋਂ ਪੰਜਾਬੀ ਸਿੱਧਾ ਸੌਖਾ ਨਹੀਂ ਹੁੰਦਾ, ਜਾਂ ਅਸੀਂ ਫੌਂਟ ਇੱਕ ਤੋਂ ਦੂਜੇ ਦੇ ਵਿੱਚ ਉਸਨੂੰ ਤਬਦੀਲ ਕਰਨਾ, ਤਾਂ ਵੀ ਸਾਨੂੰ ਔਖਿਆਈ ਆਉਂਦੀ ਆ। ਕਈ ਵਾਰੀ ਅਸੀਂ ਉਸਨੂੰ ਕਿ ਯੂਨੀਕੋਡ ਤੱਕ ਨਹੀਂ ਪਹੁੰਚਦੇ, ਕਈ ਵਾਰੀ ਅਜੇ ਵੀ ਮੈਗਜ਼ੀਨ ਉਹ ਜਿਹੜੇ ਕਹਿੰਦੇ ਸਤਲੁਜ ਫੌਂਟ ਦੇ ਵਿੱਚ ਸਾਨੂੰ ਭੇਜੋ, ਕੋਈ ਕਹਿੰਦਾ ਯੂਨੀਕੋਡ ਚ ਭੇਜੋ, ਕੋਈ ਸੋ ਰਾਵੀ ਦੇ ਵਿੱਚ ਭੇਜੋ। ਸੋ ਇਹ ਬੜੀਆਂ ਸਾਰੀਆਂ ਸਮੱਸਿਆਵਾਂ ਨੇ ਅਜੇ ਸਾਡੀ ਸਮਝ ਦੇ ਵਿੱਚ ਆਉਣ ਵਾਲੀਆਂ ਨੇ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਡਾਕਟਰ ਕੁਲਦੀਪ ਦੀਪ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਹ ਜਿਹੜਾ ਪ੍ਰੋਗਰਾਮ ਆ ਉਸ ਦੀ ਰੂਪਰੇਖਾ ਹਮੇਸ਼ਾ ਉਹੀ ਤਿਆਰ ਕਰਦੇ ਨੇ, ਔਰ ਬਿਲਕੁਲ ਇੰਨੀ ਸੋਹਣੀ ਤਿਆਰ ਕਰਦੇ ਨੇ ਕਿ ਉਹਦੇ ਚ ਕੋਈ ਗੁੰਜਾਇਸ਼ ਹੀ ਨਹੀਂ ਹੁੰਦੀ, ਔਰ ਸਗੋਂ ਹਰ ਵਾਰ ਪਹਿਲਾਂ ਨਾਲੋਂ ਵਧੀਆ ਪ੍ਰੋਗਰਾਮ ਉਹਨਾਂ ਦਾ ਹੁੰਦਾ। ਸੋ ਅੱਜ ਅਸੀਂ ਇਸ ਬਾਰੇ ਡਾਕਟਰ CP ਕੰਬੋਜ ਹੋਰਾਂ ਦੀ ਗੱਲਬਾਤ ਸੁਣਾਂਗੇ, ਔਰ ਮੈਨੂੰ ਪਤਾ ਕਿ ਬਹੁਤ ਵੱਡੇ ਵਿਦਵਾਨ ਨੇ। ਉਹ ਇੱਕ ਤਾਂ ਨੌਕਰੀ ਦੀਆਂ ਲੋੜਾਂ ਹੁੰਦੀਆਂ ਨੇ, ਉਹ ਨੌਕਰੀ ਦੀਆਂ ਲੋੜਾਂ ਤੋਂ ਬਿਨਾਂ ਵੀ ਪੰਜਾਬੀ ਦੇ ਲਈ, ਪੰਜਾਬੀ ਭਾਸ਼ਾ ਦੇ ਲਈ, ਪੰਜਾਬੀ ਬੋਲੀ ਦੇ ਲਈ ਬਹੁਤ ਸਾਰਾ ਕੰਮ ਜਿਹੜਾ ਉਹ ਕਰ ਰਹੇ ਨੇ। ਸ਼ਬਦਾਂ ਦੀ ਬਣਤਰ ਦੇ ਉੱਤੇ, ਸ਼ਬਦਾਂ ਦੀ ਬਹੁਤ ਸਾਰੀਆਂ ਜਿਹੜੀਆਂ ਨੇ ਉਹਨਾਂ ਦੀਆਂ ਸੰਭਾਵਨਾਵਾਂ, ਜਾਂ ਕਹਿ ਲਓ ਕਿ ਉਹਨਾਂ ਦੀ ਡਿਜੀਟਲਾਈਜੇਸ਼ਨ ਦੇ ਉੱਤੇ
ਸੋ ਮੈਂ ਇੱਕ ਵਾਰੀ ਫੇਰ ਪੰਜਾਬ ਸਾਹਿਤ ਅਕਾਦਮੀ ਤੋਂ ਤੇ ਤੁਹਾਡੇ ਸਾਰੇ ਸੁਣਨ ਵਾਲਿਆਂ ਤੋਂ, ਵੇਖਣ ਵਾਲਿਆਂ ਤੋਂ, ਸਰੋਤਿਆਂ ਤੋਂ, ਦਰਸ਼ਕਾਂ ਤੋਂ ਦਾ ਸਵਾਗਤ ਕਰਦੀ ਹਾਂ ਤੇ ਮੈਨੂੰ ਉਮੀਦ ਆ ਕਿ ਅੱਜ ਦੇ ਇਸ ਲੈਕਚਰ ਤੋਂ ਬਾਅਦ ਅਸੀਂ ਹੋਰ ਸਮਰੱਥ, ਹੋਰ ਸੰਪੂਰਨ ਹੋ ਕੇ ਬਹੁਤ ਕੁਝ ਜਿਹੜਾ ਵਾ ਉਹ ਇਹਦੇ ਬਾਰੇ ਜਾਣਾਂਗੇ। ਸੋ ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਸੋਹਲ ਮੈਮ। ਉਮੀਦ ਹੈ ਕਿ ਅੱਜ ਦਾ ਇਹ ਪ੍ਰੋਗਰਾਮ ਬਹੁਤ ਜਾਣਕਾਰੀ ਭਰਪੂਰ ਰਹੂਗਾ। ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜੇ ਹੋਏ ਨੇ। ਜੇ ਮੈਂ ਨਾਂ ਲਵਾਂ ਸਾਰਿਆਂ ਦੇ ਤਾਂ ਲਿਸਟ ਬਹੁਤ ਲੰਬੀ ਹੋ ਜਾਣੀ ਹੈ। ਮੈਂ ਸਾਰਿਆਂ ਦਾ ਇੱਕ ਵਾਰੀ ਸਵਾਗਤ ਕਰਦਾ ਤੇ ਨਾਲ ਨਾਲ ਅਸੀਂ ਨਾਂ ਲੈ ਕੇ ਵੀ ਸਵਾਗਤ ਕਰਾਂਗੇ। ਸਤਪਾਲ ਭਿੱਖੀ ਜੋ ਸਾਡੀ ਅਕੈਡਮੀ ਦੇ ਬਹੁਤ ਸਰਗਰਮ ਮੈਂਬਰ ਨੇ, ਉਹ ਵੀ ਸਾਡੇ ਨਾਲ ਨੇ ਤੇ ਹੋਰ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ। ਸੋ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਡਾਕਟਰ CP ਕੰਬੋਜ ਹੋਰਾਂ ਨੂੰ ਲੈਣੇ ਆ ਇਸ ਪਲੇਟਫਾਰਮ ਤੋਂ ਤੇ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ। ਕੰਬੋਜ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਤੇ ਸਵਾਗਤ ਦੇ ਨਾਲ ਹੀ ਅਸੀਂ ਸਿੱਧੀ ਗੱਲ ਸ਼ੁਰੂ ਕਰਾਂਗੇ ਕਿ ਡਿਜੀਟਲ ਸੰਸਾਰ ਜਦੋਂ ਦਾ ਇੰਟਰੋਡਿਊਸ ਹੋਇਆ ਹੈ, ਖਾਸ ਤੌਰ ਤੇ ਜਦੋਂ ਤੋਂ ਭਾਸ਼ਾ, ਅੱਖਰ, ਸ਼ਬਦ ਕੰਪਿਊਟਰ ਦੇ ਕੰਧਾੜੇ ਚੜ੍ਹ ਕੇ ਸਾਡੇ ਕੋਲੇ ਆਏ ਨੇ, ਉਦੋਂ ਤੋਂ ਭਾਸ਼ਾਵਾਂ ਦੇ ਵਿਕਾਸ ਦੇ ਵਿੱਚ ਜਾਂ ਸਾਡੀ ਜ਼ਿੰਦਗੀ ਦੇ ਵਿੱਚ ਕੰਪਿਊਟਰ ਦਾ ਬਹੁਤ ਵੱਡਾ ਰੋਲ, ਬਹੁਤ ਵੱਡੀ ਭੂਮਿਕਾ ਪੈਦਾ ਹੋ ਗਈ। ਤੇ ਅਸੀਂ ਗੱਲ ਇੱਥੋਂ ਸ਼ੁਰੂ ਕਰਾਂਗੇ ਕਿ ਜਦੋਂ ਤੋਂ ਇਹ ਕੰਪਿਊਟਰ ਆਇਆ, ਇੰਟਰਨੈਟ ਆਇਆ, ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਇਸ ਡਿਜੀਟਲ ਸੰਸਾਰ ਦੇ ਵਿੱਚ ਅੰਗਰੇਜ਼ੀ ਦਾ ਗਲਬਾ ਹੈ, ਪਰ ਹੌਲੀ ਹੌਲੀ ਖੇਤਰੀ ਭਾਸ਼ਾਵਾਂ ਇਹਦੇ ਵਿੱਚ ਆਉਣੀਆਂ ਸ਼ੁਰੂ ਹੋਈਆਂ। ਤੇ ਅਸੀਂ ਤੁਹਾਡੇ ਤੋਂ ਇਹ ਜਾਣਨਾ ਸ਼ੁਰੂ ਕਰਾਂਗੇ ਕਿ ਇਸ ਵੇਲੇ ਕੀ ਸਥਿਤੀ ਹੈ, ਖੇਤਰੀ ਭਾਸ਼ਾਵਾਂ ਦੁਨੀਆ ਦੀਆਂ ਕਿੰਨੀਆਂ ਇਸ ਡਿਜੀਟਲ ਸੰਸਾਰ ਦੇ ਵਿੱਚ ਆ ਚੁੱਕੀਆਂ ਨੇ ਤੇ ਅੰਗਰੇਜ਼ੀ ਦੀ ਇਸ ਜਿਹੜੀ ਮੋਨੋਪੋਲੀ ਹੈ ਉਹਨੂੰ ਤੋੜਨ ਦੇ ਵਿੱਚ ਬਾਕੀ ਭਾਸ਼ਾਵਾਂ ਕਿੰਨਾ ਕਾਮਯਾਬ ਹੋਈਆਂ ਨੇ। ਡਾਕਟਰ CP ਕੰਬੋਜ ਜੀ, ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਕੁਲਦੀਪ ਜੀ ਤੇ ਡਾਕਟਰ ਸਰਬਜੀਤ ਕੌਰ ਸੋਹਲ ਜੀ, ਪੰਜਾਬ ਸਾਹਿਤ ਅਕੈਡਮੀ ਦੇ ਪ੍ਰਧਾਨ ਨੇ। ਮੈਨੂੰ ਲੱਗਦਾ ਕਿ ਜਿਹੜਾ ਤੁਸੀਂ ਵਿਸ਼ਾ ਰੱਖਿਆ ਬਹੁਤ ਵਧੀਆ, ਅਜੋਕੇ ਸਮੇਂ ਦੀ ਲੋੜ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਦੇ ਬਾਰੇ, ਬਹੁਤ ਸਾਰੇ ਮਸਲਿਆਂ ਦੇ ਬਾਰੇ ਇਸ਼ਾਰਾ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੇ ਕਰ ਦਿੱਤਾ ਹੈ ਕਿ ਕਿਹੜੇ ਕਿਹੜੇ ਮਸਲੇ ਨੇ। ਜਿਹੜਾ ਅੱਜ ਦਾ ਇਹ ਸੈਸ਼ਨ ਹੈ, ਤੁਸੀਂ ਉਹਦੇ ਲਈ ਮੈਨੂੰ ਜਿਹੜਾ ਹੈ ਉਹ ਹੁਕਮ ਕੀਤਾ। ਮੈਂ ਹਾਜ਼ਰ ਹਾਂ। ਮਾਹਿਰ ਤਾਂ ਨਹੀਂ ਇਸ ਵਿਸ਼ੇ ਦਾ, ਪਰ ਜਿੰਨਾ ਕੁ ਖੋਜ ਕਾਰਜ ਮੈਂ ਕੀਤਾ ਹੈ ਜਾਂ ਪੰਜਾਬੀ ਭਾਸ਼ਾ ਦੇ ਨਾਲ ਜੋੜ ਕੇ ਕੰਪਿਊਟਰ ਦੇ ਖੇਤਰ ਦੇ ਵਿੱਚ ਅਸੀਂ ਜੋ ਕੁਝ ਦੇਖਿਆ ਉਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਅੱਜ ਦੇ ਸੈਸ਼ਨ ਨੂੰ ਮੈਂ ਦੋ ਹਿੱਸਿਆਂ ਦੇ ਵਿੱਚ ਵੰਡ ਲੈਂਦਾ। ਪਹਿਲਾਂ, ਜਿਵੇਂ ਕਿ ਆਪ ਜੀ ਨੇ ਦੱਸਿਆ ਹੈ ਕਿ ਪੰਜਾਬੀ ਪਿਆਰਿਆਂ ਨੂੰ ਜਿਹੜੇ ਇਸ ਮੰਚ ਦੇ ਨਾਲ ਜੁੜੇ ਹੋਏ ਸਾਡੇ ਸਰੋਤੇ ਨੇ, ਜਾਂ ਲਾਈਵ ਸਟ੍ਰੀਮ ਵੀ ਹੋ ਰਿਹਾ ਸਾਡਾ ਪ੍ਰੋਗਰਾਮ, ਉੱਥੇ ਬਹੁਤ ਸਾਰੇ ਲੋਕ ਇਹ ਜਾਣਨ ਦੀ ਇੱਛਾ ਰੱਖਦੇ ਹੋਣਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਕੀ ਕੁਝ ਹੋ ਚੁੱਕਿਆ, ਕਿਹੜੇ ਸੌਫਟਵੇਅਰ ਬਣ ਚੁੱਕੇ ਨੇ, ਜਾਂ ਕਿੰਨੀ ਕੁ ਜਿਹੜੀ ਡਿਜੀਟਾਈਜੇਸ਼ਨ ਹੋ ਚੁੱਕੀ ਹੈ। ਸੋ ਉਸ ਕੰਮ ਦੇ ਵਿੱਚ ਜਿੰਨਾ ਕੁਛ ਉਸ ਖੇਤਰ ਦੇ ਵਿੱਚ ਹੋਇਆ, ਉਹਦੇ ਬਾਰੇ ਆਪਾਂ ਪਹਿਲਾਂ ਜਿਹੜੀ ਹੈ ਗੱਲਬਾਤ ਕਰਾਂਗੇ, ਜਾਣਕਾਰੀ ਤੁਹਾਨੂੰ ਦੇਵਾਂਗਾ ਤੇ ਬਾਅਦ ਵਿੱਚ ਅਸੀਂ ਹੁਣ ਤੱਕ ਜਿਹੜੇ ਸੌਫਟਵੇਅਰ ਬਣੇ ਨੇ, ਜਾਂ ਅਗਾਂਹ ਅਸੀਂ ਭਵਿੱਖ ਦੇਖੀਏ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ, ਤਾਂ ਉਹਦੇ ਸਨਮੁਖ ਪੰਜਾਬੀ ਜ਼ੁਬਾਨ ਦੇ ਵਿੱਚ ਕਿਹੜੀਆਂ ਚੁਣੌਤੀਆਂ ਨੇ ਤੇ ਉਹਨਾਂ ਨੂੰ ਅਸੀਂ ਹੱਲ ਕਿਵੇਂ ਕਰਨਾ ਹੈ। ਸੋ ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਸੋ ਪਹਿਲੀ ਸਾਡੇ ਕੋਲ ਮਸਲਾ ਹੈ ਪੰਜਾਬੀ ਭਾਸ਼ਾ ਦੀ ਕੰਪਿਊਟਰਕਾਰੀ, ਜਾਂ ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ ਜਿਹਨੂੰ ਅਸੀਂ ਕਹਿ ਲਈਏ। ਸਾਡੇ ਕੋਲ ਦੋ ਜਿਹੜੇ ਸ਼ਬਦ ਨੇ, ਦੋ ਟਰਮ ਨੇ, ਇੱਕ ਕੰਪਿਊਟਰ ਦਾ ਪੰਜਾਬੀਕਰਨ ਤੇ ਦੂਸਰਾ ਪੰਜਾਬੀ ਦਾ ਕੰਪਿਊਟਰੀਕਰਨ। ਦੋਸਤੋ, ਜਦੋਂ ਅਸੀਂ ਆਪਣੇ ਕੰਪਿਊਟਰ ਦੇ ਉੱਤੇ, ਸਮਾਰਟਫੋਨ ਦੇ ਉੱਤੇ ਸੈਟਿੰਗ ਦੇ ਵਿੱਚ ਜਾ ਕੇ ਅਸੀਂ ਭਾਸ਼ਾ ਪੰਜਾਬੀ ਦੀ ਚੋਣ ਕਰ ਲੈਂਦੇ ਹਾਂ, ਤਾਂ ਕੰਪਿਊਟਰ, ਸਾਡਾ ਸਮਾਰਟਫੋਨ ਸਾਡੇ ਨਾਲ ਪੰਜਾਬੀ ਜ਼ੁਬਾਨ ਦੇ ਵਿੱਚ ਗੱਲ ਕਰਨ ਲੱਗ ਜਾਂਦਾ। ਸਾਡੇ ਨਾਲ ਰਾਬਤਾ ਜਿਹੜਾ ਹੈ ਉਹ ਕੰਪਿਊਟਰ ਪੰਜਾਬੀ ਜ਼ੁਬਾਨ ਦੇ ਵਿੱਚ ਬਣਾ ਲੈਂਦਾ ਹੈ। ਅਸੀਂ ਸਾਰੇ ਮੈਨਿਊ, ਸਾਰੇ ਸਕਰੀਨ ਦੇ ਉੱਤੇ ਨਜ਼ਰ ਆਉਣ ਵਾਲੀਆਂ ਕਮਾਂਡਾਂ ਉਹ ਪੰਜਾਬੀ ਜ਼ੁਬਾਨ ਦੇ ਵਿੱਚ ਪੜ੍ਹ ਸਕਦੇ ਹਾਂ। ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਹੈ ਉਹ ਕੰਪਿਊਟਰ ਦਾ ਪੰਜਾਬੀਕਰਨ ਹੋ ਗਿਆ, ਜਾਂ ਮੋਬਾਈਲ ਫੋਨ ਦਾ, ਸਮਾਰਟਫੋਨ ਦਾ ਪੰਜਾਬੀਕਰਨ ਹੋ ਗਿਆ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪੰਜਾਬੀ ਭਾਸ਼ਾ ਦੇ ਵਿੱਚ ਕੰਮ ਕਰਨ ਦੇ ਲਈ ਸਾਡੇ ਕੋਲ ਸੌਫਟਵੇਅਰ ਕਿਹੜੇ ਨੇ, ਕਿ ਟਾਈਪ ਕਰਨ ਦੇ ਲਈ ਸਾਡੇ ਕੋਲ ਚੰਗੀਆਂ ਤਕਨੀਕਾਂ ਨੇ, ਸੌਖਿਆਂ ਟਾਈਪ ਕੀਤਾ ਜਾ ਸਕਦਾ ਹੈ, ਕਿ ਸਾਡੇ ਕੋਲ ਸ਼ਬਦ ਜੋੜ ਚੈੱਕ ਕਰਨ ਦੇ ਵਾਸਤੇ ਸਪੈਲ ਚੈੱਕਰ ਨੇ, ਗ੍ਰਾਮਰ ਚੈੱਕਰ ਹੈ, ਜਾਂ ਹੋਰ ਇਸ ਤਰ੍ਹਾਂ ਦੇ ਟੂਲ ਜਿਹੜੇ ਨੇ, ਔਜ਼ਾਰ, ਜਿਹੜੇ ਤਕਨੀਕੀ ਔਜ਼ਾਰ ਨੇ, ਉਹ ਉਪਲਬਧ ਹੈਗੇ ਨੇ ਕਿ ਨਹੀਂ ਹੈਗੇ। ਇਹ ਸਾਰੀਆਂ ਚੀਜ਼ਾਂ ਸੰਬੰਧਿਤ ਨੇ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਨਾਲ। ਮਤਲਬ ਦੋਨੇ
ਵਿਸ਼ੇ ਜਿਹੜੇ ਨੇ ਇੱਕ ਦੂਜੇ ਤੋਂ ਬਿਲਕੁਲ ਅਲੱਗ ਨੇ। ਸੋ ਦੋਨਾਂ ਵਿਸ਼ਿਆਂ ਦੇ ਵਿੱਚ ਕੰਮ ਹੋਇਆ। ਕੰਪਿਊਟਰ ਦੇ ਪੰਜਾਬੀਕਰਨ ਦੇ ਵਿੱਚ ਕੰਮ ਹੋ ਚੁੱਕਿਆ। ਇਹ ਵੱਖਰੀ ਗੱਲ ਹੈ ਕਿ ਜਦੋਂ ਅਸੀਂ ਆਪਣੇ ਫੋਨ ਨੂੰ ਜਦੋਂ ਪੰਜਾਬੀ ਦੇ ਵਿੱਚ ਬਦਲ ਲੈਂਦੇ ਹਾਂ ਤਾਂ ਸਾਨੂੰ ਥੋੜੀ ਜਿਹੀ ਔਖ ਜਿਹੀ ਮਹਿਸੂਸ ਹੁੰਦੀ ਹੈ, ਕੁਝ ਸ਼ਬਦ ਬੜੇ ਅਟਪਟੇ ਜਿਹੇ ਲੱਗਦੇ ਨੇ। ਇਸੇ ਤਰ੍ਹਾਂ ਕੰਪਿਊਟਰ ਦੇ ਵਿੱਚ ਵੀ ਪੰਜਾਬੀ ਭਾਸ਼ਾ ਦੇ ਵਿੱਚ ਕੰਪਿਊਟਰ ਸਾਡੇ ਨਾਲ ਗੱਲਬਾਤ ਕਰ ਸਕਦਾ ਹੈ, ਪਰ ਉਹ ਸ਼ਬਦ ਸਾਨੂੰ ਰੜਕਦੇ ਨੇ। ਕੁਝ ਤਾਂ ਅਨੁਵਾਦ ਦੀਆਂ ਗਲਤੀਆਂ ਹੋ ਸਕਦੀਆਂ ਨੇ, ਤੇ ਕੁਝ ਇਹ ਵੀ ਹੈ ਕਿ ਕੋਈ ਚੀਜ਼ਾਂ ਜਦੋਂ ਅਸੀਂ ਵਰਤਦੇ ਨਹੀਂ, ਸਾਰਾ ਕੁਝ ਅੰਗਰੇਜ਼ੀ ਦੇ ਵਿੱਚ ਦੇਖ ਰਹੇ ਹਾਂ, ਕੰਟਰੋਲ ਪੈਨਲ ਅੰਗਰੇਜ਼ੀ 'ਚ ਅਸੀਂ ਦੇਖ ਸੁਣ ਰਹੇ ਹਾਂ, ਜੇ ਉੱਥੇ ਨਿਯੰਤਰਣ ਕੇਂਦਰ ਆ ਜਾਂਦਾ ਤੇ ਸਾਨੂੰ ਓਪਰਾ ਲੱਗਦਾ ਹੈ। ਸੋ ਇਹ ਗੱਲ ਤਾਂ ਸਪਸ਼ਟ ਹੈ ਕਿ ਕੰਪਿਊਟਰ ਦਾ ਪੰਜਾਬੀਕਰਨ ਹੋ ਚੁੱਕਿਆ ਹੈ, ਉਹਨੂੰ ਸਾਨੂੰ ਵਰਤਣਾ ਚਾਹੀਦਾ ਹੈ। ਮੋਬਾਈਲ ਫੋਨ ਦੇ ਵਿੱਚ ਵੀ ਪੰਜਾਬੀ ਵਾਲੇ ਵਿਕਲਪ ਲੈਣਾ ਚਾਹੀਦਾ ਹੈ, ਕੰਪਿਊਟਰ ਦੇ ਵਿੱਚ ਵੀ ਲੈਣਾ ਚਾਹੀਦਾ, ਤੇ ਜਿੱਥੇ ਜਿੱਥੇ ਕਮੀਆਂ ਨੇ ਜਾਂ ਨਵੇਂ ਸ਼ਬਦ ਅਸੀਂ ਪਾ ਸਕਦੇ ਹਾਂ ਤਾਂ ਉਹ ਅਨੁਵਾਦ ਕੀਤੇ ਹੋਏ ਨਵੇਂ ਸ਼ਬਦ ਸਾਨੂੰ ਮਾਹਿਰਾਂ ਨੂੰ ਸੁਝਾਉਣੇ ਚਾਹੀਦੇ ਨੇ ਵੀ ਇਹਦੀ ਥਾਂ ਤੇ ਅਸੀਂ ਕੀ ਵਰਤੀਏ। ਹੁਣ ਅਗਲੀ ਗੱਲ ਹੈ ਕਿ ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ ਜਾਂ ਕੰਪਿਊਟਰਕਾਰੀ, ਉਹਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਸਾਡੇ ਕੋਲ ਵਿਸ਼ਾ ਆਉਂਦਾ ਹੈ ਫੌਂਟਾਂ ਦਾ, ਕਿਉਂਕਿ ਜਿੰਨੇ ਵੀ ਸੌਫਟਵੇਅਰ ਕੰਪਿਊਟਰ ਦੇ ਉੱਤੇ ਅਸੀਂ ਚਲਾਉਣੇ ਨੇ, ਕੰਪਿਊਟਰ ਨੂੰ ਅਸੀਂ ਤਾਂ ਹੀ ਚਲਾ ਸਕਾਂਗੇ, ਵਰਤ ਸਕਾਂਗੇ ਜੇ ਅਸੀਂ ਉਹਦੇ ਉੱਤੇ ਟਾਈਪ ਕਰ ਲਈਏ। ਕਿਉਂਕਿ ਕੰਪਿਊਟਰ ਨੂੰ ਇਨਪੁਟ ਦੇਣ ਦੇ ਲਈ, ਕੰਪਿਊਟਰ ਨੂੰ ਦਿਸ਼ਾ ਨਿਰਦੇਸ਼ ਦੇਣ ਦੇ ਲਈ ਸਾਨੂੰ ਕੀਬੋਰਡ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਸੋ ਕੀਬੋਰਡ ਦੇ ਨਾਲ ਜਦੋਂ ਅਸੀਂ ਜੁੜਦੇ ਹਾਂ ਤਾਂ ਟਾਈਪਿੰਗ ਕਰਨੀ ਸਾਨੂੰ ਪੰਜਾਬੀ ਦੇ ਵਿੱਚ ਆਉਣੀ ਚਾਹੀਦੀ ਹੈ। ਤੇ ਟਾਈਪ ਕਰਨ ਦਾ ਜਦੋਂ ਮਸਲਾ ਉੱਭਰਦਾ ਹੈ ਤੇ ਸਾਡੇ ਕੋਲ ਫੌਂਟਾਂ ਦਾ ਨਾਮ ਆਉਂਦਾ ਹੈ। ਕੋਈ ਵੀ ਭਾਸ਼ਾ ਦੇ ਵਿੱਚ ਟਾਈਪ ਕਰਨਾ ਹੋਵੇ ਤਾਂ ਉਸ ਭਾਸ਼ਾ ਦਾ ਫੌਂਟ ਸਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਫੌਂਟਾਂ ਦੀ ਗੱਲ ਚੱਲਦੀ ਤੇ ਅਸੀਂ ਉਸ ਇਤਿਹਾਸ ਵੱਲ ਵੀ ਝਾਤੀ ਮਾਰ ਲਈਏ ਕਿ 1984 ਦੇ ਵਿੱਚ ਪਹਿਲੀ ਵਾਰ ਡਾਕਟਰ ਕੁਲਬੀਰ ਸਿੰਘ ਥਿੰਦ ਨੇ ਪੰਜਾਬੀ ਦਾ ਫੌਂਟ ਬਣਾਇਆ ਸੀ। ਤਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਕੰਪਿਊਟਰ ਦੇ ਉੱਤੇ 1984 ਦੇ ਵਿੱਚ ਚੜੀ, ਡਾਕਟਰ ਕੁਲਬੀਰ ਸਿੰਘ ਥਿੰਦ ਹੋਰਾਂ ਦੀਆਂ ਕੋਸ਼ਿਸ਼ਾਂ ਦੇ ਸਦਕਾ। ਉਸ ਸਮੇਂ ਜਿਹੜੇ ਫੌਂਟ ਬਣਾਏ ਗਏ ਉਹਨਾਂ ਫੌਂਟਾਂ ਦੇ ਵਿੱਚ ਕੋਈ ਮਿਆਰ ਨਹੀਂ ਸੀਗਾ। ਕਾਰਨ ਇਹ ਸੀ ਕਿ ਉਸ ਸਮੇਂ ਦੀ ਲੋੜ ਸੀ ਕਿ ਇੱਕ ਅਸੀਂ ਟਾਈਮ ਪਾਸ ਕਰਨਾ ਸੀ, ਅੰਗਰੇਜ਼ੀ ਭਾਸ਼ਾ ਦੇ ਜਿਹੜੇ ਕੋਡ ਸੀਗੇ, ਅੰਗਰੇਜ਼ੀ ਭਾਸ਼ਾ ਦੀ ਜਿਹੜੀ ਵਿਉਂਤਬੰਦੀ ਸੀ, ਉਸੇ ਨੂੰ ਹੀ ਅਸੀਂ ਵਰਤ ਲਿਆ। ਤੇ ਜਿੱਥੇ ਕੇ ਸੀ ਉੱਥੇ ਕੱਕਾ ਪਾਤਾ, ਸੀ ਤੇ ਚੱਚਾ ਪਾਤਾ, ਜਾਂ ਥੋੜੀ ਜਿਹੀ ਤਬਦੀਲੀ ਕਰਕੇ ਅਸੀਂ ਅਸੀਸ ਫੌਂਟ ਬਣਾ ਲਿਆ, ਅਨਮੋਲ ਫੌਂਟ ਬਣਾ ਲਿਆ। ਸੋ ਇਹ ਫੌਂਟਾਂ ਦਾ ਦੌਰ ਚੱਲਦਾ ਰਿਹਾ ਤੇ ਚਲਦੇ ਚਲਦੇ 1984 ਤੋਂ ਲੈ ਕੇ ਹੁਣ ਤੱਕ 500 ਤੋਂ ਵੱਧ ਇਹ ਫੌਂਟ ਬਣ ਚੁੱਕੇ ਨੇ। ਪਰ ਜਦੋਂ ਅਸੀਂ ਟਾਈਪ ਅੰਗਰੇਜ਼ੀ ਦੇ ਵਿੱਚ ਕਰਦੇ ਹਾਂ ਸਾਨੂੰ ਕੋਈ ਸਮੱਸਿਆ ਨਹੀਂ ਆਉਂਦੀ, ਪੰਜਾਬੀ ਦੇ ਵਿੱਚ ਟਾਈਪ ਕਰਦੇ ਹਾਂ ਹੀ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਸਾਨੂੰ ਜੂਝਣਾ ਪੈਂਦਾ ਹੈ। ਕਾਰਨ ਹੈ ਕਿ ਅੰਗਰੇਜ਼ੀ ਦੇ ਵਿੱਚ ਤੁਸੀਂ ਜਿਵੇਂ ਟਾਈਮ ਨੂੰ ਰੋਮਨ ਵਿੱਚ ਟਾਈਪ ਕਰਦੇ ਹੋ, ਸ਼ੇਪ ਜਿਹੜੀ ਹੈ ਉਹਦੀ ਅੱਖਰ ਨਹੀਂ ਪਸੰਦ ਆ ਰਹੇ ਤਾਂ ਉੱਤੇ ਅਸੀਂ ਏਰੀਅਲ ਫੌਂਟ ਲਾ ਦਈਏ, ਅੱਖਰ ਨਹੀਂ ਬਦਲਣਗੇ, ਸਿਰਫ ਉਹਦੀ ਜਿਹੜੀ ਸੁੰਦਰਤਾ ਦੇ ਵਿੱਚ ਵਾਧਾ ਹੋਏਗਾ, ਸ਼ੇਪ ਬਦਲੇਗੀ। ਸੋ ਉਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਅੰਗਰੇਜ਼ੀ ਦੇ ਵਿੱਚ ਨਹੀਂ ਪਰ ਪੰਜਾਬੀ ਦੇ ਵਿੱਚ ਸੀਗੀਆਂ, ਉਹਨਾਂ ਸਮੱਸਿਆਵਾਂ ਦੇ ਸਿੱਟੇ ਵਜੋਂ ਕੀ ਸੀਗਾ ਕਿ ਇੱਕ ਕੰਪਿਊਟਰ ਦੇ ਵਿੱਚ ਟਾਈਪ ਕੀਤਾ ਹੋਇਆ ਮੈਟਰ ਦੂਜੇ ਕੰਪਿਊਟਰ ਤੇ ਜਾ ਕੇ ਬਦਲ ਜਾਂਦਾ ਹੈ। ਸਮੱਸਿਆ ਇਹ ਇਕੱਲੀ ਪੰਜਾਬੀ ਦੀ ਨਹੀਂ ਹੈ, ਇਹ ਹਿੰਦੀ, ਉਰਦੂ, ਜਿਹੜੀ ਹੈ ਤੇਲਗੂ, ਕੰਨੜ ਤੇ ਹੋਰ ਜਿਹੜੀਆਂ ਗੈਰ ਅੰਗਰੇਜ਼ੀ ਭਾਸ਼ਾਵਾਂ ਨੇ ਉਹਨਾਂ ਸਾਰੀਆਂ ਦੀ ਸਮੱਸਿਆ ਸੀ। ਸੋ ਸਾਰੀ ਦੁਨੀਆ ਦੇ ਕੰਪਿਊਟਰ ਵਿਗਿਆਨੀ, ਸਾਰੀ ਦੁਨੀਆ ਦੇ ਭਾਸ਼ਾ ਵਿਗਿਆਨੀ 1991 ਦੇ ਵਿੱਚ ਇਕੱਠੇ ਹੋਏ, ਉਹਨਾਂ ਨੇ ਇੱਕ ਵੱਡਾ ਕੋਡ ਬਣਾਇਆ ਜਿਹਦਾ ਨਾਮ ਰੱਖਿਆ ਯੂਨੀਕੋਡ। ਯੂਨੀਕੋਡ ਜਦੋਂ ਦਾ ਆਇਆ ਸਾਰੀਆਂ ਭਾਸ਼ਾਵਾਂ ਕੰਪਿਊਟਰ ਦੇ ਉੱਤੇ ਅਮਰ ਹੋ ਗਈਆਂ, ਪੰਜਾਬੀ ਜ਼ੁਬਾਨ ਵੀ ਅਮਰ ਹੋ ਗਈ, ਕਿਉਂਕਿ ਪੰਜਾਬੀ ਜ਼ੁਬਾਨ ਨੂੰ ਆਪਣਾ ਇੱਕ ਵੱਖਰਾ ਕੋਡ ਦਾਇਰਾ ਮਿਲ ਗਿਆ, ਹਰ ਇੱਕ ਅੱਖਰ ਦਾ ਇੱਕ ਫਿਕਸ, ਇੱਕ ਵਿਲੱਖਣ ਕੋਡ ਮਿਲ ਗਿਆ। ਸੋ 1991 ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਫੌਂਟਾਂ ਦਾ ਮਿਆਰੀਕਰਨ ਹੋ ਗਿਆ। ਔਰ ਪੰਜਾਬ ਸਰਕਾਰ ਨੇ ਜਿਹੜਾ 2014 ਦੇ ਵਿੱਚ ਇੱਕ ਚਿੱਠੀ ਕੱਢ ਕੇ ਸਾਰੇ ਦਫ਼ਤਰਾਂ ਨੂੰ ਇਹ ਜਿਹੜਾ ਹੈ ਹੁਕਮ ਜਾਰੀ ਕਰ ਦਿੱਤਾ ਕਿ ਦਫ਼ਤਰੀ ਕੰਮਕਾਜ ਯੂਨੀਕੋਡ ਫੌਂਟਾਂ ਦੇ ਵਿੱਚ ਹੀ ਹੋਵੇ। ਪਰ ਅਜੇ ਵੀ ਸਵਾਲ ਉੱਠਦੇ ਨੇ ਕਿ ਇੰਨੇ ਸਾਰੇ ਫੌਂਟ ਕਿਉਂ ਬਣ ਗਏ, ਕੋਈ ਇੱਕ ਮਿਆਰ ਕਿਉਂ ਨਹੀਂ ਬਣਦਾ। ਸੋ ਇੱਥੇ ਗੱਲ ਸਮਝ ਲੈਣੀ ਸਾਨੂੰ ਚਾਹੀਦੀ ਹੈ ਕਿ ਮਿਆਰ ਬਣ ਚੁੱਕਿਆ, ਉਹਨੂੰ ਸਮਝਣ ਦੀ, ਉਹਨੂੰ ਵਰਤਣ ਦੀ, ਉਹਨੂੰ ਅਮਲੀ ਰੂਪ ਦੇ ਵਿੱਚ ਲਿਆਉਣ ਦੇ ਲਈ ਸਾਨੂੰ ਖੁਦ ਜਿਹੜੀ ਹੈ ਉਹਦੇ ਲਈ ਸਿਖਲਾਈ ਲੈਣੀ ਪੈ ਸਕਦੀ ਹੈ ਜਾਂ ਸਾਨੂੰ ਉਹਦੇ ਬਾਰੇ ਜਾਗਰੂਕਤਾ ਹੋਣੀ ਚਾਹੀਦੀ ਹੈ। ਸੋ ਇਹ ਗੱਲ ਤਾਂ ਬਿਲਕੁਲ ਸਪਸ਼ਟ ਹੋ ਗਈ ਕਿ ਫੌਂਟਾਂ ਦੇ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈ। ਕਮੀ ਇਹ ਹੈ ਕਿ ਜਿਹੜੇ ਯੂਨੀਕੋਡ ਵਾਲੇ ਹੁਣ ਨਵੇਂ ਮੁਹਾਂਦਰੇ ਵਾਲੇ ਫੌਂਟ ਜਿਨ੍ਹਾਂ ਦੇ ਉੱਤੇ ਅਸੀਂ ਜ਼ੋਰ ਲਗਾ ਰਹੇ ਹਾਂ ਕਿ ਇਹ ਵਰਤਣੇ ਚਾਹੀਦੇ ਨੇ, ਇਹ ਵਰਤਾਂਗੇ ਤਦ ਜੇ ਸੋਹਣੇ ਖੂਬਸੂਰਤ ਫੌਂਟ ਕਾਫੀ ਸਾਰੇ ਸਾਡੇ ਕੋਲ ਹੋਣਗੇ। ਜਿਵੇਂ 500 ਫੌਂਟ ਪੁਰਾਣੇ ਸੀ, ਉਹ ਫੌਂਟ ਤਾਂ ਇੱਕ ਨਾਲ ਦੂਜਾ ਰਲਦਾ ਨਹੀਂ ਸੀਗਾ। ਅਸੀਂ ਅਨਮੋਲ ਵਿੱਚ ਟਾਈਪ ਕਰਦੇ ਸੀ ਤੇ ਅਸੀਸ ਫੌਂਟ ਲਗਾਉਣ ਦੇ ਨਾਲ
ਅਰਥ ਅਨਰਥ ਹੋ ਜਾਂਦੇ ਸੀ। ਪਰ ਜੇ ਹੁਣ ਯੂਨੀਕੋਡ ਵਿਉਂਤ ਵਾਲੇ ਯੂਨੀਕੋਡ ਸਿਸਟਮ ਵਾਲੇ ਅਸੀਂ ਫੌਂਟ ਬਣਾਈਏ ਵੱਧ ਤੋਂ ਵੱਧ, ਤਾਂ ਮੈਨੂੰ ਲੱਗਦਾ ਹੈ ਕਿ ਭਾਸ਼ਾ ਦੇ ਵਿੱਚ ਤਰੱਕੀ ਆਏਗੀ। ਜਿਹੜੇ ਲੋਕ, ਜਿਵੇਂ ਡਾਕਟਰ ਸੋਹਲ ਹੋਰਾਂ ਨੇ ਕਿਹਾ ਕਿ ਪ੍ਰਿੰਟਿੰਗ ਦੇ ਵਿੱਚ, ਛਪਾਈ ਦੇ ਵਿੱਚ ਅਜੇ ਵੀ ਲੋਕ ਜਿਹੜਾ ਹੈ ਉਹ ਸਤਲੁਜ ਨੂੰ ਵਰਤ ਰਹੇ ਨੇ, ਯੂਨੀਕੋਡ ਫੌਂਟਾਂ ਨੂੰ ਅਜੇ ਵੀ ਅਪਣਾ ਨਹੀਂ ਰਹੇ। ਸੋ ਕਿਤੇ ਨਾ ਕਿਤੇ ਇਹ ਵੀ ਘਾਟ ਹੈ ਕਿ ਯੂਨੀਕੋਡ ਦੇ ਵਿੱਚ ਖੂਬਸੂਰਤ ਫੌਂਟ ਨਹੀਂ ਨੇ। ਪਰ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਅੱਜ ਦੀ ਤਾਰੀਖ ਦੇ ਵਿੱਚ 60 ਤੋਂ ਵੱਧ ਯੂਨੀਕੋਡ ਫੌਂਟ ਬਣ ਚੁੱਕੇ ਨੇ। 5 ਫੌਂਟ ਦਾ ਇੱਕ ਖੂਬਸੂਰਤ ਗੁਲਦਸਤਾ, ਇੱਕ ਤੋਹਫਾ ਜਿਹੜਾ ਹੈ ਉਹ ਪਿਛਲੇ 1 ਸਾਲ ਤੋਂ ਮੈਂ ਤਿਆਰ ਕਰ ਰਿਹਾ। ਅਗਲੇ ਮਹੀਨੇ ਪੰਜਾਬੀ ਯੂਨੀਵਰਸਿਟੀ ਉਹਨੂੰ ਜਾਰੀ ਕਰਨ ਜਾ ਰਹੀ ਹੈ। ਸੋ ਉਹ ਯੂਨੀਕੋਡ ਬੇਸਡ ਜਿਹੜੇ ਫੌਂਟ ਨੇ, ਸਾਡੇ ਕੋਲ 65-70 ਦੇ ਕਰੀਬ ਫੌਂਟ ਹੋ ਜਾਣਗੇ। ਪਰ ਅਸੀਂ ਸਿਰਫ ਇਕੱਲੇ ਰਾਵੀ ਫੌਂਟ ਨੂੰ ਹੀ ਯੂਨੀਕੋਡ ਸਮਝੀ ਬੈਠੇ ਹਾਂ। ਸੋ ਲੋੜ ਇਹ ਹੈ ਕਿ ਬਾਕੀ ਦੇ ਜਿਹੜੇ 60-65 ਫੌਂਟ ਨੇ, ਉਹਨਾਂ ਵਿੱਚੋਂ 7-8 ਫੌਂਟ ਇੰਨੇ ਖੂਬਸੂਰਤ ਨੇ ਕਿ ਉਹਦੇ ਬਦਲੇ ਦੇ ਸਾਡੇ ਕੋਲ ਪੁਰਾਣੇ ਫੌਂਟ ਸਤਲੁਜ ਵਰਗੇ ਵੀ ਨਹੀਂ। ਸੋ ਸਾਨੂੰ ਆਪਣੀਆਂ ਕਿਤਾਬਾਂ ਜਿਹੜੀਆਂ ਨੇ ਯੂਨੀਕੋਡ ਦੇ ਵਿੱਚ ਛਪਵਾਉਣੀਆਂ ਚਾਹੀਦੀਆਂ ਨੇ। ਸੋ ਅਗਲਾ ਜਿਹੜਾ ਮਸਲਾ ਇਹ ਆਉਂਦਾ ਹੈ ਕਿ ਕੰਬੋ ਸਾਹਿਬ, ਇੱਥੇ 1 ਮਿੰਟ ਲਈ ਮੈਂ ਤੁਹਾਨੂੰ ਰੋਕ ਰਿਹਾ। ਤੁਸੀਂ ਬਹੁਤ ਖੂਬਸੂਰਤ ਗੱਲ ਕੀਤੀ ਹੈ, ਜਿਹੜੀ ਗੱਲ ਦਾ ਬਹੁਤ ਲੋਕਾਂ ਨੂੰ ਪਤਾ ਨਹੀਂ ਹੈਗਾ। ਸੱਚਮੁੱਚ ਅਸੀਂ ਰਾਵੀ ਫੌਂਟ ਹੀ ਯੂਜ਼ ਕਰਦੇ ਹਾਂ। ਇਹ ਜਿਹੜੇ ਬਾਕੀ ਫੌਂਟ ਤੁਸੀਂ 60 ਦੀ ਗੱਲ ਕੀਤੀ ਹੈ, ਇਹ ਕਿਹੜੇ ਪਲੇਟਫਾਰਮ ਤੇ ਇੰਟਰੋਡਿਊਸ ਨੇ ਤੇ ਕਿੱਥੋਂ ਅਸੀਂ ਇਹਨਾਂ ਨੂੰ ਲੈ ਸਕਦੇ ਹਾਂ? ਇਹ ਵੀ ਪਲੀਜ਼ ਨਾਲ ਥੋੜਾ ਜਿਹਾ ਕਲੀਅਰ ਕਰ ਦਿਓ ਜੀ। ਕੁਝ ਫੌਂਟਾਂ ਦੇ ਨਾਮ ਮੈਂ ਤੁਹਾਨੂੰ ਇੱਥੇ ਗਿਣਾ ਸਕਦਾ। ਜੀ। ਪੁਰਾਣੀਆਂ ਵਿੰਡੋਜ਼ ਦੇ ਵਿੱਚ ਤਾਂ ਰਾਵੀ ਫੌਂਟ ਆਉਂਦਾ ਸੀ, ਪਰ ਕਈ ਵਾਰ ਲਿਖ ਕੇ ਉਹਨਾਂ ਨੂੰ ਭੇਜਿਆ ਕਿ ਇਹਦੀ ਦਿਖਾਵਟ ਜਿਹੜੀ ਹੈ ਬਹੁਤ ਖੂਬਸੂਰਤ ਨਹੀਂ ਹੈ। ਸੋ ਉਸ ਕਰਕੇ ਉਹਨਾਂ ਨੇ ਵਿੰਡੋ 10 ਜਿਹੜੀ ਹੈ ਜਾਂ ਵਿੰਡੋ 11, ਜਦੋਂ ਤੁਸੀਂ ਇੰਸਟਾਲ ਕਰਦੇ ਹੋ ਤੁਹਾਨੂੰ ਰਾਵੀ ਫੌਂਟ ਨਹੀਂ ਮਿਲੇਗਾ। ਉਹਦੀ ਥਾਂ ਤੇ ਤੁਹਾਨੂੰ ਨਿਰਮਲਾ ਫੌਂਟ ਮਿਲੇਗਾ। ਬੜਾ ਖੂਬਸੂਰਤ ਫੌਂਟ ਹੈ ਔਰ 7 ਭਾਸ਼ਾਵਾਂ ਨੂੰ ਇਹ ਜਿਹੜਾ ਫੌਂਟ ਹੈ ਸਮਰਥਨ ਕਰਦਾ ਹੈ। ਤੋ ਰਾਵੀ ਤੋਂ ਇਲਾਵਾ ਸਾਡੇ ਕੋਲ ਨਿਰਮਲਾ ਫੌਂਟ ਹੈ। ਆਕਾਸ਼ ਫੌਂਟ ਅਸੀਂ ਡਾਕਟਰ ਕੁਲਵੀਰ ਸਿੰਘ ਥਿੰਦ ਦੀ ਵੈਬਸਾਈਟ gurbani-files.org ਤੋਂ ਡਾਊਨਲੋਡ ਕਰ ਸਕਦੇ ਹਾਂ। ਹੁਣ ਤੱਕ ਦਾ ਸਭ ਤੋਂ ਖੂਬਸੂਰਤ ਯੂਨੀਕੋਡ ਫੌਂਟ ਆਕਾਸ਼ ਹੈ। ਮੈਂ ਆਪਣੀਆਂ ਕਿਤਾਬਾਂ ਸਾਰੀਆਂ ਆਕਾਸ਼ ਦੇ ਵਿੱਚ ਛਾਪਦਾ। ਅੰਬਰ ਫੌਂਟ ਹੈ, ਓਅੰਕਾਰ ਫੌਂਟ ਹੈ, ਕਲਮ ਫੌਂਟ ਹੈ ਔਰ ਨਾਨਕ ਲਿਪੀ ਪਰਿਵਾਰ ਦੇ 5 ਫੌਂਟ ਜਿਹੜੇ ਮੈਂ ਤਿਆਰ ਕਰ ਰਿਹਾ। 1 ਮਹੀਨੇ ਦੇ ਬਾਅਦ ਉਹ ਵੀ ਜਿਹੜੇ ਨੇ ਬਹੁਤ ਜਲਦੀ ਤੁਹਾਡੇ ਸਨਮੁਖ ਹੋ ਜਾਣਗੇ। ਸਾਡੇ ਕੋਲ ਸਕਲ ਭਾਰਤੀ ਇੱਕ ਜਿਹੜਾ ਭਾਰਤ ਸਰਕਾਰ ਨੇ ਫੌਂਟ ਬਣਾਇਆ, ਉਹ ਵੀ ਸਾਡੇ ਕੋਲ ਬੜਾ ਖੂਬਸੂਰਤ ਹੈ। ਗੂਗਲ ਦੇ ਨੋਟੋ ਸ਼੍ਰੇਣੀ ਦੇ ਫੌਂਟ ਨੇ, ਨੋਟੋ ਲੜੀ ਦੇ। ਸੋ ਇਹ ਸਾਰੇ ਫੌਂਟ ਅਲੱਗ-ਅਲੱਗ ਥਾਵਾਂ ਤੇ ਪਏ ਨੇ, ਗੂਗਲ ਕਰ ਸਕਦੇ ਹੋ। ਜਾਂ ਜਿਹੜੇ ਅਦਾਰਾ ਜਿੱਥੇ ਮੈਂ ਸੇਵਾ ਕਰ ਰਿਹਾ, ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ, ਉਹਦੀ ਵੈਬਸਾਈਟ ਪੰਜਾਬੀcomputer.com ਦੇ ਉੱਤੋਂ ਤੁਸੀਂ ਇਹ ਡਾਊਨਲੋਡ ਕਰ ਸਕਦੇ ਹੋ। ਮੁਫਤ ਦੇ ਵਿੱਚ ਨੇ ਔਰ ਬਹੁਤ ਹੀ ਖੂਬਸੂਰਤ ਫੌਂਟ ਨੇ। ਸੋ ਸਰ ਇੱਕ ਗੱਲ ਹੋਰ, ਇਹ ਜਿਹੜੇ ਸਾਰੇ ਫੌਂਟ ਤੁਸੀਂ ਇਹਨਾਂ ਦਾ ਨਾਮ ਦੱਸਿਆ, ਜਿਵੇਂ ਅੰਗਰੇਜ਼ੀ ਦੇ ਵਿੱਚ ਆਪਾਂ ਜਦੋਂ ਕਰਦੇ ਹਾਂ ਉੱਪਰ ਆਪਸ਼ਨ ਹੁੰਦੀ ਹੈ, ਤੁਸੀਂ ਜਿਹੜਾ ਫੌਂਟ ਮਰਜ਼ੀ ਚੂਜ਼ ਕਰ ਲਓ, ਟੈਕਸਟ ਤੁਹਾਡੀ ਉਹ 'ਚ ਕਨਵਰਟ ਹੋ ਜਾਂਦੀ ਹੈ। ਮਤਲਬ ਕੋਈ ਵੀ ਫੌਂਟ ਜਿੰਨੇ ਵੀ ਹੈਗੇ ਨੇ ਇਹਦੇ ਅੰਗਰੇਜ਼ੀ ਦੇ, ਕੀ ਪੰਜਾਬੀ ਦੇ ਵਿੱਚ ਇਹ ਸਾਰੇ ਫੌਂਟ ਇਸ ਤਰ੍ਹਾਂ ਮਤਲਬ ਆਟੋ ਚੇਂਜ ਹੋ ਜਾਂਦੇ ਨੇ ਜਾਂ ਹਰੇਕ ਦਾ ਆਪਣਾ ਆਪਣਾ ਵੱਖਰਾ ਸੰਸਾਰ ਹੈ? ਜਿਵੇਂ ਰਾਵੀ ਦਾ ਵੱਖਰਾ ਸੰਸਾਰ ਹੈ, ਇਹਦੇ ਬਾਰੇ ਥੋੜਾ ਜਿਹਾ ਕਲੀਅਰ ਕਰੋ ਪਲੀਜ਼। ਬਿਲਕੁਲ ਸੋਹਣਾ ਤੁਸੀਂ ਸਵਾਲ ਕੀਤਾ। ਮੈਂ ਇਹ ਚੀਜ਼ ਤੁਹਾਨੂੰ ਡੈਮੋਸਟ੍ਰੇਟ ਕਰਕੇ ਦਿਖਾਵੇ ਦੇ ਰਾਹੀਂ ਵੀ ਕਰ ਸਕਦਾ। ਮੈਨੂੰ ਤੁਸੀਂ ਸ਼ਕਤੀਆਂ ਜੇ ਦੇ ਦਿਓ ਐਡਮਿਨ ਵਾਲੀਆਂ, ਤਾਂ ਵਿੱਚੋਂ ਜਦੋਂ ਹੋਰ ਸਵਾਲ ਇਕੱਠੇ ਹੋ ਜਾਣਗੇ ਮੈਂ ਤੁਹਾਨੂੰ ਮਾਈਕਰੋਸਾਫਟ ਵਰਡ ਦੀ ਫਾਈਲ ਦੇ ਉੱਤੇ ਰਾਵੀ ਫੌਂਟ ਲਗਾ ਕੇ ਜਿਹੜੇ ਭਿੰਨ ਫੌਂਟ ਤੁਹਾਨੂੰ ਦੱਸੇ ਨੇ ਉਹ ਲਗਾ ਕੇ ਤੁਹਾਨੂੰ ਦਿਖਾਵਾਂਗਾ ਕਿ ਕਿਵੇਂ ਅੱਖਰ ਨਹੀਂ ਬਦਲਣਗੇ, ਸਿਰਫ ਅੱਖਰਾਂ ਦੀ ਸ਼ਕਲ ਹੀ ਬਦਲੇਗੀ, ਜਿਸ ਤਰ੍ਹਾਂ ਅੰਗਰੇਜ਼ੀ ਦੇ ਵਿੱਚ ਬਦਲਦੀ ਹੈ। ਸੋ ਉਹ ਅਸੀਂ ਕਰ ਸਕਦੇ ਹਾਂ। ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਸ਼ਕਤੀਆਂ ਆ ਗਈਆਂ ਨੇ। ਮੈਂ ਤੁਹਾਨੂੰ ਮਾਈਕਰੋਸਾਫਟ ਵਰਡ ਦੀ ਫਾਈਲ ਦੇ ਵਿੱਚ ਤੁਹਾਨੂੰ ਮੈਂ ਇੱਥੇ ਨਾਲ ਦੀ ਨਾਲ ਸ਼ਕਤੀਆਂ ਤੁਹਾਡੇ ਕੋਲ ਹੀ ਦੇਣਾ। ਬਹੁਤ ਮਿਹਰਬਾਨੀ ਸ਼ਕਤੀਆਂ ਦੇਣ ਦੇ ਲਈ। ਇਹ ਸ਼ਕਤੀਆਂ ਤੁਹਾਨੂੰ ਵਾਪਸ ਲੁਟਾ ਦਾਂਗਾ, ਮੈਂ ਬੜੀ ਇਮਾਨਦਾਰੀ ਦੇ ਨਾਲ ਤੁਹਾਡੇ ਨਾਲ ਵਾਅਦਾ ਕਰਦਾ। ਸੋ ਇੱਥੇ ਅਸੀਂ ਰਾਵੀ ਜਿਹੜਾ ਫੌਂਟ ਹੈ, ਮੈਂ ਪਹਿਲਾਂ ਕੀਬੋਰਡ ਚੁਣਿਆ ਔਰ ਇੱਥੇ ਕੋਈ ਵੀ ਮੈਂ ਸ਼ਬਦ ਲਿਖਿਆ, ਮੈਂ ਲਿਖਿਆ ਪੰਜਾਬੀ ਭਾਸ਼ਾ ਵਿੱਚ ਕੰਮ ਕਰੋ। ਸੋ ਇਹਨੂੰ ਵੱਡਾ ਕਰ ਦੇਣਾ, ਥੋੜਾ ਜਿਹਾ ਤੁਹਾਨੂੰ ਨਜ਼ਰ ਆ ਜਾਊਗਾ। ਇਹ ਉੱਤੇ ਤੁਸੀਂ ਦੇਖ ਰਹੇ ਹੋ ਕਿ ਰਾਵੀ ਫੌਂਟ ਲੱਗਿਆ ਹੋਇਆ। ਅਜੇ ਸਰ ਸਾਨੂੰ ਸ਼ੋ ਨਹੀਂ ਹੋਇਆ, ਕੁਝ ਸ਼ੋ ਨਹੀਂ ਹੋਇਆ। ਲਓ ਜੀ, ਮੈਂ ਦੁਬਾਰਾ ਤੁਹਾਨੂੰ, ਮੈਨੂੰ ਲੱਗਦਾ ਸ਼ੇਅਰ ਕਰਨਾ ਮੈਂ ਭੁੱਲ ਗਿਆ। ਲਓ ਜੀ, ਹੁਣ ਅਸੀਂ ਇਹਨੂੰ ਸਾਂਝਾ ਕਰਨਾ ਤੁਹਾਡੇ ਨਾਲ ਮਾਈਕਰੋਸਾਫਟ ਵਰਡ ਦੀ ਫਾਈਲ ਨੂੰ। ਮਾਈਕਰੋਸਾਫਟ ਵਰਡ ਦੇ ਵਿੱਚ ਮੈਂ ਪੰਜਾਬੀ ਭਾਸ਼ਾ ਵਿੱਚ ਕੰਮ ਕਰੋ ਇੱਕ ਲਾਈਨ ਪਾਈ। ਤੁਸੀਂ ਉੱਪਰ ਦੇਖ ਲਿਓ ਰਾਵੀ ਫੌਂਟ ਲੱਗਿਆ ਹੋਇਆ ਜੀ ਔਰ 36 ਇਹਦਾ ਜਿਹੜਾ ਸਾਈਜ਼ ਹੈ, ਆਕਾਰ ਹੈ। ਹੁਣ ਇਸ ਰਾਵੀ ਫੌਂਟ ਦੇ ਉੱਤੇ ਯੂਨੀਕੋਡ ਵਾਲਾ ਕੋਈ ਵੀ ਫੌਂਟ ਆਪਾਂ ਹੋਰ ਲਗਾਵਾਂਗੇ
ਤਾਂ ਉਹਦੇ ਨਾਲ ਸਿਰਫ ਸ਼ੇਪ ਬਦਲੇਗੀ ਅੱਖਰਾਂ ਦੀ, ਅੱਖਰ ਨਹੀਂ ਬਦਲਣਗੇ। ਔਰ ਜੀ। ਦੂਸਰੀ ਗੱਲ ਇਹ ਕਿ ਇਸ ਕੰਮ ਦੇ ਲਈ ਕੋਈ ਫੌਂਟ ਕਨਵਰਟਰ ਵਰਤਣ ਦੀ ਲੋੜ ਨਹੀਂ। ਮੇਰੇ ਜੀ। ਕੋਲ ਸ਼ਰਤ ਇੱਕੋ ਹੈ ਕਿ ਮੇਰੇ ਕੰਪਿਊਟਰ ਦੇ ਵਿੱਚ ਉਹ ਫੌਂਟ ਇੰਸਟਾਲ ਹੋਣੇ ਚਾਹੀਦੇ ਨੇ। ਜਿਵੇਂ ਮੈਂ ਕਿਹਾ ਕਿ 60-70 ਫੌਂਟ ਬਣ ਚੁੱਕੇ ਨੇ, ਬਿਲਕੁਲ ਜਿਹੜੇ ਕੰਮ ਦੇ ਫੌਂਟ ਨੇ ਤੁਸੀਂ ਉੱਥੇ ਉਹਨਾਂ ਨੂੰ ਵਰਤੋ। ਜਿਵੇਂ ਹੁਣ ਨਾਨਕ ਲਿਪੀ ਜਿਹੜਾ ਫੌਂਟ ਬਹੁਤ ਜਲਦੀ ਰਿਲੀਜ਼ ਹੋ ਰਿਹਾ, ਜਾਰੀ ਹੋ ਰਿਹਾ, ਉਹ ਫੌਂਟ ਮੈਂ ਇਹਦੇ ਤੇ ਲਾ ਰਿਹਾ। ਤੁਸੀਂ ਜਿਹੜਾ ਹੈ ਨੋਟ ਕਰਨਾ ਕਿ ਇਹਦੀ ਸ਼ੇਪ ਦੇ ਵਿੱਚ ਕਿਵੇਂ ਤਬਦੀਲੀ ਹੁੰਦੀ। ਮੈਂ ਐਂਟਰ ਮਾਰਿਆ ਤਾਂ ਪੰਜਾਬੀ ਭਾਸ਼ਾ ਵਿੱਚ ਕੰਮ ਕਰੋ। ਸੋ ਸ਼ਬਦ ਉਵੇਂ ਰਹੇ ਨੇ, ਅਰਥ ਉਹੀ ਰਹੇ ਨੇ, ਅਰਥ ਦੇ ਅਨਰਥ ਨਹੀਂ ਹੋਏ, ਸਿਰਫ ਅਸੀਂ ਉਹਦੀ ਸ਼ਕਲ ਬਦਲੀ ਹੈ। ਇਹਦੇ ਉੱਤੇ ਮੈਂ ਨਿਰਮਲਾ ਫੌਂਟ ਜਿਹੜਾ ਕਿ ਮਾਈਕਰੋਸਾਫਟ ਦਾ, ਇਹ ਲਗਾਉਣਾ। ਤੁਸੀਂ ਦੇਖੋ ਇਹਦੇ ਨਾਲ ਸ਼ੇਪ ਦੇ ਵਿੱਚ ਤਬਦੀਲੀ ਆ ਗਈ। ਇਹਦੇ ਉੱਤੇ ਹੀ ਮੈਂ ਇੱਕ ਫੌਂਟ, ਸਾਡੇ ਕੋਲ ਉਹ ਓਂਕਾਰ ਹੈ, ਉਹ ਓਂਕਾਰ ਫੌਂਟ ਲਗਾਇਆ ਤਾਂ ਤੁਸੀਂ ਦੇਖੋ ਕਿੰਨਾ ਖੂਬਸੂਰਤ ਨਿਖਰ ਕੇ ਅੱਖਰ ਬਾਹਰ ਆ ਗਏ ਨੇ। ਇਸੇ ਤਰ੍ਹਾਂ ਸਾਡੇ ਕੋਲ ਆਕਾਸ਼ ਫੌਂਟ, ਜਿਹੜਾ ਮੈਂ ਕਹਿੰਦਾ ਕਿ ਹੁਣ ਤੱਕ ਦਾ ਸਭ ਤੋਂ ਸੋਹਣਾ ਫੌਂਟ ਹੈ, ਜਿਹੜਾ ਕਿਤਾਬਾਂ ਦੇ ਵਿੱਚ ਵੀ ਲਗਾਇਆ ਜਾ ਸਕਦਾ। ਇਹ ਆਕਾਸ਼ ਫੌਂਟ ਲਗਾਇਆ, ਉਹਦੇ ਅੱਖਰ ਇਸ ਤਰ੍ਹਾਂ। ਬਹੁਤ ਖੂਬ। ਸੋ ਇੱਥੋਂ ਇਹ ਚੀਜ਼ ਸਪਸ਼ਟ ਹੁੰਦੀ ਹੈ ਕਿ ਫੌਂਟਾਂ ਦੇ ਮਾਮਲੇ ਦੇ ਵਿੱਚ ਇਹ ਸਪਸ਼ਟ ਹੋ ਚੁੱਕਿਆ, ਮਿਆਰੀਕਰਨ ਹੋ ਚੁੱਕਿਆ ਕਿ ਯੂਨੀਕੋਡ ਫੌਂਟ ਹੀ ਵਰਤਣੇ ਚਾਹੀਦੇ ਨੇ। ਹੁਣ ਗੱਲ ਇਹ ਹੈ ਕਿ ਕਈ ਇਹ ਸਵਾਲ ਕਰਦੇ ਨੇ ਕਿ ਕਿਤਾਬ ਛਾਪਣ ਦੇ ਲਈ ਜਿਹੜਾ ਹੈ ਫੌਂਟ ਅਸੀਂ ਸਤਲੁਜ ਹੀ ਵਰਤਣਾ ਹੈ। ਹੁਣ ਮਸਲਾ ਇੱਥੇ ਆਉਂਦਾ ਹੈ ਕਿ ਜੇ ਤਾਂ ਅਸੀਂ ਕਿਤਾਬ ਰੂਪ ਦੇ ਵਿੱਚ ਪੰਨਿਆਂ ਨੂੰ ਤਿਆਰ ਕਰ ਲਿਆ ਤੇ ਉਹਨੂੰ ਛਾਪ ਦਿੱਤਾ ਤੇ ਕੰਮ ਉੱਥੇ ਹੀ ਖਤਮ ਕਰਨਾ ਹੈ, ਉੱਥੇ ਹੀ ਮਿੱਟੀ ਪਾਉਣੀ ਹੈ, ਤਾਂ ਫਿਰ ਤਾਂ ਫੌਂਟ ਜਿਹੜਾ ਮਰਜ਼ੀ ਲਾ ਲਓ। ਪਰ ਮਸਲਾ ਇੱਥੇ ਹੈ ਕਿ ਜਿੰਨੀ ਦੇਰ ਤੱਕ ਪੰਜਾਬੀ ਭਾਸ਼ਾ ਦੀ ਸਮੱਗਰੀ ਵੱਧ ਤੋਂ ਵੱਧ ਅਸੀਂ ਇੰਟਰਨੈਟ ਦੇ ਉੱਤੇ ਨਹੀਂ ਲੱਦਦੇ, ਨਹੀਂ ਪਾਉਂਦੇ, ਉਨੀ ਦੇਰ ਤੱਕ ਸਾਡੀ ਪੰਜਾਬੀ ਭਾਸ਼ਾ ਦਾ ਜਿਹੜਾ ਭਵਿੱਖ ਹੈ ਉਹ ਧੁੰਦਲਾ ਹੈ। ਤੁਸੀਂ ਸੁਣਿਆ ਹੋਣਾ, ਮੈਡਮ ਸੋਹਲ ਹੋਰਾਂ ਨੇ ਸੰਕੇਤ ਕੀਤਾ ਕਿ ਇੱਕ ਨਵੀਂ ਐਪ ਆਰਟੀਫਿਸ਼ੀਅਲ ਇੰਟੈਲੀਜੈਂਸ ਆਈ ਹੈ ਜਿਹਦਾ ਨਾਮ ਚੈਟ GPT ਹੈ। ਸੋ ਉਹਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ। ਹੁਣ ਚੈਟ GPT ਅੰਗਰੇਜ਼ੀ ਦੇ ਵਿੱਚ ਬਹੁਤ ਇੰਟੈਲੀਜੈਂਟ ਹੈ, ਬਹੁਤ ਜ਼ਿਆਦਾ ਹੁਸ਼ਿਆਰ ਹੈ। ਤੁਸੀਂ ਉਹਦੇ ਕੋਲੋਂ ਆਈਲੈਟਸ ਦੇ ਵੀ ਸਵਾਲ ਪੁੱਛੋ ਨਾ, ਤੇ ਮੈਨੂੰ ਲੱਗਦਾ ਕਿ 6.5 ਬੈਂਡ ਆਈਲੈਟਸ ਦੇ ਬੈਂਡ ਵੀ ਉਹ ਲੈ ਜਾਏਗੀ। ਤੇ ਇਹਦਾ ਮਤਲਬ ਅੰਗਰੇਜ਼ੀ ਦੇ ਮਾਮਲੇ ਦੇ ਵਿੱਚ ਚੈਟ GPT ਵਰਗੀਆਂ ਜਿਹੜੀਆਂ ਐਪਸ ਨੇ, ਯਾਨੀ ਕਿ ਕੰਪਿਊਟਰ ਸਾਡੇ ਤੋਂ ਜ਼ਿਆਦਾ ਇੰਟੈਲੀਜੈਂਟ, ਜ਼ਿਆਦਾ ਜਿਹੜਾ ਹੈ ਸਮਰੱਥ ਹੋ ਚੁੱਕਿਆ। ਪੰਜਾਬੀ ਵਿੱਚ ਕਿਉਂ ਨਹੀਂ ਸਾਡੇ ਸਵਾਲਾਂ ਦੇ ਜਵਾਬ ਦਿੰਦਾ ਉਹ ਚੈਟ GPT? ਕਿਉਂਕਿ ਉਹਦੇ ਕੋਲ ਡਾਟਾ ਨਹੀਂ ਹੈ। ਡਾਟਾ ਕਿੱਥੋਂ ਮਿਲਣਾ ਹੈ? ਲੇਖਕਾਂ ਤੋਂ, ਪੱਤਰਕਾਰਾਂ ਤੋਂ। ਜਿਹੜੀਆਂ ਕਿਤਾਬਾਂ ਅਸੀਂ ਛਾਪ ਦਿੱਤੀਆਂ, ਉਹ ਪੂਰੀ ਦੀ ਪੂਰੀ ਕਿਤਾਬ ਕਾਪੀਰਾਈਟ ਕਰਕੇ ਜੇ ਨਹੀਂ ਪਾ ਸਕਦੇ, ਕੁਝ ਅਸੀਂ ਅਧਿਆਇ ਪਾ ਸਕਦੇ ਹਾਂ, ਅਖਬਾਰਾਂ ਦੇ ਲੇਖ ਪਾ ਸਕਦੇ ਹਾਂ, ਤਾਂ ਹੁਣ ਹੁੰਦਾ ਕੀ ਹੈ ਕਿ ਉਹ ਲੇਖ ਜਾਂ ਉਹ ਆਰਟੀਕਲ, ਉਹ ਕਿਤਾਬਾਂ ਛਪਦੀਆਂ ਤਾਂ ਸਤਲੁਜ ਵਿੱਚ ਨੇ। ਜਦੋਂ ਛਪ ਜਾਂਦੀਆਂ ਨੇ, ਡਾਟਾ ਸਾਡੇ ਕੋਲ ਪਿਆ ਹੁੰਦਾ ਹੈ, ਉਹਨੂੰ ਇੰਟਰਨੈਟ ਦੇ ਉੱਤੇ ਜਦੋਂ ਪਾਉਣ ਦੀ ਲੋੜ ਪੈਂਦੀ ਹੈ, ਫੇਸਬੁੱਕ ਦੇ ਉੱਤੇ ਜਾਂ ਤੁਸੀਂ ਕਿਸੇ ਹੋਰ ਸੋਸ਼ਲ ਮੀਡੀਆ ਤੇ ਪਾਉਂਦੇ ਹੋ, ਤਾਂ ਫਿਰ ਸਹਾਰਾ ਲਿਆ ਜਾਂਦਾ ਜੀ ਫੌਂਟ ਕਨਵਰਟਰ ਦਾ। ਫੌਂਟ ਕਨਵਰਟਰ 12 ਤਰ੍ਹਾਂ ਦੇ ਬਣ ਚੁੱਕੇ ਨੇ। ਉਹਨਾਂ ਫੌਂਟ ਕਨਵਰਟਰਾਂ ਦੇ ਵਿੱਚ ਆਪਣੀਆਂ ਗਲਤੀਆਂ ਨੇ ਕਈ ਤਰ੍ਹਾਂ ਦੀਆਂ, ਪਰ ਜੇ ਉਹਨਾਂ ਚੋਂ ਸਹੀ ਤੁਸੀਂ ਫੌਂਟ ਕਨਵਰਟਰ ਵੀ ਵਰਤੋ ਤਾਂ ਵੀ 100% ਸਹੀ ਗੁਣਵੱਤਾ ਵਾਲਾ ਤੁਹਾਨੂੰ ਕੋਈ ਵੀ ਸੌਫਟਵੇਅਰ ਨਹੀਂ ਮਿਲੇਗਾ। ਇਹਦਾ ਮਤਲਬ ਅਸੀਂ ਆਪਣੇ ਆਪ ਹੀ ਕਈ ਸਮੱਸਿਆਵਾਂ ਤਾਂ ਸਹੇੜ ਰਹੇ ਹਾਂ। ਜੇ ਅਸੀਂ ਉਹ ਕਿਤਾਬਾਂ ਦੇ ਲਈ ਜਦੋਂ ਟਾਈਪ ਕਰਵਾਉਣਾ ਹੈ ਕੰਮ, ਉਹ ਯੂਨੀਕੋਡ ਵਾਲੇ ਰਾਵੀ ਦੇ ਵਿੱਚ ਟਾਈਪ ਕਰਵਾਈਏ, ਔਰ ਕਿਤਾਬ ਛਪਵਾਉਣ ਲੱਗਿਆ ਉਹਦੇ ਉੱਤੇ ਯੂਨੀਕੋਡ ਵਾਲਾ ਕੋਈ ਦੂਜਾ ਫੌਂਟ ਜਿਹੜਾ ਤੁਹਾਨੂੰ ਪਸੰਦ ਹੈ ਲਵਾ ਦਈਏ, ਔਰ ਫਿਰ ਉਸੇ ਮੈਟਰ ਨੂੰ ਕਾਪੀ ਪੇਸਟ ਕਰਕੇ ਅਸੀਂ ਇੰਟਰਨੈਟ ਦੇ ਉੱਤੇ ਵੱਧ ਤੋਂ ਵੱਧ ਸ਼ੇਅਰ ਕਰੀਏ, ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਸੌਫਟਵੇਅਰ ਭਵਿੱਖ ਦੇ ਸੌਫਟਵੇਅਰ ਨੇ। ਇੱਕ ਸਰ ਇੱਥੇ ਹੋਰ ਭਰਮ ਦੀ ਸਥਿਤੀ ਇਹ ਬਣੀ ਹੋਈ ਹੈ, ਕਿਉਂਕਿ ਮੈਂ ਕਾਫੀ ਜੁੜਿਆ ਹੋਇਆ ਇਹਦੇ ਨਾਲ। ਮੈਂ ਅਕਸਰ ਜਦੋਂ ਉਹਨੂੰ ਕਹਿਣਾ ਕਿ ਤੁਸੀਂ ਯੂਨੀਕੋਡ ਫੌਂਟ ਕਿਉਂ ਨਹੀਂ ਯੂਜ਼ ਕਰਦੇ ਹੋ, ਕਹਿੰਦੇ ਪੇਜ ਮੇਕਿੰਗ ਦੇ ਵਿੱਚ ਮਤਲਬ ਯੂਨੀਕੋਡ ਫੌਂਟ ਚੱਲਦੇ ਨਹੀਂ ਹੈਗੇ। ਇਹ ਕੋਈ ਇਹੋ ਜਿਹਾ ਹੈ ਕੁਛ, ਜਾਂ ਕੋਈ ਇਹਦੇ ਬਾਰੇ ਜ਼ਰੂਰ ਦੱਸਿਓ ਪਲੀਜ਼। ਸਵਾਲ ਬਹੁਤ ਵਧੀਆ, ਪਰ ਇਹ ਨਿਰਾ ਭਰਮ ਹੈ। ਜਿਹੜੇ ਪਬਲਿਸ਼ਰ ਨੇ ਉਹ ਜਿਹੜਾ ਹੈ ਕਿਤਾਬ ਤਿਆਰ ਕਰਨ ਦੇ ਲਈ ਪੇਜ ਮੇਕਰ ਨਾਂ ਦਾ ਸੌਫਟਵੇਅਰ ਵਰਤਦੇ ਨੇ ਜੀ। ਪੇਜ ਮੇਕਰ ਅਡੋਬ ਨਾਂ ਦੀ ਕੰਪਨੀ ਦਾ ਬਣਿਆ ਹੋਇਆ ਹੈ। 10 ਸਾਲ ਪਹਿਲਾਂ ਪੇਜ ਮੇਕਰ ਨੂੰ ਕੰਪਨੀ ਨੇ ਬੰਦ ਕਰ ਦਿੱਤਾ ਸੀ। ਉਹ ਇਸ ਵਜ੍ਹਾ ਕਰਕੇ ਬੰਦ ਕੀਤਾ ਕਿ ਯੂਨੀਕੋਡ ਨੂੰ ਉਹ ਸਪੋਰਟ ਨਹੀਂ ਕਰਦਾ, ਯੂਨੀਕੋਡ ਉਹਦੇ ਉੱਤੇ ਕੰਮ ਨਹੀਂ ਕਰਦਾ। ਉਹਦੀ ਥਾਂ ਤੇ ਪੇਜ ਇਨ ਡਿਜ਼ਾਈਨ ਅਡੋਬ ਕੰਪਨੀ ਨੇ ਨਵਾਂ ਸੌਫਟਵੇਅਰ ਲਾਂਚ ਕੀਤਾ। ਹੁਣ ਸਮੱਸਿਆ ਹੈ ਕਿ ਇਹ ਸੌਫਟਵੇਅਰ ਖਰੀਦਣਾ ਪੈਂਦਾ। ਪੇਜ ਮੇਕਰ ਫ੍ਰੀ ਦੇ ਵਿੱਚ ਮਿਲ ਜਾਂਦਾ ਹੈ, ਉਹਨੂੰ ਕਰੈਕ ਕੀਤਾ ਜਾ ਸਕਦਾ ਹੈ। ਤੇ ਕੁਛ ਜਿਹੜੀ ਦਿੱਕਤ ਹੈ, ਟਾਈਪ ਕਰਦੇ ਜਿਹੜੇ ਲੋਕ, ਉਹ ਟਾਈਪ ਕਰਨ ਵਾਲੇ ਲੋਕ ਜਿਹੜੇ ਨੇ ਉਹ ਭਰਮ ਪਾਲ ਦਿੰਦੇ ਨੇ
ਜਾਂ ਜਿਹੜੇ ਮਾਲਕਾਂ ਨੂੰ, ਪਬਲਿਸ਼ਰ ਨੂੰ ਇਹ ਗੱਲ ਦੱਸ ਦਿੰਦੇ ਨੇ ਕਿ ਇਹ ਤਾਂ ਟਾਈਪ ਦਾ ਕੰਮ ਖੜੋ ਜਾਊਗਾ, ਸਾਡੇ ਕੋਲੋਂ ਟਾਈਪ ਨਹੀਂ ਹੋਣਾ। ਉਹਦੇ ਲਈ ਮੈਂ ਦੱਸਣਾ ਚਾਹੁੰਦਾ ਕਿ ਜੇ ਕੋਈ ਵਿਅਕਤੀ ਪਹਿਲਾਂ ਅਨਮੋਲ ਲਿਪੀ ਦੇ ਵਿੱਚ ਟਾਈਪ ਕਰਦਾ ਸੀ ਜਾਂ ਅਸੀਸ ਦੇ ਵਿੱਚ ਟਾਈਪ ਕਰਦਾ ਸੀ ਤੇ ਹੁਣ ਉਹ ਰਾਵੀ 'ਚ ਟਾਈਪ ਕਰਨਾ ਚਾਹੁੰਦਾ ਹੈ, ਯਾਨੀ ਕਿ ਯੂਨੀਕੋਡ 'ਚ ਟਾਈਪ ਕਰਨਾ ਚਾਹੁੰਦਾ ਹੈ, ਤਾਂ ਉਹਨੂੰ ਕਿਸੇ ਕਿਸਮ ਦੀ ਨਵੀਂ ਟਾਈਪਿੰਗ ਸਿੱਖਣ ਦੀ ਲੋੜ ਨਹੀਂ। ਟੈਕਨੋਲੋਜੀ ਉਹਨੂੰ ਔਖਾ ਨਹੀਂ ਕਰਦੀ, ਟੈਕਨੋਲੋਜੀ ਉਹਨੂੰ ਸੌਖ ਵਾਸਤੇ ਬਣਾਈ ਗਈ ਹੈ। ਉਹਦੇ ਲਈ ਉਹਨੂੰ ਕੀਬੋਰਡ ਲੇਆਊਟ ਵਰਤਣਾ ਪਏਗਾ, ਇੱਕ ਸੌਫਟਵੇਅਰ ਜਿਹਨੂੰ ਕੀਬੋਰਡ ਲੇਆਊਟ ਕਹਿੰਦੇ ਆ। ਜੇ ਅਨਮੋਲ ਲਿਪੀ 'ਚ ਤੁਸੀਂ ਟਾਈਪ ਕਰੋ, ਅਨਮੋਲ ਲਿਪੀ ਵਾਲੇ ਸਟਾਈਲ ਦੇ ਵਿੱਚ ਟਾਈਪ ਕਰਕੇ ਤੁਸੀਂ ਰਾਵੀ ਦੇ ਵਿੱਚ ਤੁਸੀਂ ਆਪਣੇ ਨਤੀਜੇ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਸਿੱਧਾ punjabicomputer.com ਦੀ ਵੈਬਸਾਈਟ ਤੋਂ ਅਨਮੋਲ ਲਿਪੀ ਬੇਸਡ ਜਾਂ ਅਸੀਸ ਬੇਸਡ ਕੀਬੋਰਡ ਜਿਹੜਾ ਹੈ ਸੌਫਟਵੇਅਰ ਉਹ ਲੈ ਲਓ। ਤੇ ਇੱਥੇ ਸਕਰੀਨ ਤੇ ਤੁਹਾਨੂੰ ਨਜ਼ਰ ਆ ਰਿਹਾ ਜਿਵੇਂ ਥੱਲੇ ਸਪੀਕਰ ਦੇ ਆਈਕਨ ਦੇ ਨਾਲ ENG ਲਿਖਿਆ ਆ ਰਿਹਾ ਹੈ। ਜਦੋਂ ਉਹ ਸੌਫਟਵੇਅਰ ਇੰਸਟਾਲ ਕਰੋਗੇ ਤਾਂ ਇੱਥੇ ਆ ਜਾਊਗਾ, ਇੱਥੋਂ ਤੁਸੀਂ ਪੰਜਾਬੀ ਭਾਸ਼ਾ ਚੁਣਨੀ ਹੈ ਤੇ ਟਾਈਪ ਕਰਨਾ ਸ਼ੁਰੂ ਕਰ ਦੇਣਾ। ਤੁਹਾਨੂੰ ਲੱਗੇਗਾ ਕਿ ਤੁਸੀਂ ਅਨਮੋਲ ਵਿੱਚ ਕਰ ਰਹੇ ਹੋ, ਪਰ ਆਉਟਪੁੱਟ ਤੁਹਾਨੂੰ ਜਿਹੜੀ ਹੈ ਉਹ ਸਿੱਧੀ ਹੀ ਰਾਵੀ 'ਚ ਮਿਲੇਗੀ। ਸੋ ਕਨਵਰਟ ਕਰਨ ਦੇ ਚੱਕਰਾਂ ਤੋਂ ਸਾਨੂੰ ਬਚਣਾ ਪਊਗਾ, ਕਿਉਂਕਿ ਉਹਦੇ ਨਾਲ ਸਮਾਂ ਵੀ ਜਿਹੜਾ ਹੈ ਜਾਇਆ ਹੁੰਦਾ ਹੈ ਔਰ ਸਮੱਗਰੀ ਸਾਡੀ ਜਿਹੜੀ ਹੈ ਉਹਦੇ 'ਚ ਗਲਤੀਆਂ ਪਾਈਆਂ ਜਾਂਦੀਆਂ ਨੇ। ਸੋ ਸਰ ਥੋੜਾ ਦੁਬਾਰਾ ਦੱਸਿਓ ਜੀ। ਜੀ, ਮੈਂ ਇਹ ਦੱਸ ਰਿਹਾ ਸੀ ਕਿ ਜੇ ਤਾਂ ਤੁਸੀਂ ਪਹਿਲਾਂ ਹੀ ਅਨਮੋਲ ਲਿਪੀ ਦੇ ਵਿੱਚ ਜਾਂ ਅਸੀਸ ਦੇ ਵਿੱਚ ਕੰਮ ਕਰਨ ਦੇ ਆਦੀ ਹੋ, ਚੰਗੀ ਤੁਹਾਡੀ ਸਪੀਡ ਹੈ, ਤੇ ਹੁਣ ਤੁਸੀਂ ਰਾਵੀ ਦੇ ਵਿੱਚ ਯੂਨੀਕੋਡ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਤਾਂ ਕੋਈ ਸਮੱਸਿਆ ਨਹੀਂ ਹੈ। ਸਿਰਫ ਕਰਨਾ ਇਹ ਹੈ ਕਿ ਤੁਸੀਂ punjabicomputer.com ਤੋਂ ਜਾਂ punjabonline.com ਤੋਂ ਕੀਬੋਰਡ ਲੇਆਊਟ ਜਿਹਦਾ ਨਾਮ ਹੈ ਯੂਨੀਕੋਡ ਬੇਸਡ ਕੀਬੋਰਡ ਲੇਆਊਟ ਫਾਰ ਅਸੀਸ, ਇਸੇ ਤਰ੍ਹਾਂ ਯੂਨੀਕੋਡ ਬੇਸਡ ਕੀਬੋਰਡ ਲੇਆਊਟ ਫਾਰ ਅਨਮੋਲ ਲਿਪੀ, ਤੁਸੀਂ ਉਹਨਾਂ 'ਚ ਕੋਈ ਵੀ ਡਾਊਨਲੋਡ ਕਰੋ। ਇੰਸਟਾਲ ਕਰੋਗੇ ਤਾਂ ਥੱਲੇ ਟਾਸਕ ਬਾਰ ਦੇ ਉੱਤੇ ਭਾਸ਼ਾ ਪੱਟੀ ਆ ਜਾਏਗੀ, ਜਿਹੜੀ ENG ਜਿੱਥੇ ਮੈਂ ਦਿਖਾਇਆ ਸੀ, ਤਾਂ ਉੱਥੋਂ ਤੁਸੀਂ ਭਾਸ਼ਾ ਬਦਲੋ, ਟਾਈਪ ਕਰਨਾ ਸ਼ੁਰੂ ਕਰ ਦਿਓ। ਜਿਵੇਂ ਮੈਂ ਇੱਥੇ ਕੀਤਾ ਹੈ, ਥੱਲੇ ਭਾਸ਼ਾ ਮੈਂ ਪੰਜਾਬੀ ਲਈ ਔਰ ਇੱਥੇ ਮੈਂ ਸ਼ਬਦ ਲਿਖਿਆ ਟਾਈਪ, ਔਰ ਉੱਪਰਲੇ ਪਾਸੇ ਰਾਵੀ ਜਿਹੜਾ ਹੈ ਉਹ ਬਾਏ ਡਿਫਾਲਟ ਆ ਜਾਏਗਾ। ਤੁਹਾਨੂੰ ਇੱਥੋਂ ਕੋਈ ਵੀ ਰਾਵੀ ਮੈਨੂਅਲੀ ਚੇਂਜ ਕਰਨ ਦੀ ਤੁਹਾਨੂੰ ਲੋੜ ਨਹੀਂ, ਤੁਸੀਂ ਸਿਰਫ ਜਿਹੜਾ ਹੈ ਥੱਲੋਂ ਭਾਸ਼ਾ ਦੀ ਚੋਣ ਕਰਨੀ ਹੈ। ਸੋ ਦੂਜੀ ਗੱਲ ਇਹ ਹੋ ਗਈ ਕਿ ਟਾਈਪ ਕਰਨ ਦਾ ਕੋਈ ਮਸਲਾ ਨਹੀਂ। ਪਹਿਲੀ ਅਸੀਂ ਗੱਲ ਕੀਤੀ ਹੈ ਕਿ ਫੌਂਟ ਦਾ ਕੋਈ ਮਸਲਾ ਨਹੀਂ, ਪਰ ਭਾਰਤ ਸਰਕਾਰ ਨੇ ਇੱਕ ਜਿਹੜਾ ਹੈ ਮਾਨਕੀਕਰਨ ਕਰ ਦਿੱਤਾ ਹੈ, ਇਹਦਾ ਮਿਆਰੀਕਰਨ ਕਰ ਦਿੱਤਾ ਹੈ, ਕਿਉਂਕਿ ਅਲੱਗ-ਅਲੱਗ ਲੋਕ ਅਲੱਗ-ਅਲੱਗ ਫੌਂਟ ਬਣਾ ਰਹੇ ਸੀ, ਉਹਨਾਂ ਫੌਂਟਾਂ 'ਚ ਟਾਈਪ ਕਰਨ ਦੇ ਅਲੱਗ-ਅਲੱਗ ਤਰੀਕੇ ਸੀਗੇ। ਉਸ ਕਰਕੇ ਭਾਰਤ ਸਰਕਾਰ ਨੇ ਇਨਸਕ੍ਰਿਪਟ ਨਾਂ ਦਾ ਇੱਕ ਕੀਬੋਰਡ ਲੇਆਊਟ ਜਿਹੜਾ ਹੈ ਉਹ ਤਿਆਰ ਕਰ ਦਿੱਤਾ ਹੈ। ਇਨਸਕ੍ਰਿਪਟ ਕੀਬੋਰਡ ਲੇਆਊਟ ਕੀ ਹੈ? ਇਹ ਅਨਮੋਲ ਲਿਪੀ ਤੇ ਅਸੀਸ ਨਾਲੋਂ ਥੋੜਾ ਜਿਹਾ ਅਲੱਗ ਹੈ, ਪਰ ਜਿਹੜੇ ਨਵੇਂ ਵਿਦਿਆਰਥੀ ਨੇ ਜਾਂ ਜਿਹੜੇ ਲੋਕ ਜਿਹੜਾ ਹੈ ਨੌਕਰੀ ਲੈਣਾ ਚਾਹੁੰਦੇ ਨੇ, ਉਹਨਾਂ ਦੀ ਜ਼ਿੰਦਗੀ ਨੂੰ ਇਹ ਸਵਾਰ ਸਕਦਾ ਹੈ। ਉਹਨਾਂ ਨੂੰ ਅਨਮੋਲ ਲਿਪੀ ਤੇ ਅਸੀਸ ਤੋਂ ਦੂਰ ਕਰਨਾ ਪਏਗਾ, ਕਿਉਂਕਿ ਭਾਰਤ ਸਰਕਾਰ ਨੇ ਇਹ ਕੀਬੋਰਡ ਬਣਾਇਆ। ਇਸ ਕੀਬੋਰਡ ਦਾ ਫਾਇਦਾ ਇਹ ਹੈ ਕਿ ਤੁਸੀਂ ਜੇ ਪੰਜਾਬੀ 'ਚ ਟਾਈਪ ਕਰਨਾ ਸਿੱਖ ਜਾਓਗੇ ਤਾਂ ਕੀ ਹੋਏਗਾ ਕਿ ਭਾਰਤ ਦੀ ਕਿਸੇ ਵੀ ਭਾਸ਼ਾ ਵਿੱਚ ਟਾਈਪ ਕਰਨ ਦੇ ਸਮਰੱਥ ਹੋ ਸਕਦੇ ਹੋ, ਉਰਦੂ ਤੋਂ ਬਿਨਾਂ। ਤਾਂ ਫਾਇਦਾ ਹੈ ਕਿ ਇਸ ਕੀਬੋਰਡ ਦੇ ਖੱਬੇ ਹੱਥ ਦੇ ਥੱਲੇ ਤੁਹਾਨੂੰ ਸਾਰੀਆਂ ਲਗਾ ਮਾਤਰਾਵਾਂ ਮਿਲਣਗੀਆਂ ਔਰ ਸੱਜੇ ਪਾਸੇ ਸਾਰੇ ਅੱਖਰ ਮਿਲਣਗੇ, ਔਰ ਜਿਹੜੇ ਅੱਖਰ ਤੋਂ ਕੱਕਾ ਪੈਂਦਾ ਪੰਜਾਬੀ ਦੇ ਵਿੱਚ, ਉਸੇ ਅੱਖਰ ਤੋਂ ਹਿੰਦੀ ਦੇ ਵਿੱਚ ਕੌ ਪਏਗਾ, ਔਰ ਜੇ ਕੰਨੜ ਦੇ ਵਿੱਚ ਤੁਸੀਂ ਉਸੇ ਅੱਖਰ ਨੂੰ ਦੱਬੋਗੇ ਤੇ ਕੱਕੇ ਦੀ ਆਵਾਜ਼ ਵਾਲਾ ਅੱਖਰ ਉਹਨਾਂ ਦਾ ਵੀ ਪਏਗਾ। ਮਤਲਬ ਹੈ ਕਿ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਦੇ ਵਿੱਚ ਟਾਈਪ ਕਰਨਾ ਤੁਹਾਨੂੰ ਆ ਗਿਆ। ਔਰ ਅਗਲਾ ਗੱਲ ਇਹ ਹੈ ਕਿ ਨੌਕਰੀਆਂ ਦੇ ਵਿੱਚ ਜਿੰਨੇ ਵੀ ਟਾਈਪਿੰਗ ਟੈਸਟ ਹੋ ਰਹੇ ਨੇ ਉਹ ਸਾਰੇ ਇਨਸਕ੍ਰਿਪਟ ਟਾਈਪਿੰਗ ਦੇ ਵਿੱਚ ਲੈ ਜਾਂਦੇ ਨੇ, ਜਿਹਦਾ ਨਾਮ ਜਿਹੜਾ ਹੈ ਆਮ ਤੌਰ ਤੇ ਲੋਕ ਕਹਿੰਦੇ ਨੇ ਕਿ ਰਾਵੀ ਵਿੱਚ ਟੈਸਟ ਹੋ ਰਿਹਾ, ਅਸਲ ਵਿੱਚ ਉਹ ਇਨਸਕ੍ਰਿਪਟ ਹੁੰਦਾ ਹੈ। ਰਾਵੀ ਤਾਂ ਇੱਕ ਫੌਂਟ ਦਾ ਨਾਮ ਹੈ, ਇਨਸਕ੍ਰਿਪਟ ਟਾਈਪ ਦਾ ਤਰੀਕਾ ਹੈ, ਯਾਨੀ ਕਿ ਕੀਬੋਰਡ ਲੇਆਊਟ ਹੈ। ਸੋ ਮੈਨੂੰ ਲੱਗਦਾ ਹੈ ਕਿ ਜਿਹੜੇ ਇਹ ਮਸਲੇ ਫੌਂਟ ਨਾਲ ਜੁੜੇ ਹੋਏ ਸੀ ਤੁਹਾਡੇ, ਉਹ ਇੱਥੇ ਜਿਹੜੇ ਨੇ ਉਹ ਕੁਝ ਹੱਦ ਤੱਕ ਜਿਹੜੇ ਨੇ ਉਹ ਸੁਲਝ ਗਏ ਹੋਣੇ ਨੇ। ਬਾਕੀ ਚੀਜ਼ਾਂ ਦੇ ਲਈ ਕੁਝ ਇੱਕ ਸਵਾਲ ਕਿਸੇ ਦੋਸਤ ਦਾ ਆਇਆ ਸੀ, ਉਹਨਾਂ ਨੇ ਇਹ ਕਿਹਾ ਸੀ ਕਿ ਸਾਨੂੰ ਲਿੰਕ ਜ਼ਰੂਰ ਦੱਸਿਓ ਬਾਅਦ ਦੇ ਵਿੱਚ, ਮੈਂ ਭਾਵੇਂ ਤੁਸੀਂ ਮੈਨੂੰ ਭੇਜ ਦਿਓ ਜਿੱਥੋਂ ਇਹ ਫੌਂਟ ਡਾਊਨਲੋਡ ਕੀਤੇ ਜਾ ਸਕਦੇ ਨੇ, ਤਾਂ ਕਿ ਥੋੜਾ ਜੀ ਬਿਲਕੁਲ, ਮੈਂ ਇੱਥੇ ਚੈਟ ਬਾਕਸ ਦੇ ਵਿੱਚ ਵੀ ਚਲਦੇ ਲਿੰਕ ਜਿਹੜੇ ਨੇ ਉਹ ਸ਼ੇਅਰ ਕਰ ਦਿਆਂਗਾ ਤੇ ਉਹ ਫੌਂਟ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ। ਇਹ ਫ੍ਰੀ ਸਾਰੇ ਜਿਹੜੇ ਫੌਂਟ ਨੇ ਉਹ ਉਪਲਬਧ ਨੇ, ਅਲੱਗ-ਅਲੱਗ ਥਾਵਾਂ ਦੇ ਉੱਤੇ ਪਏ ਹੋਏ ਨੇ।
ਜੀ ਸੋ ਇਹ ਸੀਗਾ ਫੌਂਟਾਂ ਦਾ ਮਿਆਰੀਕਰਨ ਹੋ ਗਿਆ, ਫੌਂਟ ਬਣ ਗਏ ਨੇ 60-70 ਦੀ ਗਿਣਤੀ 'ਚ ਫੌਂਟ ਬਣ ਗਏ ਨੇ। ਜਿਹੜੇ ਪੁਰਾਣੇ ਫੌਂਟ 500 ਸੀ ਉਹਨਾਂ ਨੂੰ ਗਿਣਤੀ ਦੇ ਵਿੱਚ ਨਹੀਂ ਰੱਖਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਵਰਤਣਾ ਹੀ ਨਹੀਂ ਚਾਹੀਦਾ। ਜੇ ਅਸੀਂ ਵਰਤਣਾ ਹੈ ਤੇ ਸਿਰਫ ਕਿਤਾਬਾਂ ਤੱਕ ਹੀ ਸੀਮਤ ਹੈ, ਪਰ ਪੰਜਾਬੀ ਭਾਸ਼ਾ ਦਾ ਵਿਕਾਸ ਕਰਨਾ ਤੇ ਸਾਨੂੰ ਇੰਟਰਨੈਟ ਦੇ ਉੱਤੇ ਆਉਣਾ ਪੈਣਾ। ਇੰਟਰਨੈਟ ਦੇ ਉੱਤੇ ਪੁਰਾਣੇ ਫੌਂਟਾਂ ਦਾ, ਰਵਾਇਤੀ ਫੌਂਟਾਂ ਦਾ ਕੋਈ ਵਜੂਦ ਨਹੀਂ ਹੈ। ਜੇ ਪੰਜਾਬੀ ਭਾਸ਼ਾ ਨੇ ਵਿਕਾਸ ਕਰਨਾ, ਇੰਟਰਨੈਟ ਦੇ ਉੱਤੇ ਆਉਣਾ ਪਏਗਾ। ਤੇ ਇੰਟਰਨੈਟ ਦੇ ਉੱਤੇ ਆਉਣ ਦੇ ਲਈ ਸਾਨੂੰ ਲਿਬਾਸ ਜਿਹੜਾ ਹੈ, ਆਪਣੀ ਪੰਜਾਬੀ ਦੀ ਸਮੱਗਰੀ ਨੂੰ ਯੂਨੀਕੋਡ ਦਾ ਲਿਬਾਸ ਜਿਹੜਾ ਹੈ ਉਹ ਪਹਿਨਾਉਣਾ ਹੀ ਪੈਣਾ ਹੈ। ਉਹਦੇ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਅਗਲੀ ਗੱਲ ਇਹ ਹੈ ਕਿ ਜੇ ਅਸੀਂ ਅੱਜ ਤੋਂ ਪ੍ਰਣ ਕਰ ਲਈਏ ਕਿ ਨਵੇਂ ਯੂਨੀਕੋਡ ਫੌਂਟਾਂ ਵਿੱਚ ਕੰਮ ਕਰਨਾ ਹੈ, ਤਾਂ ਫਿਰ ਸਾਨੂੰ ਪੁਰਾਣੇ ਫੌਂਟਾਂ ਨੂੰ ਵੀ ਪਲਟਾ ਮਾਰ ਕੇ ਨਵਿਆਂ ਦੇ ਵਿੱਚ ਬਦਲਣਾ ਪਏਗਾ। ਪਰ ਉਹਦੇ ਲਈ ਫੌਂਟ ਕਨਵਰਟਰ ਜਿਹੜੇ ਨੇ ਪਾਏਦਾਰ ਵਰਤਣੇ ਚਾਹੀਦੇ ਨੇ। ਬਹੁਤ ਸਾਰੇ ਫੌਂਟ ਕਨਵਰਟਰ ਨੇ ਜਿੱਥੇ ਬਿੰਦੀ ਦੀ ਥਾਂ ਤੇ ਉਹ ਕੰਨਾ ਪਾ ਦਿੰਦੇ ਨੇ ਕਨਵਰਟ ਕਰਨ ਦੇ ਵਿੱਚ, ਔਰ ਤੁਸੀਂ ਉਹਦੇ ਤੇ ਪ੍ਰੂਫ ਰੀਡਿੰਗ ਵੀ ਨਹੀਂ ਕਰਦੇ, ਇੰਟਰਨੈਟ ਦੇ ਉੱਤੇ ਚੜਾ ਦਿੰਦੇ ਹੋ। ਪਿਛਲੇ ਇੱਕ ਪੂਰਾ ਸਰਵੇ ਕੀਤਾ ਡਾਕਟਰ ਗੁਰਪ੍ਰੀਤ ਸਿੰਘ ਲਹਿਲ ਹੋਰਾਂ ਨੇ, ਤਾਂ ਬਹੁਤ ਸਾਰੇ ਤਰ੍ਹਾਂ ਦੀ ਗਲਤੀਆਂ ਜਿਹੜੀਆਂ ਨੇ, ਬੜੀਆਂ ਹੀ ਜਿਹੜੀਆਂ ਨੇ ਦੁੱਖ ਦੇਣ ਵਾਲੀਆਂ, ਬੜੀਆਂ ਖਾਮੋਸ਼ੀ ਵਾਲੀਆਂ ਜਿਹੜੀਆਂ ਗਲਤੀਆਂ, ਜਿਹੜੀਆਂ ਅਸੀਂ ਚਾਹੁੰਦੇ ਹਾਂ ਕਿ ਉਹ ਨਹੀਂ ਹੋਣੀਆਂ ਚਾਹੀਦੀਆਂ, ਉਹ ਇੰਟਰਨੈਟ ਦੇ ਉੱਤੇ ਜਿਹੜੀ ਸਮੱਗਰੀ ਹੈ ਉਹ ਉਹਦੇ ਤੇ ਆ ਰਹੀਆਂ ਨੇ। ਸੋ ਸਾਡੇ ਕੋਲ ਜਿਹੜੇ ਫੌਂਟ ਕਨਵਰਟਰ ਹੈ, ਅੱਖਰ ਸੌਫਟਵੇਅਰ ਦੇ ਵਿੱਚ ਹੈ ਜਿਹੜਾ, ਉਹ ਸਭ ਤੋਂ ਪਾਏਦਾਰ ਸੌਫਟਵੇਅਰ ਹੈ, ਉਸ ਨੂੰ ਵਰਤਣਾ ਚਾਹੀਦਾ ਹੈ। ਆਨਲਾਈਨ ਇਹ ਸਾਡੇ ਕੋਲ ਸੋਧਕ ਸੌਫਟਵੇਅਰ ਦੇ ਰੂਪ ਦੇ ਵਿੱਚ ਵੀ ਉਪਲਬਧ ਹੈ। ਸੋ ਸਾਨੂੰ ਫੌਂਟ ਕਨਵਰਟਰ ਸਹੀ ਵਰਤਣਾ ਚਾਹੀਦਾ ਹੈ। ਬਾਕੀ ਜਿਹੜੇ ਇੱਕ ਚੀਜ਼ ਹੋਰ ਦੱਸੋ ਇਹਦੇ ਵਿੱਚ, ਜਿਵੇਂ ਅੰਗਰੇਜ਼ੀ ਦੇ ਵਿੱਚ ਸਾਡੇ ਕੋਲੇ ਬਹੁਤ ਸਾਰੇ ਆਪਸ਼ਨ ਆਪਣੇ ਆਪ ਹੀ ਆ ਜਾਂਦੇ ਨੇ ਸਪੈਲ ਚੈੱਕ ਦੇ ਰੂਪ ਦੇ ਵਿੱਚ, ਜਦੋਂ ਅਸੀਂ ਟਾਈਪ ਕਰਦੇ ਹਾਂ, ਕਿ ਯੂਨੀਕੋਡ ਫੌਂਟ ਦੇ ਵਿੱਚ ਇਹ ਫੈਸਿਲਿਟੀ ਹੈਗੀ ਹੈ ਸਾਡੇ ਕੋਲੇ ਕਿ ਆਟੋਮੈਟਿਕਲੀ ਤੁਹਾਡੇ ਕੋਲੇ ਬਹੁਤ ਸਾਰੇ ਆਪਸ਼ਨ ਆ ਜਾਣ ਕਿ ਆਹ ਸ਼ਬਦ ਹੋ ਸਕਦੇ ਨੇ? ਜੀ ਬਿਲਕੁਲ, ਇੱਥੇ ਮੇਰੇ ਕੋਲ ਅੱਖਰ ਸੌਫਟਵੇਅਰ ਜਿਹੜਾ ਯੂਨੀਵਰਸਿਟੀ ਦਾ ਬਣਾਇਆ ਹੋਇਆ, ਇਹਨੂੰ ਮੈਂ ਸ਼ੇਅਰ ਕਰ ਦਿੱਤਾ ਹੈ। ਇੱਥੇ ਮੈਂ ਉਸ ਤੋਂ ਪਹਿਲਾਂ ਕਿ ਤੁਹਾਨੂੰ ਇਹ ਅੱਖਰ ਦਿਖਾਵਾਂ, ਮੈਂ ਇੱਥੇ MS ਵਰਡ ਦੇ ਵਿੱਚ ਇੱਕ ਫਾਈਲ ਟਾਈਪ ਕੀਤੀ ਸੀ। ਪਹਿਲਾਂ ਮੈਂ ਤੁਹਾਨੂੰ ਦਿਖਾਇਆ ਸੀਗਾ, ਪੰਜਾਬੀ ਭਾਸ਼ਾ ਵਿੱਚ ਕੰਮ ਕਰੋ ਮੈਂ ਲਿਖਿਆ ਸੀਗਾ। ਮੈਂ ਇੱਥੇ ਕਾਪੀ ਕਰਕੇ ਲਿਆਵਾਂਗਾ, ਤੁਹਾਨੂੰ ਸ਼ਾਇਦ ਨਹੀਂ ਨਜ਼ਰ ਆ ਰਿਹਾ। ਮੈਂ ਇਹਦੇ ਕੋਈ 2 ਸਪੈਲਿੰਗ ਜਾਣਬੁੱਝ ਕੇ ਜਿਹੜੇ ਨੇ ਨਾ ਉਹ ਗਲਤ ਕਰ ਦਿੱਤੇ ਨੇ, ਤੇ ਹੁਣ ਮੈਂ ਇੱਥੇ ਤੁਹਾਡੇ ਲਈ ਲੈ ਕੇ ਆ ਰਿਹਾ ਤੇ ਆਪਾਂ ਦੇਖਦੇ ਹਾਂ ਕਿ ਕਿਵੇਂ ਕੰਮ ਕਰਦੇ ਹਾਂ ਆਪਾਂ। ਮੈਂ ਇਹਨੂੰ ਸ਼ੇਅਰ ਕਰਕੇ ਦਿਖਾ ਦਿੰਦਾ। ਵੈਸੇ ਡੈਮੋਸਟ੍ਰੇਸ਼ਨ ਦੇਣ ਦਾ ਜਾਂ ਇਹਦਾ ਦਿਖਾਵਾ ਕਰਨ ਦਾ ਕੋਈ ਸਾਡਾ ਮੰਤਵ ਨਹੀਂ ਸੀ, ਕਿਉਂਕਿ ਸਮਾਂ ਬਹੁਤ ਲੱਗਦਾ ਹੈ। ਪਰ ਕਿਉਂਕਿ ਤੁਸੀਂ ਦਿਲਚਸਪੀ ਦਿਖਾ ਰਹੇ ਹੋ, ਤਾਂ ਆਪਾਂ ਮਾਈਕਰੋਸਾਫਟ ਵਰਡ ਦੇ ਵਿੱਚ ਦੇਖੋ, ਮੈਂ ਯੂਨੀਕੋਡ 'ਚ ਟਾਈਪ ਨਹੀਂ ਕਰਦਾ। ਮੈਂ ਕੀ ਕਰਦਾ ਕਿ ਇੱਥੇ ਅਨਮੋਲ ਲਿਪੀ ਫੌਂਟ ਲੈ ਲੈਣਾ, ਅਨਮੋਲ ਲਿਪੀ ਮੈਂ ਇੱਥੇ ਲਿਖਦਾ ਜੀ, ਪੁਰਾਣੇ ਤਰੀਕੇ ਨਾਲ ਲਿਖਦਾ, ਪੰਜਾਬੀ ਸਾਡੀ ਮਾਤ ਭਾਸ਼ਾ ਹੈ। ਹੁਣ ਜਦੋਂ ਇਹ ਮੈਟਰ ਕਿਸੇ ਦੂਸਰੇ ਕੰਪਿਊਟਰ ਦੇ ਵਿੱਚ ਲੈ ਕੇ ਜਾਵਾਂਗੇ, ਤਾਂ ਇਹ ਮੈਟਰ, ਜੇ ਤੁਹਾਡੇ ਕੋਲ ਅਨਮੋਲ ਲਿਪੀ ਫੌਂਟ ਨਹੀਂ ਹੈ ਤੇ ਇਸ ਤਰ੍ਹਾਂ ਨਜ਼ਰ ਆਏਗਾ ਅੰਗਰੇਜ਼ੀ ਦੇ ਵਿੱਚ। ਬਿਲਕੁਲ। ਸੋ ਇੱਕ ਤਾਂ ਨਿਸ਼ਾਨੀ ਇਹ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਤੁਹਾਡੇ ਕੋਲ ਕੋਈ ਫਾਈਲ, ਜੋ ਕੋਈ ਕਿਤਾਬ, ਕੋਈ ਚਿੱਠੀ ਪੱਤਰ ਇਸ ਰੂਪ ਵਿੱਚ ਆ ਰਿਹਾ ਹੈ, ਤੇ ਤੁਹਾਨੂੰ ਇਹ ਸਪਸ਼ਟ ਲੱਗ ਰਿਹਾ ਹੈ ਕਿ ਅੰਗਰੇਜ਼ੀ ਨਹੀਂ ਹੋ ਸਕਦੀ, ਇਹ ਤਾਂ ਕੋਈ ਗੜਬੜ ਹੈ, ਔਰ ਭੇਜਣ ਵਾਲਾ ਕਹਿ ਰਿਹਾ ਕਿ ਮੈਂ ਪੰਜਾਬੀ 'ਚ ਭੇਜਿਆ ਜੀ। ਹੁਣ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ ਸਹੀ ਫੌਂਟ ਨਹੀਂ ਹੈ। ਤੁਸੀਂ ਇਹਨੂੰ ਇੱਥੋਂ ਚੁੱਕ ਕਰਕੇ ਕਾਪੀ ਕਰਨਾ, ਕਾਪੀ ਕਰੋ। ਅੱਖਰ 2021 ਸੌਫਟਵੇਅਰ, ਜਿਹੜਾ ਕਿ ਅੱਖਰ iwp.com, ਇਸ ਵੈਬਸਾਈਟ ਦੇ ਉੱਤੇ ਮੁਫਤ ਦੇ ਵਿੱਚ ਉਪਲਬਧ ਹੈ। ਅੱਖਰ iwp.com ਤੁਸੀਂ ਇੱਥੇ ਜਾ ਕੇ ਪੇਸਟ ਕਰਨਾ ਹੈ। ਇਹ ਮੈਟਰ ਇੱਥੇ ਆ ਗਿਆ। ਹੁਣ ਇਹ ਮੈਟਰ ਜਿਹੜਾ ਹੈ, ਚਾਹੇ ਉਹ ਪੰਜਾਬੀ ਦਾ ਹੈ, ਹਿੰਦੀ ਦਾ ਹੈ, ਉਰਦੂ ਦਾ ਹੈ, ਕਿਸੇ ਵੀ ਜ਼ੁਬਾਨ ਦਾ ਹੈ, ਤੁਸੀਂ ਆਪਣੇ ਅੱਖਰ ਸੌਫਟਵੇਅਰ ਦੇ ਵਿੱਚ, ਮੈਨੂੰ ਵੱਡਾ ਕਰਕੇ ਦਿਖਾ ਰਿਹਾ, ਅੱਖਰ ਸੌਫਟਵੇਅਰ ਦੇ ਵਿੱਚ ਜਾਣਾ ਹੈ, ਲੈਂਗੁਏਜ ਟੂਲ ਦੇ ਉੱਤੇ ਕਲਿੱਕ ਕਰਕੇ ਕਨਵਰਟ ਟੂ ਯੂਨੀਕੋਡ ਵਾਲੀ ਆਪਸ਼ਨ ਜਿਵੇਂ ਹੀ ਲਓਗੇ, ਤਾਂ ਤੁਹਾਨੂੰ ਪਹਿਲਾਂ ਪਛਾਣ ਕੇ ਦੱਸ ਦੂਗਾ ਕਿ ਲੈਂਗੁਏਜ ਪੰਜਾਬੀ ਹੈ, ਔਰ ਜਿਹੜਾ ਫੌਂਟ ਦੇ ਵਿੱਚ ਇਹ ਮੈਟਰ ਆਇਆ ਉਹ ਅੱਖਰ ਹੁਣ ਕੁਝ ਸ਼ੋ ਨਹੀਂ ਹੋ ਰਿਹਾ, ਉਹੀ ਸ਼ੋ ਹੋ ਰਿਹਾ ਪਹਿਲਾਂ ਵਾਲਾ, ਤੁਹਾਡਾ ਪਹਿਲਾਂ ਵਾਲਾ ਸ਼ੋ ਹੋ ਰਿਹਾ। ਅੱਛਾ ਠੀਕ ਹੈ, ਤਾਂ ਮੈਂ ਇਹਨੂੰ ਸਟਾਪ ਕਰਕੇ ਦੁਬਾਰਾ ਇੱਕ ਵਾਰੀ ਸ਼ੇਅਰ ਕਰਦਾ। ਚੰਗਾ ਕੀਤਾ ਤੁਸੀਂ ਦੱਸ ਦਿੱਤਾ, ਨਹੀਂ ਤਾਂ ਮੈਂ ਤਾਂ ਬਹੁਤ ਅੱਗੇ ਲੰਘ ਜਾਣਾ ਸੀ। ਸੋ ਅੱਖਰ ਸੌਫਟਵੇਅਰ ਜਿਹੜਾ ਹੈ ਉਹ ਮੈਂ ਸ਼ੇਅਰ ਕਰ ਰਿਹਾ। ਮੈਂ ਤੁਹਾਨੂੰ ਦਿਖਾਇਆ ਸੀ ਕਿ ਅੰਗਰੇਜ਼ੀ MS ਵਰਡ ਦੇ ਵਿੱਚ ਜਦੋਂ ਪੁਰਾਣੇ ਫੌਂਟ 'ਚ ਟਾਈਪ ਕੀਤਾ ਹੋਇਆ ਮੈਟਰ ਆਉਂਦਾ ਹੈ, ਤਾਂ ਸਾਨੂੰ ਉਹ ਅੰਗਰੇਜ਼ੀ ਵਿੱਚ ਨਜ਼ਰ ਆਉਣ ਲੱਗ ਜਾਂਦਾ ਹੈ। ਤੁਸੀਂ ਉਹਨੂੰ ਕਾਪੀ ਕਰਨਾ, ਅੱਖਰ ਸੌਫਟਵੇਅਰ ਦੇ ਵਿੱਚ ਪਾ ਦੇਣਾ। ਇੱਥੇ ਮੈਂ ਪਾ ਦਿੱਤਾ।
ਅੱਖਰ ਸੌਫਟਵੇਅਰ ਦੇ ਵਿੱਚ ਸਾਡੇ ਕੋਲ ਇੱਥੇ ਜਿਹੜਾ ਵਿਕਲਪ ਹੈ ਲੈਂਗੁਏਜ ਟੂਲ, ਜੀ ਇੱਥੇ ਜਾ ਕੇ ਸਾਡੇ ਕੋਲ ਦੂਜੀ ਆਪਸ਼ਨ ਹੈ ਕਨਵਰਟ ਟੂ ਯੂਨੀਕੋਡ, ਕਲਿੱਕ ਕੀਤਾ। ਭਾਸ਼ਾ ਵੀ ਪਛਾਣ ਕੇ ਦੱਸ ਦਊਗਾ ਤੁਹਾਨੂੰ ਇਹ ਜਦੋਂ ਜੀ। ਕਨਵਰਟ ਟੂ ਯੂਨੀਕੋਡ ਕਰੋਗੇ। ਤੇ ਦੂਸਰਾ ਕੀ ਕੰਮ ਕਰੂਗਾ ਕਿ ਇਹ ਤੁਹਾਨੂੰ ਜਿਹੜਾ ਹੈ ਫੌਂਟ ਕਨਵਰਟ ਕਰਕੇ ਵੀ ਦੇ ਦੂਗਾ। ਇਹਦੇ ਮੇਰੀ ਸਕਰੀਨ ਦੇ ਥੱਲੇ ਲੁਕ ਗਿਆ, ਮੈਨੂੰ ਦੁਬਾਰਾ ਦੇਖ ਲੈਂਦਾ। ਸੋ ਕਨਵਰਟ ਟੂ ਯੂਨੀਕੋਡ ਦੇ ਉੱਤੇ ਜਿਵੇਂ ਕਲਿੱਕ ਕੀਤਾ ਤੇ ਇੱਕ ਸੰਵਾਦ ਬਕਸਾ ਸਾਡੇ ਕੋਲ ਆਇਆ ਜਿੱਥੇ ਉਹ ਦੱਸ ਰਿਹਾ ਕਿ ਭਾਸ਼ਾ ਪੰਜਾਬੀ ਔਰ ਫੌਂਟ ਜਿੰਦੇ ਵਿੱਚ ਭੇਜਿਆ ਗਿਆ ਮੈਟਰ ਉਹ ਅੱਖਰ ਹੈ। ਸੋ ਇੱਥੇ ਜੀ। ਕਨਫਿਊਜ਼ ਨਹੀਂ ਹੋਣਾ, ਅੱਖਰ ਸੌਫਟਵੇਅਰ ਦਾ ਨਾਮ ਵੀ ਹੈ, ਅੱਖਰ ਇਹਦੇ ਵਿੱਚ ਇੱਕ ਫੌਂਟ ਵੀ ਹੈ। ਸੋ ਅੱਖਰ ਤੇ ਅਨਮੋਲ ਲਿਪੀ 'ਚ ਕੋਈ ਫਰਕ ਨਹੀਂ ਹੈ। ਅਸੀਂ ਕਲਿੱਕ ਕਰਨਾ ਹੈ ਕਨਵਰਟ ਦੇ ਉੱਤੇ ਤੇ ਸਾਰੇ ਦਾ ਸਾਰਾ ਜਿਹੜਾ ਮੈਟਰ ਹੈ ਉਹ ਸਾਡਾ ਯੂਨੀਕੋਡ ਦੇ ਵਿੱਚ ਬਦਲ ਗਿਆ। ਹੁਣ ਇੱਥੇ ਜਾਣਬੁੱਝ ਕੇ ਇੱਕ ਮੈਂ ਗਲਤੀ ਕੀਤੀ ਸੀ, ਭੱਬੇ ਨੂੰ ਕੰਨਾ, ਸੱਸੇ ਪੈਰ ਬਿੰਦੀ ਤੇ ਫਿਰ ਕੰਨਾ ਲਗਾਇਆ। ਇਹ ਭਾਸ਼ਾ ਸ਼ਬਦ ਉੱਥੇ ਮੈਂ ਗਲਤ ਕੀਤਾ ਸੀ ਇਸ ਵਾਸਤੇ ਕਿਉਂਕਿ ਇਹਦੇ ਵਿੱਚ ਜਿਹੜੀ ਸੁਵਿਧਾਵਾਂ ਹੋਰ ਵੀ ਨੇ ਉਹ ਵੀ ਤੁਹਾਨੂੰ ਦੱਸਣੀਆਂ ਨੇ। ਇੱਥੇ ਇਹ ਵੀ ਹੋ ਸਕਦਾ ਹੈ ਕਿ ਜੇ ਗਲਤ ਜਿਹੜਾ ਤੁਸੀਂ ਫੌਂਟ ਕਨਵਰਟਰ ਵਰਤੋ ਤਾਂ ਉਹ ਇੱਥੇ ਗਲਤੀਆਂ ਪਾ ਦੇਗਾ ਤੁਹਾਡੇ ਕੋਲ। ਮੈਂ ਇੱਥੇ ਪੰਜਾਬੀ ਸ਼ਬਦ ਨੂੰ ਵੀ ਮੈਂ ਇੱਥੇ ਗਲਤ ਜਾਣਬੁੱਝ ਕੇ ਕਰਤਾ। ਅਗਲੀ ਇਹਦੇ ਵਿੱਚ ਆਪਸ਼ਨ ਸਾਡੇ ਕੋਲ ਜਿਹੜੀ ਮੈਂ ਦੱਸੀ ਸੀ ਕਿ ਸਪੈਲ ਚੈਕਰ ਬੜਾ ਸ਼ਕਤੀਸ਼ਾਲੀ ਹੈ। ਮੈਂ ਸਪੈਲ ਚੈਕਰ ਦੇ ਉੱਤੇ ਕਲਿੱਕ ਕੀਤਾ, ਸਾਡੇ ਕੋਲ ਇੱਕ ਸੰਵਾਦ ਬਕਸਾ ਇੱਥੇ ਖੁੱਲ ਗਿਆ। ਇਹ ਨਾਲ ਸਾਨੂੰ ਦੱਸੀ ਜਾ ਰਿਹਾ ਹੈ ਕਿ ਭਾਈ ਇਹ ਵਾਲਾ ਸ਼ਬਦ ਜਿਹੜਾ ਹੈ ਪੰਜਾਬੀ ਸ਼ਬਦ ਜਿਹੜੇ ਉਹਦੇ ਸਪੈਲਿੰਗ ਗਲਤ ਨੇ। ਜਿਵੇਂ ਤੁਸੀਂ ਸਵਾਲ ਕੀਤਾ ਕਿ ਉਹ ਪੰਜਾਬੀ ਦੇ ਸ਼ਬਦ ਵੀ ਉਵੇਂ ਆ ਜਾਂਦੇ ਨੇ, ਬਿਲਕੁਲ ਆਉਂਦੇ ਨੇ, ਪਰ ਉਹ MS ਵਰਡ ਵਿੱਚ ਸਾਡੇ ਕੋਲ ਸੁਵਿਧਾ ਨਹੀਂ ਹੈ। ਇਹਦੀ ਸੁਵਿਧਾ ਦੇ ਲਈ ਤੁਹਾਨੂੰ ਅੱਖਰ ਸੌਫਟਵੇਅਰ ਵਰਤਣਾ ਪਏਗਾ। ਅੱਖਰ ਬਿਲਕੁਲ MS ਵਰਡ ਤਰ੍ਹਾਂ ਇੱਕ ਪੂਰੇ ਦਾ ਪੂਰਾ ਸੌਫਟਵੇਅਰ ਹੈ। ਸੋ ਪੰਜਾਬੀ ਸ਼ਬਦ ਗਲਤ ਹੈ, ਚੇਂਜ ਦੇ ਉੱਤੇ ਕਲਿੱਕ ਕੀਤਾ ਆਪਣੇ ਆਪ ਤਬਦੀਲੀ ਹੋ ਗਈ। ਭਾਸ਼ਾ ਸ਼ਬਦ ਦੇ ਉੱਤੇ ਚੇਂਜ ਕੀਤਾ ਤੇ ਸਾਰੀ ਤਬਦੀਲੀ ਹੋ ਗਈ। ਇਸੇ ਤਰ੍ਹਾਂ ਸਾਰੀਆਂ ਤਬਦੀਲੀਆਂ ਕਰਨੀਆਂ ਨੇ ਪੂਰੀ ਕਿਤਾਬ ਹੈ ਤੇ ਚੇਂਜ ਆਲ ਕਰੋ। ਜੇ ਤੁਹਾਨੂੰ ਲੱਗਦਾ ਹੈ ਕਿ ਗਲਤੀ ਧੱਕੇ ਨਾਲ ਹੀ ਕਰ ਰਿਹਾ ਹੈ ਤੇ ਇਗਨੋਰ ਕਰ ਦਿਓ। ਤੁਹਾਨੂੰ ਲੱਗਦਾ ਹੈ ਕਿ ਗਲਤੀ ਜਿਹੜੀ ਹੈ ਇਹਨੂੰ ਪਕੜਨ ਦੇ ਵਿੱਚ ਦਿੱਕਤ ਹੋ ਰਹੀ ਹੈ ਤਾਂ ਐਡ ਟੂ ਡਿਕਸ਼ਨਰੀ ਕਰ ਦਿਓ। ਫਿਲਹਾਲ ਅਸੀਂ ਚੇਂਜ ਕਰਾਂਗੇ ਤਾਂ ਸਪੈਲ ਚੈਕਰ ਸਾਡੇ ਕੋਲ ਕੰਪਲੀਟ ਹੋ ਗਿਆ। ਸੋ ਇਹ ਸਾਰੀਆਂ ਸੁਵਿਧਾਵਾਂ ਆਲਰੇਡੀ ਸਾਡੇ ਕੋਲ ਨੇ ਔਰ ਇਹ ਅੱਖਰ ਸੌਫਟਵੇਅਰ ਦੇ ਵਿੱਚ ਦਿੱਤੀਆਂ ਹੋਈਆਂ ਨੇ। ਆਨਲਾਈਨ ਸੋਧਕ ਜਿਹੜਾ ਆਨਲਾਈਨ ਸਾਡੀ ਵੈਬਸਾਈਟ ਹੈ ਉਹਦੇ ਉੱਤੇ ਵੀ ਦਿੱਤੀਆਂ ਹੋਈਆਂ ਨੇ। ਸੋ ਮੈਨੂੰ ਲੱਗਦਾ ਹੈ ਕਿ ਫੌਂਟ ਕਨਵਰਟਰ ਤੇ ਸਪੈਲ ਚੈਕਰ ਨਾਲ ਸੰਬੰਧਿਤ ਤੁਹਾਡਾ ਕੋਈ ਸਵਾਲ ਜਿਹੜਾ ਹੈ ਉਹ ਨਹੀਂ ਹੋਏਗਾ। ਅਗਲਾ ਜਿਹੜਾ ਸਾਡੇ ਕੋਲ ਸੌਫਟਵੇਅਰ ਬਣਿਆ ਹੈ ਉਹ ਹੈ ਗ੍ਰਾਮਰ ਚੈਕਰ। ਗ੍ਰਾਮਰ ਚੈਕਰ ਦੇ ਵਿੱਚ ਅਜੇ ਅਸੀਂ ਥੋੜੇ ਜਿਹੇ ਪਛੜੇ ਹੋਏ ਆ। ਸਾਡਾ ਜਿਹੜਾ ਗ੍ਰਾਮਰ ਚੈਕਰ ਹੈ ਸਧਾਰਨ ਵਾਕਾਂ ਨੂੰ ਸ਼ੁੱਧ ਕਰਨ ਦੇ ਲਈ ਸਾਨੂੰ ਜਿਹੜਾ ਹੈ ਸੁਝਾਅ ਦੇ ਦਿੰਦਾ ਹੈ, ਪਰ ਸੰਯੁਕਤ ਤੇ ਗੁੰਝਲਦਾਰ ਵਾਕਾਂ ਦੇ ਉੱਤੇ ਅਜੇ ਕੰਮ ਚੱਲ ਰਿਹਾ। ਮੇਰਾ ਇੱਕ ਵਿਦਿਆਰਥੀ PhD ਦਾ ਉਹ ਇਸ ਕੰਮ ਦੇ ਉੱਤੇ ਲੱਗਿਆ ਹੋਇਆ, ਡੀਪ ਲਰਨਿੰਗ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਲੈਸ। ਉਹ ਜਿਹੜਾ ਸੌਫਟਵੇਅਰ ਹੈ ਆਉਣ ਵਾਲੇ 2 ਸਾਲਾਂ ਦੇ ਵਿੱਚ ਜ਼ਰੂਰ ਬਣ ਜਾਏਗਾ। ਪਰ ਸਾਡੇ ਕੋਲ ਇੱਕ ਸਕ੍ਰਿਪਟ ਗ੍ਰਾਮਰ ਚੈਕਰ ਨਾਂ ਦਾ ਸੌਫਟਵੇਅਰ ਤਿਆਰ ਹੈ ਜਿਹੜਾ ਕਿ 100% ਦੀ ਗਲਤੀਆਂ ਪਕੜਨ ਦੇ ਵਿੱਚ ਕਾਮਯਾਬ ਹੈ। ਸਕ੍ਰਿਪਟ ਗ੍ਰਾਮਰ ਚੈਕਰ ਅਸੀਂ ਉਹਨੂੰ ਕਹਿੰਦੇ ਆ ਜਿੱਥੇ ਅਸੀਂ ਪੰਜਾਬੀ ਦੇ ਜਿਹੜੇ ਸਹੀ ਨਿਯਮ ਨੇ ਲਗਾ ਮਾਤਰਾਵਾਂ ਨੂੰ ਪਾਉਣ ਦੇ, ਉਹਨਾਂ ਨਿਯਮਾਂ ਨੂੰ ਅਸੀਂ ਛਿੱਕੇ ਟੰਗ ਕੇ ਅਸੀਂ ਆਪਣੀ ਮਰਜ਼ੀ ਕਰਦੇ ਹਾਂ। ਉੱਥੇ ਫਿਰ ਸਕ੍ਰਿਪਟ ਗ੍ਰਾਮਰ ਜਿਹੜਾ ਹੈ ਉਹ ਉਹਨਾਂ ਨੂੰ ਠੀਕ ਕਰ ਦਿੰਦਾ ਹੈ। ਮਿਸਾਲ ਵਜੋਂ ਤੁਸੀਂ ਸ਼ਬਦ ਪਾਉਣਾ ਸੰਤ ਤੇ ਸੱਸੇ ਤੇ ਟਿੱਪੀ ਦੀ ਬਜਾਏ ਬਿੰਦੀ ਪਾ ਬੈਠੇ ਤਾਂ ਤੁਸੀਂ ਜਦੋਂ ਸਕ੍ਰਿਪਟ ਗ੍ਰਾਮਰ ਚੈਕਰ ਚਲਾਓਗੇ ਤੇ ਉਹ ਸਾਰੀਆਂ ਗਲਤੀਆਂ ਨੂੰ ਠੀਕ ਕਰ ਦੇਗਾ। ਸੋ ਇਸੇ ਤਰ੍ਹਾਂ ਸਾਡੇ ਕੋਲ ਇੱਕ ਸਵਾਲ ਆ ਰਿਹਾ, ਅੱਖਰ ਸੌਫਟਵੇਅਰ ਕਿਹੜੀ ਵਿੰਡੋ ਦੇ ਵਿੱਚ ਸਹੀ ਚੱਲਦਾ ਹੈ? ਸਾਰੀਆਂ ਵਿੰਡੋਜ਼ XP ਤੋਂ ਬਾਅਦ ਜਿਹੜੀਆਂ ਆਈਆਂ ਨੇ, ਵਿੰਡੋ 7 ਹੈ ਤੇ ਚਾਹੇ ਵਿੰਡੋ 11 ਹੈ, ਸਾਰੀਆਂ ਦੇ ਵਿੱਚ ਇਹ ਸਹੀ ਚੱਲਦਾ ਤੇ ਅੱਖਰ 2021 ਸਭ ਤੋਂ ਇਹਦਾ ਨਵਾਂ ਵਰਜਨ ਹੈ, ਨਵਾਂ ਸੰਸਕਰਨ ਹੈ। ਪੁਰਾਣਾ ਸੰਸਕਰਨ ਅੱਖਰ 2016 ਹੈ। ਸੋ ਗ੍ਰਾਮਰ ਚੈਕਰ ਦੇ ਬਾਰੇ ਮੈਂ ਦੱਸਤਾ। ਅਗਲੀ ਗੱਲ ਜਿਹੜੀ ਹੈ ਸਾਡੇ ਕੋਲ ਜਿਹੜਾ ਪੰਜਾਬੀ ਦਾ ਸੌਫਟਵੇਅਰ ਜਿਹਦੇ ਉੱਤੇ ਅਸੀਂ ਮਾਣ ਕਰ ਸਕਦੇ ਹਾਂ ਉਹ ਹੈ ਆਪਟੀਕਲ ਕਰੈਕਟਰ ਰੈਕੋਗਨੀਸ਼ਨ, ਯਾਨੀ ਕਿ ਤਸਵੀਰੀ ਰੂਪ ਨੂੰ ਟਾਈਪ ਰੂਪ ਦੇ ਵਿੱਚ ਬਦਲਣ ਵਾਲਾ ਸੌਫਟਵੇਅਰ। ਮਿਸਾਲ ਵਜੋਂ ਤੁਸੀਂ ਕਿਸੇ ਐਸੀ ਜਗ੍ਹਾ ਤੇ ਚਲੇ ਗਏ, ਤੁਸੀਂ ਜਾਪਾਨ ਚਲੇ ਗਏ, ਚੀਨ ਦੇ ਵਿੱਚ ਚਲੇ ਗਏ ਜਾਂ ਅਜਿਹੇ ਮੁਲਕ ਦੇ ਵਿੱਚ ਚਲੇ ਗਏ ਜਿੱਥੇ ਜਿਹੜੇ ਸੰਕੇਤ ਨੇ ਜਾਂ ਜਿਹੜੇ ਸਾਈਨ ਬੋਰਡ ਨੇ ਉਹ ਅੰਗਰੇਜ਼ੀ ਦੇ ਵਿੱਚ ਵੀ ਨਹੀਂ, ਉਹਦੀ ਮਾਤ ਭਾਸ਼ਾ 'ਚ ਲੱਗੇ ਹੋਏ ਨੇ। ਤੇ ਤੁਸੀਂ ਕੀ ਕਰਨਾ ਹੈ, ਆਪਣੇ ਸਮਾਰਟਫੋਨ ਦੇ ਰਾਹੀਂ ਉਹਦੀ ਫੋਟੋ ਖਿੱਚਣੀ ਹੈ। ਫੋਟੋ ਖਿੱਚ ਕੇ ਤੁਸੀਂ ਜਿਹੜਾ OCR ਆਪਟੀਕਲ ਕਰੈਕਟਰ ਰੈਕੋਗਨੀਸ਼ਨ ਜਿਹਦੀ ਮੈਂ ਗੱਲ ਕੀਤੀ ਹੈ ਉਹ ਸੌਫਟਵੇਅਰ ਚਲਾ ਦੇਣਾ। ਤੁਹਾਨੂੰ ਉਹ ਉਸ ਫੋਟੋ ਦੇ ਵਿੱਚ ਜੋ ਕੁਝ ਵੀ ਮਿਲੇਗਾ, ਲਿਖਤ ਮਿਲੇਗੀ, ਉਹਨੂੰ ਟਾਈਪ ਕਰਕੇ ਦੇ ਦੇਗਾ। ਉਸ ਤੋਂ ਬਾਅਦ ਕੀ ਕਰ ਸਕਦੇ ਹੋ, ਤੁਸੀਂ ਉਹਨੂੰ ਅਨੁਵਾਦ ਕਰ ਸਕਦੇ ਹੋ ਗੂਗਲ ਦੇ ਰਾਹੀਂ ਤੇ ਤੁਹਾਨੂੰ ਸਮਝ ਆ ਜਾਏਗਾ ਕਿ ਇਹ ਦੁਕਾਨ ਜਿਹੜੀ ਹੈ
ਉਹ ਕਿਸ ਚੀਜ਼ ਦੀ ਹੈ, ਕਿਹੜੇ ਉਤਪਾਦ ਦੀ ਹੈ। ਸੋ ਉਹਦੇ ਲਈ OCR ਜਿਹੜਾ ਸੌਫਟਵੇਅਰ ਹੈ ਉਹ ਮੋਬਾਈਲ ਦੇ ਉੱਤੇ ਵੀ ਸਾਡੇ ਕੋਲ ਉਪਲਬਧ ਹੈ ਤੇ ਕੰਪਿਊਟਰ ਦੇ ਵਿੱਚ ਵੀ ਉਪਲਬਧ ਹੈ। ਕੰਪਿਊਟਰ ਦੇ ਵਿੱਚ ਅੱਖਰ 2016 ਜਿਹੜਾ ਸੰਸਕਰਨ ਹੈ ਉਹਦੇ ਵਿੱਚ OCR ਸੌਫਟਵੇਅਰ ਹੈ। ਜੀ ਸਾਡੇ ਕੋਲ DPD ਵਿਭਾਗ ਹੈ, ਉਹਦੀ ਇੱਕ ਪੁਸਤਕ ਹੈ ਜਿਹੜੀ ਕਿ ਮੈਗਜ਼ੀਨ ਹੈ ਜਿਹਨੂੰ ਸਾਹਿਤਯ ਮਾਰਗ ਕਹਿੰਦੇ ਆ, ਉਹ ਦੇਵਨਾਗਰੀ ਲਿਪੀ ਦੇ ਵਿੱਚ ਛਪਦਾ ਹੈ। ਤੋਂ ਅਸੀਂ ਕੀ ਕਰਦੇ ਹਾਂ ਕਿ ਉਹ ਗੁਰਮੁਖੀ ਦੇ ਵਿੱਚ ਲੇਖ ਜਿਹੜੇ ਛਾਪੇ ਜਾਂਦੇ ਨੇ ਤੇ ਉਹ ਕਿਤਾਬ ਪੂਰੀ ਦੀ ਪੂਰੀ, ਪਿੱਛੇ ਮੇਰੇ ਕੋਲ 3 ਕਿਤਾਬਾਂ ਆਈਆਂ ਕਿ ਇਹਨੂੰ ਦੇਵਨਾਗਰੀ 'ਚ ਕਰਨਾ ਹੈ, ਤੇ ਮੈਂ ਅੱਖਰ ਸੌਫਟਵੇਅਰ ਦੇ ਰਾਹੀਂ ਪਹਿਲਾਂ ਤਾਂ ਸਾਰੀ ਕਿਤਾਬ ਦੇ ਪੇਜਾਂ ਦੀਆਂ ਫੋਟੋਆਂ ਖਿੱਚ ਲਈਆਂ, ਸਕੈਨ ਕਰ ਲਿਆ। ਸਕੈਨ ਕਰਨ ਤੋਂ ਬਾਅਦ OCR ਨੂੰ ਦੇ ਦਿੱਤਾ ਪੂਰੇ ਦਾ ਪੂਰਾ ਫੋਲਡਰ, ਤਾਂ OCR ਨੇ ਇੱਕ ਪੇਜ ਚੱਕਿਆ ਤੇ ਉਹਨੂੰ ਟਾਈਪ ਕਰਕੇ ਦੇ ਦਿੱਤਾ। ਉਸ ਤੋਂ ਬਾਅਦ ਸਪੈਲ ਚੈੱਕਰ ਚਲਾ ਦਿਓ ਔਰ ਇੱਕ ਵਾਰੀ ਉਹਨੂੰ ਪ੍ਰੂਫ ਰੀਡਿੰਗ ਕਰ ਲਓ, ਤੁਹਾਡੇ ਕੋਲ ਦੇਵਨਾਗਰੀ ਲਿਪੀ ਦੇ ਵਿੱਚ ਕਿਤਾਬ ਜਿਹੜੀ ਹੈ ਉਹ ਤਿਆਰ ਹੈ। ਔਰ ਮੋਬਾਈਲ ਫੋਨ ਦੀ ਗੱਲ ਕਰੀਏ ਤਾਂ ਮੋਬਾਈਲ ਫੋਨ ਦੇ ਉੱਤੇ ਸਾਡੇ ਕੋਲ ਇੱਕ ਐਪ ਹੈ ਜਿਹਦਾ ਨਾਮ ਤੁਸੀਂ ਨੋਟ ਕਰ ਸਕਦੇ ਹੋ, ਉਹਦਾ ਨਾਮ ਹੈ ਗੂਗਲ ਲੈਂਸ। ਗੂਗਲ ਲੈਂਸ ਇੱਕ ਐਸੀ ਐਪ ਹੈ ਕਿ ਉਸ ਐਪ ਦੇ ਰਾਹੀਂ ਤੁਸੀਂ ਫੋਟੋ ਖਿੱਚੋ, ਕੋਈ ਵੀ ਸਾਈਨ ਬੋਰਡ ਹੈ, ਕੋਈ ਕਾਗਜ਼ ਹੈ, ਕੋਈ ਕਿਤਾਬ ਦੀ ਫੋਟੋ ਹੈ, ਤੁਸੀਂ ਉਹਦੀ ਫੋਟੋ ਖਿੱਚਣੀ ਹੈ ਤੇ ਉਹ ਤੁਹਾਨੂੰ ਟਾਈਪ ਕਰਕੇ ਦੇ ਦੇਗਾ। ਉਹਨੂੰ ਤੁਸੀਂ ਫਿਰ ਸੋਸ਼ਲ ਮੀਡੀਆ ਦੇ ਉੱਤੇ, WhatsApp ਤੇ Facebook ਦੇ ਉੱਤੇ ਉਹਦੇ ਵਿੱਚ ਤਬਦੀਲੀ ਕਰਕੇ ਵੀ ਪਾ ਸਕਦੇ ਹੋ ਤੇ ਉਸੇ ਰੂਪ ਦੇ ਵਿੱਚ ਵੀ ਪਾ ਸਕਦੇ ਹੋ। ਸੋ ਸਾਡੇ ਕੋਲ OCR ਸਰ ਇੱਕ ਚੀਜ਼ ਮੈਂ ਪੁੱਛਣਾ ਚਾਹੁੰਦਾ, ਜਦੋਂ ਆਪਾਂ ਇਸ ਤਰ੍ਹਾਂ ਕਰਦੇ ਆ, ਮੈਂ ਬਹੁਤ ਵਾਰੀ ਕਰਕੇ ਦੇਖਿਆ, ਬਹੁਤ ਵਾਰੀ ਕਿਤੇ ਅੱਖਰ ਜਾਂ ਸ਼ਬਦ ਹੋਰ ਚਲੇ ਜਾਂਦੇ ਨੇ, ਉੱਪਰ ਥੱਲੇ ਹੋ ਜਾਂਦੇ ਨੇ, ਗੜਬੜ ਹੋ ਜਾਂਦੀ ਹੈ, ਰਲਗੜ ਹੋ ਜਾਂਦੇ ਨੇ। ਇਹ ਕੋਈ ਫੋਟੋ ਖਿੱਚਣ ਦਾ ਮਸਲਾ ਹੀ ਹੈ ਜਾਂ ਕੋਈ ਸਾਡੇ ਕੋਲ ਤਕਨੀਕ ਨਹੀਂ ਹੈ ਜੇ ਉਸ ਕਿਸਮ ਦੀ ਡਿਵੈਲਪ ਹੋਈ ਹੈਗੀ? ਜੀ, ਦੋਨੇ ਤਰ੍ਹਾਂ ਦੇ ਮਸਲੇ ਨੇ। ਜਦੋਂ ਅਸੀਂ OCR ਕਰਦੇ ਹਾਂ ਤੇ OCR ਨੇ ਸਿਰਫ ਤੁਹਾਡੇ ਅੱਖਰਾਂ ਨੂੰ ਪਛਾਣਨਾ ਹੈ। ਜੀ ਫਾਰਮੈਟਿੰਗ ਵਿਗੜ ਜਾਂਦੀ ਹੈ। ਫਾਰਮੈਟਿੰਗ ਦੇ ਉੱਤੇ ਕੰਮ ਕਰਨ ਦੇ ਲਈ ਅਜੇ ਹੋਰ ਕੰਮ ਕਰਨਾ ਪਏਗਾ। ਜਦੋਂ ਆਪਾਂ ਕਹਿੰਦੇ ਆ ਨਾ ਕਿ ਜਿਹੜੇ ਸ਼ਬਦ ਪਹਿਲੀ ਲਾਈਨ ਸੀ ਉਹ ਪਹਿਲੀ 'ਚ ਨਜ਼ਰ ਆਉਣ, ਦੂਜੀ ਲਾਈਨ ਵਾਲੇ ਦੂਜੀ 'ਚ ਨਜ਼ਰ ਆਉਣ, ਤੇ OCR ਜਦੋਂ ਅਸੀਂ ਕਰਦੇ ਹਾਂ ਕਈ ਵਾਰ ਅਜਿਹਾ ਨਹੀਂ ਹੁੰਦਾ। ਇਹ ਅਜੇ ਅੰਗਰੇਜ਼ੀ ਵਿੱਚ ਵੀ ਸੰਭਵ ਨਹੀਂ ਹੋਇਆ, ਪਰ ਫਿਰ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ OCR ਦੀ ਗੁਣਵੱਤਾ ਬਹੁਤ ਵਧੀਆ ਹੋਵੇ ਤਾਂ ਤੁਹਾਨੂੰ ਅੱਖਰ 2016 ਦਾ ਹੀ ਸਹਾਰਾ ਲੈਣਾ ਪੈਣਾ। ਤੇ ਉਹਦੇ ਲਈ ਇੱਕੋ ਇੱਕ ਜਿਹੜਾ ਸੂਤਰ ਹੈ ਕਿ ਤੁਸੀਂ ਆਪਣੀ ਕਿਤਾਬ ਨੂੰ ਜਦੋਂ ਸਕੈਨ ਕਰਨਾ ਹੈ ਤੇ ਸਕੈਨਰ ਦੀਆਂ ਸੈਟਿੰਗ ਦੇ ਵਿੱਚ ਜਾ ਕੇ 300 DPI ਦੇ ਉੱਤੇ ਸਕੈਨਰ ਨੂੰ ਸੈੱਟ ਕਰ ਲੈਣਾ। ਜਿਹੜੀ ਉਹਦੀ ਗੁਣਵੱਤਾ ਹੈ ਸਕੈਨਿੰਗ ਦੀ 300 DPI, ਨਾ ਵਧਾਉਣੀ ਹੈ ਨਾ ਘਟਾਉਣੀ, ਕਿਉਂਕਿ 300 DPI ਦੇ ਉੱਤੇ ਹੀ ਇਹਦੇ ਤੇ ਖੋਜ ਚੱਲਦੀ ਹੈ। ਸੋ ਮੈਂ ਜਿਹੜਾ ਗੂਗਲ ਲੈਂਸ ਵਰਤਦਾ, ਬਹੁਤ ਵਧੀਆ, ਕਾਫੀ ਹੱਦ ਤੱਕ ਉਹ ਸਾਡੀ ਮਦਦ ਕਰਦਾ ਹੈ, ਪਰ ਫਾਰਮੈਟਿੰਗ ਸਾਨੂੰ ਦੁਬਾਰਾ ਸਿਰੋਂ ਤੋਂ ਕਰਨੀ ਪੈਣੀ ਹੈ। ਉਸ ਮਸਲੇ ਦੇ ਵਿੱਚ ਅਜੇ ਹੋਰ ਕੰਮ ਹੋਣ ਵਾਲਾ ਹੈ। ਅਗਲਾ ਸਾਡੇ ਕੋਲ ਸੌਫਟਵੇਅਰ ਹੈ TTS, ਯਾਨੀ ਕਿ ਟੈਕਸਟ ਟੂ ਸਪੀਚ। ਤੁਸੀਂ ਜੋ ਲਿਖਿਆ ਹੈ ਉਹਨੂੰ ਕੰਪਿਊਟਰ ਬੋਲ ਕੇ ਸੁਣਾ ਦੇ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਪੰਜਾਬੀ ਯੂਨੀਵਰਸਿਟੀ ਇਹਦੇ ਉੱਤੇ ਆਲਮੋਸਟ ਕੰਮ ਕਰ ਚੁੱਕੀ ਹੈ। ਤੁਸੀਂ ਅਜੀਤ ਅਖਬਾਰ ਜਾਂ ਪੰਜਾਬੀ ਟ੍ਰਿਬਿਊਨ ਜਾਂ ਕੋਈ ਹੋਰ ਪੇਪਰ ਆਨਲਾਈਨ ਪੜ੍ਹ ਰਹੇ ਹੋ, ਪੜ੍ਹਦੇ ਅੱਖਾਂ ਥੱਕ ਗਈਆਂ ਪਰ ਕੰਨ ਭੁੱਖੇ ਨੇ, ਉਹ ਸੁਣਨਾ ਚਾਹੁੰਦੇ ਨੇ ਕੁਛ, ਤਾਂ ਤੁਸੀਂ ਜਿਹੜੀ ਵੀ ਖਬਰ ਪੜ੍ਹ ਰਹੇ ਹੋ ਉਹਦੇ ਨਾਲ ਇੱਕ ਸਪੀਕਰ ਦਾ ਆਈਕਨ ਤੁਹਾਨੂੰ ਲੱਗਿਆ ਹੋਇਆ ਮਿਲੇਗਾ। ਤੁਸੀਂ ਉੱਤੇ ਕਲਿੱਕ ਕਰਨਾ ਹੈ ਤੇ ਖਬਰ ਜਿਹੜਾ ਹੈ ਕੰਪਿਊਟਰ ਬੋਲ ਕੇ ਸੁਣਾ ਦੂਗਾ ਤੁਹਾਨੂੰ, ਚਾਹੇ ਮੋਬਾਈਲ ਫੋਨ ਹੋਵੇ ਚਾਹੇ ਕੰਪਿਊਟਰ ਹੋਵੇ। ਤਾਂ ਉਹ ਟੈਕਨੋਲੋਜੀ ਸਾਡੇ ਕੋਲ ਵਿਕਸਿਤ ਹੋ ਚੁੱਕੀ ਹੈ, ਜਲਦੀ ਆ ਜਾਏਗੀ। ਅਗਲੀ ਜਿਹੜੀ ਟੈਕਨੋਲੋਜੀ ਹੈ ਉਹਦੇ ਵਿੱਚ ਬੋਲ ਕੇ ਟਾਈਪ ਕਰਨ ਵਾਲੀ ਤਕਨੀਕ ਹੈ। ਸੋ ਬੋਲ ਕੇ ਟਾਈਪ ਕਰਨ ਵਾਲੀ ਜਿਹੜੀ ਸਰ ਤੁਸੀਂ ਪਹਿਲਾਂ ਟੈਕਨੋਲੋਜੀ ਦੀ ਗੱਲ ਕੀਤੀ ਹੈ, ਕਿ ਉਹ ਉਹਨਾਂ ਵੱਡੇ ਅਦਾਰਿਆਂ ਤੱਕ ਹੀ ਸੀਮਿਤ ਹੈ ਅਜੇ, ਜਾਂ ਜਿਵੇਂ ਮੈਂ ਆਪਣੀ ਟੈਕਸਟ ਟਾਈਪ ਕਰਦਾ ਮੈਂ ਉਹਨੂੰ ਸੁਣ ਸਕਦਾ? ਜੀ, ਪਬਲਿਕ ਡੋਮੇਨ ਦੇ ਵਿੱਚ ਆਪਾਂ ਕਹਿ ਦਈਏ ਕਿ ਜਨਤਕ ਤੌਰ ਦੇ ਉੱਤੇ ਮੈਂ ਸ਼ਾਇਦ ਨਹੀਂ ਇਸ ਤਰ੍ਹਾਂ ਦਾ ਸੌਫਟਵੇਅਰ ਦੇਖਿਆ ਕਿ ਤੁਸੀਂ ਉਹਨੂੰ ਵਰਤ ਸਕੋ ਤੇ ਉਹ ਟਾਈਪ ਕੀਤੇ ਹੋਏ ਨੂੰ ਬੋਲ ਦੇਵੇ। ਪਰ ਯੂਨੀਵਰਸਿਟੀ ਦੇ ਵਿੱਚ ਖੋਜ ਜਾਰੀ ਹੈ, ਇੱਕ ਖੋਜਾਰਥੀ ਲੱਗਿਆ ਹੋਇਆ ਤੇ ਕੰਮ ਬਹੁਤ ਨੇੜੇ ਪਹੁੰਚ ਚੁੱਕਿਆ ਤੇ ਮੈਨੂੰ ਲੱਗਦਾ ਹੈ ਕਿ ਉਸੇ ਫੁਰਤੀ ਨਾਲ ਕੰਮ ਚੱਲਦਾ ਰਿਹਾ ਤਾਂ ਬਹੁਤ ਜਲਦੀ ਅਖਬਾਰਾਂ ਦੇ ਵਿੱਚ ਜਿਹੜਾ ਉਹ ਸੌਫਟਵੇਅਰ ਹੈ ਉਹ ਵਰਤਣ ਲੱਗ ਜਾਏਗਾ ਔਰ ਆਮ ਵਿਅਕਤੀ ਵੀ ਉਹਨੂੰ ਵਰਤ ਸਕੇਗਾ। ਤੇ ਕੁਝ ਜਿਹੜੇ ਸੌਫਟਵੇਅਰ ਇਸ ਤਰ੍ਹਾਂ ਦੇ ਬਣੇ ਨੇ ਉਹਨਾਂ ਦੀ ਗੁਣਵੱਤਾ ਉਨੀ ਵਧੀਆ ਨਹੀਂ, ਕੰਮ ਤਾਂ ਹੋਇਆ ਪਬਲਿਕ ਡੋਮੇਨ ਦੇ ਉੱਤੇ ਵੀ ਨੇ, ਉਹਨਾਂ ਦੇ ਲਿੰਕ ਵੀ ਮੈਂ ਤੁਹਾਡੇ ਨਾਲ ਬਾਅਦ ਵਿੱਚ ਸਾਂਝੇ ਕਰ ਦਾਂਗਾ। ਅਗਲਾ ਸੌਫਟਵੇਅਰ ਕਿ ਤੁਸੀਂ ਬੋਲਦੇ ਜਾਓ ਤੇ ਕੰਪਿਊਟਰ ਜਾਂ ਸਮਾਰਟਫੋਨ ਟਾਈਪ ਕਰਦਾ ਜਾਵੇ। ਇਹ ਟੈਕਨੋਲੋਜੀ ਦਾ ਇੱਕ ਐਸਾ ਖੇਤਰ ਹੈ ਜਿਹੜਾ ਬੜਾ ਹੀ ਜ਼ਿਆਦਾ ਧਿਆਨ ਦੀ ਮੰਗ ਕਰਦਾ ਹੈ, ਚੁਣੌਤੀ ਵਾਲਾ ਹੈ, ਕਿਉਂਕਿ ਇਸ ਤਰ੍ਹਾਂ ਦਾ ਸੌਫਟਵੇਅਰ ਬਣਾਉਣਾ
ਬਹੁਤ ਔਖਾ ਹੈ। ਲੱਖਾਂ ਹਜ਼ਾਰਾਂ ਵਿਅਕਤੀਆਂ ਦੇ ਆਵਾਜ਼ਾਂ ਦੇ ਨਮੂਨੇ ਲੈਣੇ ਪੈਂਦੇ ਨੇ। ਉਹਨਾਂ ਆਵਾਜ਼ਾਂ ਦੇ ਸੈਂਪਲਸ ਨੂੰ ਤੁਸੀਂ ਵੱਡੇ ਕੰਪਿਊਟਰ ਦੇ ਵਿੱਚ ਸਾਹਮਣਾ ਪੈਂਦਾ ਹੈ, ਫਿਰ ਉਹਨੂੰ ਪ੍ਰੋਸੈਸ ਕਰਨਾ ਹੈ, ਪ੍ਰਕਿਰਿਆ ਕਰਨੀ ਹੈ, ਤਾਂ ਜੋ ਕੰਪਿਊਟਰ ਜਿਹੜਾ ਹੈ ਉਹ ਟ੍ਰੇਨਡ ਹੋ ਜਾਵੇ, ਉਹ ਸਿੱਖਿਅਤ ਹੋ ਜਾਵੇ। ਸੋ ਇਸ ਕੰਮ ਦੇ ਵਿੱਚ ਖੋਜ ਦੇ ਪੱਧਰ ਦਾ ਕੰਮ ਤਾਂ ਅਸੀਂ ਕਰ ਚੁੱਕੇ ਹਾਂ, ਪਰ ਉਹਦੀ ਵਧੀਆ ਗੁਣਵੱਤਾ ਅਸੀਂ ਨਹੀਂ ਦੇ ਸਕਦੇ। ਉਸ ਕਰਕੇ ਬੰਗਲੌਰ ਦਾ ਇੱਕ ਅਦਾਰਾ ਸੀ ਜਿਹਨੇ ਪੰਜਾਬੀ ਲਿਪੀਕਾਰ ਸੌਫਟਵੇਅਰ ਬਣਾਇਆ ਸੀ, ਤੇ ਕਾਫੀ ਹੱਦ ਤੱਕ ਉਹ ਸਾਡੀ ਮਦਦ ਵੀ ਕਰ ਰਿਹਾ ਸੀ। ਪਰ ਕਿਸੇ ਕਾਰਨ ਕਰਕੇ, ਸ਼ਾਇਦ ਗੂਗਲ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਹੈ ਉਹਨਾਂ ਦਾ, ਉਸ ਕਰਕੇ ਉਹ ਬੰਦ ਹੈ। ਪਰ ਮੇਰਾ ਉਹਨਾਂ ਨਾਲ ਰਾਬਤਾ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਕਿ ਜਲਦੀ ਉਹ ਚਾਲੂ ਕਰ ਦਿੱਤਾ ਜਾਏਗਾ, ਜਾਂ ਗੂਗਲ ਦਾ ਜਿਹੜਾ ਜੀ ਬੋਰਡ ਹੈ, ਗੂਗਲ ਦੀ ਇੱਕ ਐਪ ਹੈ ਜਿਹਨੂੰ ਜੀ ਬੋਰਡ ਕਹਿੰਦੇ ਆ, ਉਹਦੇ ਵਿੱਚ ਹੀ ਉਹ ਸੁਵਿਧਾ ਜਿਹੜੀ ਹੈ ਹੋਰ ਤੇਜ਼ ਤਰਾਰ ਰੂਪ ਦੇ ਵਿੱਚ ਸਾਨੂੰ ਮਿਲੇਗੀ। ਹੁਣ ਵੀ ਉਹਦੇ ਉੱਤੇ ਮਾਈਕ ਦੀ ਫੈਸਿਲਿਟੀ ਹੈ, ਪਰ ਪੰਜਾਬੀ 'ਚ ਸਹੀ ਤਰੀਕੇ ਨਾਲ ਟਾਈਪ ਨਹੀਂ ਹੁੰਦਾ। ਸੋ ਇਸ ਖੇਤਰ ਦੇ ਵਿੱਚ ਅਸੀਂ ਕਾਫੀ ਪਛੜੇ ਹੋਏ ਹਾਂ। ਇਹਦੇ ਤੇ ਕੰਮ ਜਿਹੜਾ ਵੱਖਰੇ ਤੌਰ ਤੇ ਵੀ ਕਰਨਾ ਬਣਦਾ ਹੈ, ਪਰ ਕਈ ਤਰ੍ਹਾਂ ਦੀ ਘਾਟਾਂ ਨੇ ਜਿਹੜੀਆਂ ਅੱਗੇ ਜਾ ਕੇ ਆਪਾਂ ਗੱਲ ਕਰਾਂਗੇ, ਸ਼ਾਇਦ ਉਸ ਕਰਕੇ ਅਸੀਂ ਪਛੜੇ ਹੋਏ ਹਾਂ। ਇਸੇ ਤਰ੍ਹਾਂ ਸਾਡੇ ਕੋਲ ਇੱਕ ਸੀਮਾ ਇਹਦੇ ਵਿੱਚ ਇਹ ਵੀ ਹੈ, ਜਦੋਂ ਆਪਾਂ ਬੋਲ ਕੇ ਟਾਈਪ ਕਰਦੇ ਹਾਂ ਕਿ ਬਹੁਤ ਥੋੜੇ ਸ਼ਬਦ ਹੁੰਦੇ ਨੇ ਜੀ। ਕਿਉਂਕਿ ਜੇ ਤੁਸੀਂ ਲੰਬੀ ਵੱਡੀ ਟੈਕਸਟ ਕੋਈ ਕਰਨਾ ਚਾਹੁੰਦੇ ਹੋ, ਮੰਨ ਲਓ ਕਿ ਅੱਧਾ ਪੇਜ ਜਾਂ ਪੇਜ ਕਰਨਾ ਚਾਹੁੰਦੇ ਹੋ, ਬਿਲਕੁਲ ਠੀਕ ਹੈ ਜੀ। 10-15-20 ਸ਼ਬਦ। ਕੁਲਦੀਪ ਜੀ, ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਜਦੋਂ ਇਹ ਪੰਜਾਬੀ ਲਿਪੀਕਾਰ ਸੌਫਟਵੇਅਰ ਬੰਦ ਹੋਇਆ ਹੈ, ਤਾਂ 15 ਕੁ ਦਿਨ ਪਹਿਲਾਂ ਉਹਦਾ ਜਿਹੜੀ ਕੀਮਤ ਸੀਗੀ ਉਹ ਵਧਾ ਦਿੱਤੀ ਗਈ ਸੀ। ਪਹਿਲਾਂ ਤਾਂ 199 ਰੁਪਏ ਤੁਸੀਂ ਫ੍ਰੀ ਵੀ ਚਲਾ ਸਕਦੇ ਸੀਗੇ, ਪਰ ਉਹਦੇ 'ਚ ਵਾਰ-ਵਾਰ ਜਿਹੜੇ ਮਸ਼ਹੂਰੀਆਂ ਆ ਜਾਂਦੀਆਂ ਸੀਗੀਆਂ, ਉਹ ਤੁਹਾਨੂੰ ਤੰਗ ਕਰਦੀਆਂ ਸੀ। ਉਹਨੂੰ ਹਟਾਉਣਾ ਹੈ ਤਾਂ ਤੁਸੀਂ 199 ਰੁਪਏ ਸਾਲ ਦਾ ਭਰ ਸਕਦੇ ਸੀ। ਮੈਂ ਵੀ ਖਰੀਦਿਆ ਹੋਇਆ ਸੀਗਾ, ਪਰ ਉਹਦੀ ਜਿਹੜੀ ਇੱਕ ਸੈਸ਼ਨ ਦੀ ਲੰਬਾਈ ਸੀਗੀ, ਉਹ ਸਾਰੀ 20 ਕੁ ਸਕਿੰਟ ਦੀ ਸੀਗੀ। ਇੱਕ ਜਿਹੜਾ ਤਜਰਬੇਕਾਰ ਜਿਹੜਾ ਬੁਲਾਰਾ ਹੈ, ਉਹ ਤਾਂ ਉਹਦੇ ਤੇ ਬੋਲ ਕੇ 5-7 ਲਾਈਨਾਂ ਫਟਾਫਟ ਟਾਈਪ ਕਰ ਲੈਂਦਾ ਸੀ, ਪਰ ਵਾਰ-ਵਾਰ ਮਾਈਕ ਦੱਬਣਾ ਪੈਂਦਾ ਸੀ। ਪਰ ਹਿੰਦੀ ਤੇ ਬਾਕੀ ਭਾਸ਼ਾਵਾਂ ਦੇ ਵਿੱਚ ਅਜਿਹਾ ਨਹੀਂ ਸੀਗਾ। ਤਵੱਕੂ ਕੀਤੀ ਜਾ ਰਹੀ ਸੀ ਕਿ ਇਹਦੀ ਲੰਬਾਈ ਵਧਾਉਣਗੇ ਤੇ ਬਹੁਤ ਜਲਦੀ ਤਰੱਕੀ ਹੋਏਗੀ, ਪਰ ਉਹਨਾਂ ਨੇ ਉਹਦਾ ਫਿਰ ਕੀਮਤ ਜਿਹੜੀ ਸੀ ਉਹ ਕਾਫੀ ਵਧਾ ਦਿੱਤੀ ਸੀ, ਤੇ ਫਿਰ ਇੱਕਦਮ ਬੰਦ ਵੀ ਹੋ ਗਿਆ। ਸੋ ਉਹਦੇ ਵਿੱਚ ਜਿਹੜੀ ਇਹ ਖੋਜ ਹੋਏਗੀ, ਮੈਨੂੰ ਲੱਗਦਾ ਹੈ ਕਿ ਬਹੁਤ ਜਲਦੀ ਗੂਗਲ ਖੁਦ ਇਸ ਖੇਤਰ ਦੇ ਵਿੱਚ ਕੰਮ ਕਰੇਗਾ। ਚਿੱਠੀ ਵੀ ਭੇਜੀ ਹੋਈ ਹੈ, ਉਹਨਾਂ ਕੋਲ ਮੰਗ ਵੀ ਅਲੱਗ-ਅਲੱਗ ਜਿਹੜੇ ਮੈਂ ਆਪਣੇ ਪਾਠਕ ਨੇ ਉਹਨਾਂ ਦੇ ਰਾਹੀਂ ਜਿਹੜੇ ਨੇ ਮੇਲ ਵੀ ਕਰਵਾਈਆਂ ਨੇ, ਔਰ ਇਸ ਮੰਚ ਨਾਲ ਜੁੜੇ ਹੋਏ ਜਿਹੜੇ ਵਿਅਕਤੀ ਨੇ, ਸਰੋਤੇ ਨੇ, ਉਹਨਾਂ ਨੂੰ ਵੀ ਗੁਜ਼ਾਰਿਸ਼ ਹੈ ਕਿ ਗੂਗਲ ਨੂੰ ਜਿਹੜਾ ਈਮੇਲ ਦੇ ਰਾਹੀਂ ਜਾਂ ਹੋਰ ਵੱਖਰੇ ਮਾਧਿਅਮ ਦੇ ਰਾਹੀਂ ਅਸੀਂ ਮੰਗ ਕਰੀਏ ਕਿ ਜੀ ਬੋਰਡ ਦੇ ਵਿੱਚ ਜਿਹੜੀ ਪੰਜਾਬੀ ਦੇ ਵਿੱਚ ਬੋਲ ਕੇ ਟਾਈਪ ਕਰਨ ਵਾਲੀ ਸੁਵਿਧਾ ਹੈ, ਉਹ ਹੋਰ ਜਿਹੜੀ ਹੈ ਨਿਖਾਰਨ ਦੀ ਲੋੜ ਹੈ, ਉਹਨੂੰ ਹੋਰ ਵਿਕਸਿਤ ਕਰਨ ਦੀ ਲੋੜ ਹੈ। ਅੱਗੇ ਸਾਡੇ ਕੋਲ ਸੌਫਟਵੇਅਰ ਇੱਕ ਜਿਹੜਾ ਅਸੀਂ ਬਣਾ ਚੁੱਕੇ ਹਾਂ, ਉਹਨੂੰ ਅਸੀਂ ਸੰਖੇਪਕਾਰ ਕਹਿੰਦੇ ਹਾਂ, ਯਾਨੀ ਕਿ ਪ੍ਰੈਸੀ ਟਾਈਪ, ਜਾਂ ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਇੱਕ ਲਿਖਤ ਦਾ ਨਿਚੋੜ ਕੱਢ ਕੇ ਤੁਹਾਡੇ ਅੱਗੇ ਰੱਖ ਸਕਦਾ ਹੈ। ਤੁਹਾਡੇ ਕੋਲ ਕੁਝ 30 ਪੰਨੇ, 40 ਪੰਨੇ ਜਾਂ ਇੱਕ ਪੂਰੀ ਪੁਸਤਕ ਹੈ, ਉਹ ਪੁਸਤਕ ਕਿਹੜੇ ਵਿਸ਼ੇ ਦੇ ਉੱਤੇ ਹੈ, ਤੁਸੀਂ ਉਹਨੂੰ ਕਹੋ ਕਿ ਇੱਕ ਪੈਰੇ ਦੇ ਵਿੱਚ ਦੇ ਦੇਵੇ, ਤਾਂ ਉਹ ਇੱਕ ਪੈਰੇ ਦੇ ਵਿੱਚ ਤੁਹਾਨੂੰ ਉਹ ਬਣਾ ਕੇ ਦੇ ਦਊਗਾ ਪੂਰੀ ਕਿਤਾਬ ਨੂੰ ਪੜ੍ਹ ਕੇ। ਸੋ ਉਹਦੇ ਵਿੱਚ ਵੀ ਅਜੇ ਕਮੀਆਂ ਨੇ, ਕਿਉਂਕਿ ਇੱਕ ਖਾਸ ਵਿਸ਼ੇ ਦੇ ਨਾਲ ਸੰਬੰਧਿਤ ਜਿਹੜੀ ਸਮੱਗਰੀ ਹੈ, ਜਦੋਂ ਅਸੀਂ ਉਹਨੂੰ ਦਿੰਦੇ ਆ ਤਾਂ ਉਹਦਾ ਸੰਖੇਪ ਰੂਪ ਵਧੀਆ ਤਿਆਰ ਕਰ ਦਿੰਦਾ ਹੈ, ਪਰ ਉਹ ਵਿਸ਼ੇ ਤੋਂ ਕਿਤੇ ਇੱਧਰ ਉੱਧਰ ਦੀ ਸਮੱਗਰੀ ਦਿੰਦੇ ਆ ਤਾਂ ਸਾਡੇ ਕੋਲ ਉਹ ਕਮੀਆਂ ਵੀ ਪੇਸ਼ ਕਰਦਾ ਹੈ। ਸੋ ਅੱਗੇ ਸਾਡੇ ਕੋਲ ਵਰਡ ਪ੍ਰੋਸੈਸਰ ਹੈ। ਜਿਵੇਂ ਸਾਡੇ ਕੋਲ ਮਾਈਕਰੋਸਾਫਟ ਵਰਡ ਹੈ, ਇਹ ਇੱਕ ਵਰਡ ਪ੍ਰੋਸੈਸਰ ਹੈ। ਅੱਖਰਾਂ ਦੀ ਦੁਨੀਆ ਦੀ ਗੱਲ ਉਹਦੇ ਵਿੱਚ ਹੁੰਦੀ ਹੈ। ਅੱਖਰਾਂ ਦੇ ਨਾਲ ਪੂਰਾ ਜਿਹੜਾ ਹੈ ਕੰਮ ਵਰਡ ਪ੍ਰੋਸੈਸਰ ਦੇ ਵਿੱਚ ਕੀਤਾ ਜਾਂਦਾ ਹੈ, ਤੇ ਪੰਜਾਬੀ ਦਾ ਵਰਡ ਪ੍ਰੋਸੈਸਰ ਅੱਖਰ ਸਾਡੇ ਕੋਲ ਬਣ ਚੁੱਕਿਆ, ਔਰ ਬੜੇ ਮਾਣ ਨਾਲ ਯੂਨੀਵਰਸਿਟੀ ਇਹਦੇ ਬਾਰੇ ਕਹਿੰਦੀ ਹੈ, ਔਰ ਇਹਦਾ ਮਾਣ ਜਿਹੜਾ ਹੈ, ਸਤਿਕਾਰ ਜਿਹੜਾ ਹੈ, ਇਹਦਾ ਸਿਹਰਾ ਡਾਕਟਰ ਗੁਰਪ੍ਰੀਤ ਸਿੰਘ ਲਹਿਲ ਨੂੰ ਜਾਂਦਾ ਹੈ। ਔਰ ਪੰਜਾਬੀ ਦਾ ਜਿਹੜਾ ਇਹ ਵਰਡ ਪ੍ਰੋਸੈਸਰ ਹੈ, ਉਹ ਇੱਕੋ ਇੱਕ ਅਜਿਹਾ ਵਰਡ ਪ੍ਰੋਸੈਸਰ ਹੈ ਕਿ ਇਸ ਵਰਗਾ ਹਿੰਦੀ ਦੇ ਵਿੱਚ ਵੀ ਵਰਡ ਪ੍ਰੋਸੈਸਰ ਨਹੀਂ ਬਣਿਆ। ਹਾਲਾਂਕਿ ਹਿੰਦੀ ਸਾਡੀ ਰਾਸ਼ਟਰੀ ਜ਼ੁਬਾਨ ਹੈ, ਉਹਦੇ ਕੋਲ ਫੰਡਾਂ ਦੀ ਵੀ ਕੋਈ ਘਾਟ ਨਹੀਂ ਹੈ, ਤੇ ਪੰਜਾਬੀ ਲਈ ਕੋਈ ਸਰਕਾਰ ਨੇ ਅਜੇ ਤੱਕ ਅਖਤਿਆਰੀ ਫੰਡ ਨਹੀਂ ਰੱਖਿਆ, ਕੋਈ ਸੰਸਥਾ ਜਿਹੜੀ ਹੈ ਸਹਾਇਤਾ ਨਹੀਂ ਕਰਦੀ। ਇੰਟਰਨੈਸ਼ਨਲ, ਅੰਤਰਰਾਸ਼ਟਰੀ ਜਿਹੜੀ ਏਜੰਸੀਆਂ ਨੇ, ਉਹ ਪੰਜਾਬੀ ਭਾਸ਼ਾ ਦੇ ਸੌਫਟਵੇਅਰ ਦੇ ਵਿਕਾਸ ਲਈ ਜੇ ਕੋਈ ਪੈਸਾ ਦਿੰਦੀਆਂ ਨੇ, ਤੇ ਪਹਿਲਾਂ ਤੋਂ ਹੀ ਜਿਹੜੇ ਸਥਾਪਿਤ ਲੋਕ ਨੇ ਉਹਨਾਂ ਤੱਕ ਜਾਂਦੇ ਨੇ, ਨਵੇਂ ਜਿਹੜੇ ਲੋਕ ਨੇ ਉਹ ਇਸ ਖੇਤਰ ਵਿੱਚ ਨਹੀਂ ਆ ਰਹੇ। ਸੋ ਵਰਡ ਪ੍ਰੋਸੈਸਰ ਅਸੀਂ ਬਣਾ ਚੁੱਕੇ ਹਾਂ। ਲਿਪੀ ਅੰਤਰਨ ਦੀ ਗੱਲ ਕਰੀਏ ਤਾਂ ਕੰਡਿਆਲੀ ਧਾਤ ਤੋਂ ਪਰਲੇ ਪਾਸੇ ਜਿਹੜੀ ਸ਼ਾਹਮੁਖੀ ਹੈ, ਉਹਨੂੰ ਅਸੀਂ ਬਹੁਤ ਮਹੱਤਵਪੂਰਨ ਵਿੱਚ ਬਦਲ ਸਕਦੇ ਹਾਂ। ਸੋ ਉਹਦੇ ਲਈ ਸਾਡਾ ਜਿਹੜਾ ਸੰਗਮ ਸੌਫਟਵੇਅਰ ਹੈ, ਅੱਖਰ ਦੇ ਵਿੱਚ ਵੀ ਉਹਦੀ ਸੁਵਿਧਾ ਹੈ। ਵਿਸ਼ਵ ਕੋਸ਼ ਦੀ ਗੱਲ ਕਰੀਏ ਤਾਂ ਆਨਲਾਈਨ ਵਿਸ਼ਵ ਕੋਸ਼, ਤੁਸੀਂ ਜਦੋਂ ਵੀ ਗੂਗਲ ਦੇ ਉੱਤੇ ਕੁਝ ਸ਼ਬਦ ਪਾਉਂਦੇ ਹੋ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਹਿਲੇ ਨੰਬਰ ਦੇ ਉੱਤੇ ਵਿਕੀਪੀਡੀਆ ਦਾ ਨਾਮ ਆਉਂਦਾ ਹੈ। ਪਰ ਵਿਕੀਪੀਡੀਆ ਕਿਉਂਕਿ
ਆਮ ਲੋਕ ਕੋਈ ਵੀ ਉਹਦੇ ਤੇ ਰਜਿਸਟਰਡ ਹੋ ਕੇ ਆਪਣਾ ਇੰਦਰਾਜ ਪਾ ਸਕਦਾ ਹੈ ਜਾਂ ਜਾਣਬੁੱਝ ਕੇ ਕੋਈ ਵੀ ਐਂਟਰੀ ਨੂੰ ਖਰਾਬ ਕਰ ਸਕਦਾ ਹੈ। ਉਸ ਕਰਕੇ ਉਹਦੇ ਤੇ ਭਰੋਸੇਯੋਗਤਾ ਜਿਹੜੀ ਹੈ ਉਹ ਓਨੀ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਹੈ। ਸੋ ਇਸ ਚੀਜ਼ ਨੂੰ ਠੀਕ ਕਰਨ ਦੇ ਲਈ ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀਪੀਡੀਆ ਨਾਂ ਦਾ ਜਿਹੜਾ ਹੈ ਉਹ ਆਨਲਾਈਨ ਵਿਸ਼ਵ ਕੋਸ਼ ਬਣਾਇਆ ਹੋਇਆ ਤੇ ਉਹਦੀ ਵਰਤੋਂ ਕਰਨੀ ਚਾਹੀਦੀ ਹੈ। ਸਾਡੇ ਕੋਲ ਕੋਸ਼ ਹੈ, ਆਨਲਾਈਨ ਸਾਡੇ ਕੋਲ ਕੋਸ਼ ਹੈਗੇ ਨੇ, ਪਰ ਸਰ ਪੰਜਾਬੀ ਪੀਡੀਏ ਬਾਰੇ ਇੱਕ ਗੱਲ ਪੁੱਛਣੀ ਚਾਹੂੰਗਾ ਜੀ, ਇਹਦੇ ਕਾਪੀ ਪੇਸਟ ਦੀ ਆਪਸ਼ਨ ਕਾਹਤੋਂ ਨਹੀਂ ਹੈਗੀ? ਜੀ ਬਿਲਕੁਲ ਸਹੀ ਤੁਹਾਡਾ ਸਵਾਲ ਹੈ। ਇਹ ਤੁਹਾਡਾ ਜਿਹੜਾ ਸੁਝਾਅ ਹੈ ਉਹ ਵੀ ਮੈਂ ਜਿਹੜੇ ਸਾਡੇ ਪ੍ਰਬੰਧਕ ਨੇ ਜਿਹੜੇ ਇਹਨੂੰ ਚਲਾ ਰਹੇ ਨੇ ਉਹਨਾਂ ਤੱਕ ਪਹੁੰਚਾ ਦਾਂਗਾ। ਪਹਿਲਾਂ ਵੀ ਪਹੁੰਚਿਆ, ਪਰ ਸ਼ਾਇਦ ਇਹਦਾ ਕਾਰਨ ਇਹ ਸੀ ਕਿ ਉਹਦੇ ਉੱਤੇ ਉਹ ਕਾਪੀ ਕੱਟ ਪੇਸਟ ਜਿਹੜਾ ਹੈ ਉਹ ਕੋਈ ਕਰਕੇ ਇਹਨੂੰ ਕੋਈ ਮਿਸਯੂਜ਼ ਨਾ ਕਰੇ। ਪਰ ਮੈਨੂੰ ਲੱਗਦਾ ਹੈ ਕਿ ਇਹ ਸਾਨੂੰ ਸੁਵਿਧਾ ਦੇਣੀ ਚਾਹੀਦੀ। ਜਦੋਂ ਮੈਂ ਹੁਣੇ ਗੱਲ ਕਰਕੇ ਹਟਾਂ ਇੰਟਰਨੈਟ ਦੇ ਉੱਤੇ ਸਮੱਗਰੀ ਵੱਧ ਤੋਂ ਵੱਧ ਹੋਏਗੀ ਤੇ ਤਾਂ ਹੀ ਸਰਚ ਇੰਜਣ ਉਹਨੂੰ ਲੱਭਣਗੇ, ਔਰ ਜੇ ਸਰਚ ਇੰਜਣ ਲੱਭਣਗੇ ਤੇ ਚੈਟ GPT ਵਰਗੇ ਸੌਫਟਵੇਅਰ ਉਹਦੇ ਤੋਂ ਟ੍ਰੇਨਿੰਗ ਲੈਣਗੇ ਤੇ ਉਹ ਸਿਆਣੇ ਬਣਨਗੇ। ਹੁਣ ਜਿਹੜਾ ਸਾਡੇ ਕੋਲ ਪੰਜਾਬੀਪੀਡੀਆ ਹੈ ਉਹ ਗੂਗਲ ਦੀ ਸਰਚ ਦੇ ਵਿੱਚ ਤਾਂ ਆਉਂਦਾ ਹੈ, ਪਰ ਉੱਥੋਂ ਕਾਪੀ ਪੇਸਟ ਤੁਸੀਂ ਨਹੀਂ ਕਰ ਸਕਦੇ। ਉਹਦੇ ਲਈ ਅਲੱਗ ਤੌਰ ਤੇ ਲਿਖਤੀ ਰੂਪ ਦੇ ਵਿੱਚ ਵੀ ਤੁਸੀਂ ਜ਼ਰੂਰ ਸੰਸਥਾ ਨੂੰ ਲਿਖ ਕੇ ਭੇਜ ਸਕਦੇ ਹੋ। ਮੈਂ ਵੀ ਤੁਹਾਡੀ ਗੱਲ ਉਹਨਾਂ ਤੱਕ ਪਹੁੰਚਾਵਾਂਗਾ ਔਰ ਮੈਂ ਨਿੱਜੀ ਤੌਰ ਤੇ ਜਾਤੀ ਤੌਰ ਤੇ ਮੰਨਦਾ ਕਿ ਇਹ ਹੋਣਾ ਚਾਹੀਦਾ ਹੈ। ਸੋ ਅੱਗੇ ਸਾਡੇ ਕੋਲ ਇਹ ਸਾਰਾ ਆਰਟੀਕਲ ਨਾ ਹੋਵੇ, ਚਲੋ ਕੁਝ ਹਿੱਸੇ ਹੋਣ, ਮਤਲਬ ਆਪਾਂ ਕਈ ਵਾਰ 1-2 ਲੈਣਾ, ਆਪਾਂ ਨੂੰ 4 ਲੈਣਾ, 10 ਲੈਣਾ, ਕੁਝ ਇੰਨੇ ਕੁ ਆਪਸ਼ਨ ਵੀ ਹੋਵੇ ਤਾਂ ਵੀ ਕਾਫੀ ਹੱਦ ਤੱਕ ਮਸਲਾ ਹੱਲ ਹੋ ਜਾਂਦਾ ਹੈ। ਨਹੀਂ ਤਾਂ ਫਿਰ ਸਾਰਾ ਟਾਈਪ ਕਰਨਾ ਪੈਂਦਾ, ਟਾਈਪ ਕਰਨਾ ਬਹੁਤ ਔਖਾ ਹੁੰਦਾ ਹੈ। ਜੀ ਬਿਲਕੁਲ। ਵੈਸੇ ਉਹਦੀ ਆਪਸ਼ਨ ਤਾਂ ਮੈਂ ਦੱਸ ਚੁੱਕਿਆ, ਪਰ ਉਹ ਇੱਕ ਸਿੱਧਾ ਤਰੀਕਾ ਹੈ ਕਿ ਤੁਸੀਂ ਜਿਹੜੀ ਫੋਟੋ ਖਿੱਚੋਗੇ ਉਹਨੂੰ ਗੂਗਲ ਲੈਂਸ ਦੇ ਵਿੱਚੋਂ ਟਪਾ ਲਓ ਤਾਂ ਉਹ ਟਾਈਪ ਕੀਤੇ ਰੂਪ ਦੇ ਵਿੱਚ ਮਿਲ ਜਾਏਗੀ, ਪਰ ਉਹ ਸਾਨੂੰ ਸਿੱਧੀ ਮਿਲਣੀ ਚਾਹੀਦੀ ਹੈ। ਇਹ ਬੜਾ ਵੱਡਾ ਸੰਜੀਦਾ ਮਸਲਾ ਹੈ। ਜਿੰਨੇ ਵੀ ਲੇਖਕ ਪੱਤਰਕਾਰ ਨੇ ਉਹ ਆਪਣੀਆਂ ਖਬਰਾਂ ਜਾਂ ਆਪਣੀ ਕਿਤਾਬਾਂ, ਆਪਣੇ ਲੇਖ ਜਦੋਂ ਛਪਵਾ ਲੈਂਦੇ ਨੇ ਅਖਬਾਰਾਂ ਦੇ ਵਿੱਚ, ਕਿਤਾਬਾਂ ਦੇ ਵਿੱਚ, ਤੇ ਉਸ ਤੋਂ ਬਾਅਦ ਉਹਨੂੰ ਇਸ ਤਰੀਕੇ ਨਾਲ ਲੁਕਾਉਣ ਦਾ ਯਤਨ ਕਰਦੇ ਨੇ ਕਿ ਪਤਾ ਨਹੀਂ ਕਿੱਡੀ ਵੱਡੀ ਚੋਰੀ ਹੋ ਜਾਣੀ ਹੈ। ਤੁਹਾਡੇ ਨਾਂ ਤੇ ਛਪ ਗਈ ਚੀਜ਼ ਤਾਂ ਕਾਪੀਰਾਈਟ ਤਾਂ ਤੁਹਾਡਾ ਹੋ ਗਿਆ। ਉਸ ਤੋਂ ਬਾਅਦ ਤੁਸੀਂ ਆਪਣੀ ਰਚਨਾ ਨੂੰ ਅਮਰ ਕਰਨਾ ਹੈ, ਆਪਣੇ ਆਪ ਨੂੰ ਅਮਰ ਕਰਨਾ ਹੈ। ਤੇ ਮੈਨੂੰ ਲੱਗਦਾ ਹੈ ਕਿ ਹਰ ਇੱਕ ਲੇਖਕ ਨੂੰ ਆਪਣੀ ਇੱਕ ਵੈਬਸਾਈਟ ਜਾਂ ਮੁਫਤ ਦੇ ਵਿੱਚ ਗੂਗਲ ਦਾ ਇੱਕ ਬਲੌਗ ਬਣਾਉਣਾ ਪਏਗਾ ਜੇ ਪੈਸੇ ਨਹੀਂ ਭਰਨਾ ਚਾਹੁੰਦੇ ਅਸੀਂ, ਤੇ ਜਾਂ ਫਿਰ ਫੇਸਬੁੱਕ ਦੇ ਉੱਤੇ ਹਰ ਬੰਦੇ ਦਾ ਆਪਣਾ ਪੇਜ ਹੋਵੇ, ਤੇ ਤਾਂ ਜੋ ਤੁਸੀਂ ਸਾਰੀ ਸਮੱਗਰੀ ਉਹਦੇ ਉੱਤੇ ਪਾਉਂਦੇ ਜਾਓ ਔਰ ਗੂਗਲ ਦੇ ਉੱਤੇ ਸਰਚ ਹੋਵੇ, ਚੈਟ GPT ਵਰਗੇ ਸੌਫਟਵੇਅਰ ਉਹਨਾਂ ਤੱਕ ਪਹੁੰਚ ਕਰਨ, ਉਹਨਾਂ ਨੂੰ ਜਾਣਕਾਰੀ ਨੂੰ ਪਕੜ ਕੇ ਟ੍ਰੇਨਿੰਗ ਲੈਣ। ਸੋ ਇਹਦੇ ਵਿੱਚ ਸਾਨੂੰ ਥੋੜੀ ਜਿਹੀ ਦਰਿਆ ਦਿਲੀ। ਸਰ ਇੱਕ ਗੱਲ ਮੈਂ ਤੁਹਾਡੇ ਤੋਂ ਹੋਰ ਪੁੱਛਣਾ ਚਾਹੁੰਦਾ, ਗੱਲ ਵਿੱਚ ਆ ਗਈ, ਤੁਸੀਂ ਜ਼ਿਕਰ ਕੀਤਾ, ਇੱਕ ਤਾਂ ਫੇਸਬੁੱਕ ਆਪਣੀ ਜਿਹੜੀ ਹਰੇਕ ਦਾ ਅਕਾਊਂਟ ਹੁੰਦਾ ਹੈ ਨਾ, ਆਪਾਂ ਉਹਤੇ ਕੋਈ ਮੈਟਰ ਪਾਉਂਦੇ ਆ, ਕੋਈ ਫੋਟੋ ਪਾਉਂਦੇ ਆ, ਕੋਈ ਸਮੱਗਰੀ ਪਾਉਂਦੇ ਆ, ਕੀ ਉਹ ਗੂਗਲ ਸਰਚ ਦੇ ਵਿੱਚ ਸ਼ੋ ਹੁੰਦਾ ਹੈ ਜਾਂ ਕੋਈ ਉਹਦਾ ਖਾਸ ਤਰੀਕਾ ਹੁੰਦਾ ਗੂਗਲ ਸਰਚ ਸ਼ੋ ਹੋਣ ਦਾ, ਜਾਂ ਪੇਜ ਹੀ ਹੁੰਦਾ ਹੈ? ਜੀ ਗੂਗਲ ਦੀ ਰੈਂਕਿੰਗ ਦੇ ਵਿੱਚ ਇੱਕ ਇੰਡੈਕਸ ਨਾਮ ਦੀ ਚੀਜ਼ ਹੁੰਦੀ ਹੈ। ਜਿਹੜੀ ਸਮੱਗਰੀ ਤੁਸੀਂ ਇੰਟਰਨੈਟ ਦੇ ਉੱਤੇ ਲੱਦ ਦਿੰਦੇ ਹੋ, ਚਾਹੇ ਕੋਈ ਵੈਬਸਾਈਟ ਬਣਾ ਕੇ ਪਾਤੀ ਜਾਂ ਕੋਈ ਬਲੌਗ ਬਣਾ ਕੇ ਪਾਤਾ ਜਾਂ ਤੁਸੀਂ ਫੇਸਬੁੱਕ ਦੇ ਉੱਤੇ ਆਪਣੇ ਜਿਹੜਾ ਹੈ ਵਾਲ ਦੇ ਉੱਤੇ ਪਾ ਦਿੱਤੀ ਜਾਂ ਆਪਣੇ ਪੇਜ ਤੇ ਪਾ ਦਿੱਤੀ, ਤਾਂ ਜਦੋਂ ਗੂਗਲ ਦੇ ਉੱਤੇ ਕੋਈ ਸ਼ਬਦ ਆਪਾਂ ਸਰਚ ਕਰਦੇ ਹਾਂ ਜਿਹਨੂੰ ਅਸੀਂ ਕੀਵਰਡ ਕਹਿੰਦੇ ਹਾਂ, ਤੇ ਗੂਗਲ 2 ਤਰ੍ਹਾਂ ਦੀ ਖੋਜ ਕਰਦਾ ਹੈ। ਇੱਕ ਤਾਂ ਸਾਰੀਆਂ ਵੈਬਸਾਈਟਾਂ ਦੇ ਵਿੱਚੋਂ ਉਹ ਸ਼ਬਦ ਲੱਭੇਗਾ, ਉਹਨਾਂ ਦੀ ਸੂਚੀ ਥੱਲੇ ਦੇ ਦੇਗਾ ਜਿੱਥੇ ਜਿੱਥੇ ਉਹ ਸ਼ਬਦ ਜਿਹੜੀ ਪੇਜ ਦੇ ਉੱਤੇ ਆਇਆ। ਫਿਰ ਉਹ ਦੇਖੇਗਾ ਕਿ ਉਸ ਸ਼ਬਦ ਨੂੰ ਪਹਿਲਾਂ ਜ਼ਿਆਦਾ ਵਾਰੀ ਕਿਹੜੀ ਵੈਬਸਾਈਟ ਦੇ ਉੱਤੋਂ ਲੱਭਿਆ ਗਿਆ ਜਾਂ ਕਿਹੜੀ ਵੈਬਸਾਈਟ ਦੇ ਉੱਤੋਂ ਉਹਨੂੰ ਪੜ੍ਹਿਆ ਗਿਆ, ਉਹਨੂੰ ਉੱਪਰਲੇ ਰੈਂਕ ਦੇ ਉੱਤੇ ਲੈ ਆਉਂਦਾ ਹੈ। ਸੋ ਇਸ ਕਰਕੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਲਿਖਤ ਜਿਹੜੀ ਆ ਮਕਬੂਲ ਹੋਵੇ, ਤਾਂ ਤੁਹਾਨੂੰ ਜ਼ਰੂਰ ਹੀ ਫੇਸਬੁੱਕ ਪੇਜ ਦੀ ਬਜਾਏ ਤੁਹਾਨੂੰ ਜਿਹੜਾ ਹੈ ਆਪਣਾ ਵੈਬ ਪੇਜ ਬਣਾਉਣਾ ਪਊਗਾ। तो ਵੈਬ ਪੇਜ ਬਣਾਉਣਾ ਬਹੁਤ ਸੌਖਾ ਹੈ। ਤੁਹਾਨੂੰ ਕੋਈ HTML ਜਾਂ ਕੋਈ ਜਿਹੜੀ ਹੈ ਕੰਪਿਊਟਰ ਦੀ ਭਾਸ਼ਾ ਸਿੱਖਣ ਦੀ ਲੋੜ ਨਹੀਂ ਹੈ। ਤੁਸੀਂ ਗੂਗਲ ਦਾ ਬਲੌਗ ਬਣਾਓ, ਬਲੌਗ ਦੇ ਵਿੱਚ MS Word ਦੀ ਤਰ੍ਹਾਂ ਤੁਸੀਂ ਟਾਈਪ ਕਰ ਸਕਦੇ ਹੋ ਜਾਂ ਕਾਪੀ ਪੇਸਟ ਕਰੋਗੇ, ਤੁਹਾਡੇ ਕੋਲ ਤੁਹਾਡਾ ਆਪਣਾ ਐਡਮਿਨ ਪਾਸਵਰਡ ਹੋਏਗਾ। ਤੁਸੀਂ ਜਿਵੇਂ ਹੀ ਪਬਲਿਸ਼ ਕਰੋਗੇ, ਤੁਹਾਡੇ ਸਰੋਤਿਆਂ ਨੂੰ, ਤੁਹਾਡੇ ਪਾਠਕਾਂ ਨੂੰ ਉਹ ਆਰਟੀਕਲ ਦਿਖਣ ਲੱਗ ਜਾਏਗਾ। ਜਿਵੇਂ ਤੁਸੀਂ ਮੇਰੀ ਵੈਬਸਾਈਟ ਜਿਹੜੀ ਹੈ cpcompose.com ਖੋਲੋਗੇ ਤਾਂ ਅਸਲ ਵਿੱਚ ਉਹ ਇੱਕ ਬਲੌਗ ਹੈ। तो मेरा कोई लेख ਜਾਂ ਕੋਈ ਵੀ ਜਾਣਕਾਰੀ ਕਿਤੇ ਛਪਦੀ ਹੈ ਤਾਂ ਮੈਂ ਉਹਦਾ ਸੌਫਟ ਰੂਪ ਵੀ ਇੱਥੇ ਪਾ ਦੇਣਾ। ਸੋ ਉਹਦੇ ਨਾਲ ਕੀ ਹੈ ਕਿ ਹਰ ਬੰਦਾ ਉਹਨੂੰ ਕਾਪੀ ਵੀ ਕਰ ਸਕਦਾ ਹੈ। ਮੇਰਾ ਜਿਹੜਾ ਸਾਰੀ ਸਮੱਗਰੀ ਹੈ ਉਹ ਗੂਗਲ ਵੀ ਪੜ੍ਹ ਸਕਦਾ ਹੈ, ਖੋਜ ਸਕਦਾ ਹੈ। ਸੋ ਇਹਦੇ ਵਿੱਚ ਸਾਨੂੰ ਦਰਿਆ ਦਿਲੀ ਦਿਖਾਣੀ ਪਏਗੀ
ਔਰ ਦੂਸਰਾ ਜਿਹੜਾ ਮਸਲਾ ਹੈ, ਸ਼ਾਇਦ ਅਸੀਂ ਲੇਟ ਹੋ ਜਾਈਏ, ਉੱਥੇ ਤੱਕ ਨਾ ਪਹੁੰਚ ਸਕੀਏ, ਮੈਂ ਨਾਲ ਤੁਹਾਨੂੰ ਜਿਹੜਾ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਲਵਾਂ। ਉਹ ਇਹ ਹੈ ਕਿ ਅਸੀਂ ਲੋਕ, ਸਾਡੇ ਕੋਲ ਜਿਹੜੇ ਪੰਜਾਬੀ ਦੇ ਸਰੋਤ ਨੇ, ਜਿਹੜੇ ਸਾਡੇ ਕੋਲ ਭੰਡਾਰ ਹੈ ਸਮੱਗਰੀ ਦਾ, ਉਹਦੀ ਬਹੁਤ ਵੱਡੀ ਘਾਟ ਹੈ। ਔਰ ਜਿੰਨੀ ਕੁ ਹੈ ਉਹ ਪਬਲਿਕ ਡੋਮੇਨ ਦੇ ਉੱਤੇ ਨਹੀਂ। ਜਿਹੜੀਆਂ ਭਾਸ਼ਾਵਾਂ ਨੇ ਕੰਪਿਊਟਰ ਦੇ ਉੱਤੇ ਤਰੱਕੀ ਕੀਤੀ ਹੈ, ਉਹਨਾਂ ਦੇ ਪਿੱਛੇ ਕਈ ਕਾਰਨ ਨੇ। ਇੱਕ ਪਹਿਲਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜੇ ਉਹਨਾਂ ਨੇ ਡਿਕਸ਼ਨਰੀ ਬਣਾਈ ਹੈ ਤਾਂ ਡਿਕਸ਼ਨਰੀ ਦਾ ਵਰਡ ਰੂਪ ਜਾਂ ਐਕਸਲ ਦੀ ਫਾਈਲ ਜਿਹੜੀ ਹੈ ਇੰਟਰਨੈਟ ਦੇ ਉੱਤੇ ਮੁਫਤ ਦੇ ਵਿੱਚ ਉਪਲਬਧ ਹੈ। ਕੋਈ ਵੀ ਕੰਪਿਊਟਰ ਵਿਗਿਆਨੀ ਉਸ ਫਾਈਲ ਨੂੰ ਡਾਊਨਲੋਡ ਕਰਦਾ ਹੈ ਤੇ ਆਪਣਾ ਕੰਪਿਊਟਰ ਦਾ ਕੰਮ ਕਰਕੇ, ਆਪਣਾ ਸੌਫਟਵੇਅਰ ਬਣਾ ਕੇ ਉਹ ਆਪਣੇ ਜ਼ੁਬਾਨ ਦੇ ਪਿਆਰਿਆਂ ਨੂੰ ਦੇ ਦਿੰਦਾ ਹੈ। ਪਰ ਇੱਥੇ ਸਾਡੇ ਕੋਲ ਕੀ ਹੈ ਕਿ ਸਾਨੂੰ ਆਪਣੇ ਕੰਪਿਊਟਰ ਦੇ ਵਿਦਿਆਰਥੀਆਂ ਤੋਂ ਪੰਜਾਬੀ ਵਾਲਾ ਕੰਮ ਵੀ ਲੈਣਾ ਪੈਂਦਾ ਹੈ। ਸਾਡੇ ਲਈ ਜਿਹੜੀ ਡਿਕਸ਼ਨਰੀ ਯੂਨੀਵਰਸਿਟੀ ਦੀ ਗੱਲ ਹੀ ਕਰੀਏ ਤਾਂ ਅਸੀਂ 40,000 ਸ਼ਬਦਾਂ ਦੇ ਉੱਤੇ ਬਹੁਤ ਖੁਸ਼ ਹੋਏ ਬੈਠੇ ਹਾਂ ਕਿ 40,000 ਸ਼ਬਦਾਂ ਦਾ ਕੋਸ਼ ਬਹੁਤ ਵੱਡਾ ਕੋਸ਼ ਹੈ। ਜੇ ਕੰਪਿਊਟਰੀਕਰਨ ਦੇ ਵਿੱਚ ਅਸੀਂ ਅੱਗੇ ਜਾਣਾ ਹੈ, ਅੱਗੇ ਪਹੁੰਚਣਾ ਹੈ, ਤੇ ਸਾਨੂੰ 5-7 ਹਜ਼ਾਰ 40,000 ਸ਼ਬਦਾਂ ਨਾਲ ਗੁਜ਼ਾਰਾ ਨਹੀਂ ਹੋਣਾ। 5-7 ਲੱਖ ਸ਼ਬਦਾਂ ਦਾ ਇੱਕ ਵੱਡਾ ਸਾਨੂੰ ਕੋਸ਼ ਚਾਹੀਦਾ ਹੈ। ਸਾਨੂੰ ਉਦਾਹਰਣ ਕੋਸ਼ ਚਾਹੀਦਾ ਹੈ, ਸਾਨੂੰ ਉਲਟ ਭਾਵੀ ਕੋਸ਼ ਚਾਹੀਦਾ ਹੈ, ਸਾਨੂੰ ਸਾਮਰਥੀ ਕੋਸ਼ ਚਾਹੀਦਾ ਹੈ, ਸਾਨੂੰ ਜਿਹੜਾ ਹੈ ਉਹ ਜਿਹੜੀ ਉਪਭਾਸ਼ਾਈ ਕੋਸ਼ ਚਾਹੀਦਾ ਹੈ। ਸਾਨੂੰ ਕੱਲਾ ਟੈਕਸਟ ਨਹੀਂ, ਸਾਨੂੰ ਪਿਕਚਰ ਕੋਸ਼, ਤਸਵੀਰੀ ਕੋਸ਼ ਚਾਹੀਦਾ ਹੈ। ਸਾਨੂੰ ਬਹੁਤ ਵੱਡੀ ਤਾਦਾਦ ਦੇ ਵਿੱਚ ਵੀਡੀਓ ਕੋਸ਼ ਚਾਹੀਦਾ ਹੈ। ਸਾਨੂੰ ਵੱਡੀ ਤਾਦਾਦ ਦੇ ਵਿੱਚ ਆਡੀਓ ਕੋਸ਼ ਵੀ ਚਾਹੀਦਾ ਹੈ। ਸੋ ਇਹ ਚੀਜ਼ਾਂ ਜੇ ਬਣਨਗੀਆਂ ਤਾਂ ਪੰਜਾਬੀ ਭਾਸ਼ਾ ਜਿਹੜੀ ਆਪਣੇ ਆਪ ਤਰੱਕੀ ਕਰੇਗੀ। ਨਹੀਂ ਤਾਂ ਕੀ ਹੋਏਗਾ, ਕੰਪਿਊਟਰ ਵਿਗਿਆਨੀ ਆਪਣੇ ਪੱਧਰ ਦੇ ਉੱਤੇ ਇਹ ਸਾਰਾ ਕੰਮ ਕਰਵਾ ਰਹੇ ਨੇ, ਕਿਉਂਕਿ ਮੈਂ ਖੁਦ ਕਰਵਾ ਰਿਹਾ। ਮੇਰੇ ਜਿਹੜੇ ਵਿਦਿਆਰਥੀ PhD ਕਰ ਰਹੇ ਨੇ, ਇੱਕ ਬੱਚਾ ਜਿਹੜਾ ਗ੍ਰਾਮਰ ਚੈਕਰ ਦਾ ਕੰਮ ਕਰ ਰਿਹਾ ਹੈ, ਉਹਨੂੰ 30,000 ਸ਼ਬਦ ਅਜੇ ਤੱਕ ਉਹ ਸਿਰਫ ਇਕੱਠੇ ਕਰ ਪਾਇਆ ਹੈ ਜਿਨ੍ਹਾਂ ਦੇ ਵਿੱਚ ਗ੍ਰਾਮਰ ਦੀਆਂ ਗਲਤੀਆਂ ਨੇ। ਸੋ ਉਹਨਾਂ ਨੂੰ ਕਰੋੜਾਂ ਦੀ ਗਿਣਤੀ 'ਚ ਲੈ ਕੇ ਜਾਣਾ ਹੈ ਤਾਂ ਤੁਸੀਂ ਆਪ ਦੇਖੋ ਕਿ ਉਹਦੀ ਤਾਂ PhDਆਂ ਕਈ ਹੋ ਜਾਣਗੀਆਂ ਸ਼ਬਦ ਇਕੱਠੇ ਕਰਨ ਦੇ ਉੱਤੇ ਹੀ, ਤੇ ਕੰਪਿਊਟਰ ਦਾ ਕੰਮ ਤਾਂ ਉਸ ਤੋਂ ਬਾਅਦ ਹੀ ਸ਼ੁਰੂ ਹੋਣਾ ਹੈ। ਸੋ ਸਾਨੂੰ ਤਾਂ ਇੱਕ ਇਹ ਕਰਨਾ ਪਊਗਾ ਕਿ ਵੱਧ ਤੋਂ ਵੱਧ ਜਿਹੜੀ ਹੈ ਭਾਸ਼ਾ ਦੇ ਉੱਤੇ, ਭਾਸ਼ਾ ਵਿਗਿਆਨੀਆਂ ਨੂੰ ਜਿਹੜੀ ਖੋਜਾਂ ਨੇ ਉਹਦੇ ਉੱਤੇ ਸਮੱਗਰੀ ਇਕੱਠੀ ਕਰਨ ਦੇ ਉੱਤੇ ਸਾਨੂੰ ਜ਼ੋਰ ਦੇਣਾ ਪੈਣਾ। ਸਾਨੂੰ ਜਿਹੜਾ ਹੈ ਸ਼ਬਦ ਭੰਡਾਰ ਇਕੱਠਾ ਕਰਨਾ। ਜੀ, ਇੱਕ ਸਰ ਮਹੱਤਵਪੂਰਨ ਸਵਾਲ ਜਿਹੜਾ ਪੰਜਾਬੀ ਦੇ ਮਸਲੇ 'ਚ ਬਹੁਤ ਇੰਪੋਰਟੈਂਟ ਹੈ, ਤੁਸੀਂ ਥੋੜਾ ਜਿਹਾ ਸੰਕੇਤ ਕੀਤਾ ਸੀ ਉਹਦੇ ਵੱਲ, ਉਹ ਅਨੁਵਾਦ ਤੇ ਲਿਪੀਅੰਤਰਨ ਦਾ ਜਿਹੜਾ ਮਸਲਾ ਹੈ, ਉਹ ਦੱਸੋ ਕਿ ਪੰਜਾਬੀ ਜਦੋਂ ਹੋਰ ਭਾਸ਼ਾ ਤੋਂ, ਅੰਗਰੇਜ਼ੀ ਤੋਂ ਪੰਜਾਬੀ ਜਾਂ ਪੰਜਾਬੀ ਤੋਂ ਅੰਗਰੇਜ਼ੀ, ਜਾਂ ਲਿਪੀਅੰਤਰਨ ਆਪਾਂ ਸ਼ਾਹਮੁਖੀ ਤੋਂ ਗੁਰਮੁਖੀ ਤੇ ਗੁਰਮੁਖੀ ਤੋਂ ਸ਼ਾਹਮੁਖੀ ਕਰਦੇ ਹਾਂ, ਇਹ ਦੋਨੇ ਚੀਜ਼ਾਂ ਦੀਆਂ ਕੀ ਸੰਭਾਵਨਾਵਾਂ ਨੇ ਸਾਡੇ ਕੋਲੇ, ਕਿੱਥੇ ਕੁ ਪਹੁੰਚੇ ਹਾਂ ਅਸੀਂ? ਦੇਖੋ, ਜਦੋਂ ਅਸੀਂ ਸ਼ਾਹਮੁਖੀ ਨੂੰ ਗੁਰਮੁਖੀ ਦੇ ਵਿੱਚ ਲਿਪੀਅੰਤਰਨ ਕਰਦੇ ਹਾਂ ਤਾਂ ਕੰਪਿਊਟਰ ਦੇ ਨਜ਼ਰੀਏ ਤੋਂ ਅਸੀਂ 98-99% ਜਿਹੜਾ ਹੈ ਉਹ ਵਧੀਆ ਗੁਣਵੱਤਾ ਵਾਲੀ ਲਿਪੀਅੰਤਰਨ ਕਰ ਲੈਂਦੇ ਹਾਂ, ਕਿਉਂਕਿ ਅੱਖਰਾਂ ਦੇ ਪੱਧਰ ਦੇ ਉੱਤੇ ਦੋਨਾਂ ਲਿਪੀਆਂ ਦੇ ਵਿੱਚ ਕੁਝ ਭਿੰਨਤਾਵਾਂ ਨੇ। ਤਾਂ ਕੰਪਿਊਟਰ ਨੂੰ ਥੋੜਾ ਜਿਹਾ ਆਰਟੀਫੀਸ਼ੀਅਲ ਇੰਟੈਲੀਜੈਂਟ ਬਣਾ ਕੇ ਉਹ ਜਿਹੜੀਆਂ ਕਮੀਆਂ ਨੇ ਉਹ ਪੂਰਾ ਕਰ ਦਿੱਤਾ ਗਿਆ ਹੈ। ਪਰ ਫਿਰ ਵੀ ਹੁਣ ਜਿਹੜੀ ਟੈਕਨੋਲੋਜੀ ਨਵੀਂ ਆਈ ਹੈ, ਡੀਪ ਲਰਨਿੰਗ, ਉਹ ਟੈਕਨੋਲੋਜੀ ਦੇ ਰਾਹੀਂ ਹੁਣ ਦੁਬਾਰਾ ਸੌਫਟਵੇਅਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਔਰ ਉਹਦੇ ਵਿੱਚ ਕੀ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਹੀ ਪਾਏਦਾਰ ਜਾਣਕਾਰੀ ਸਾਨੂੰ ਮਿਲੇਗੀ। ਅਨੁਵਾਦ ਜਿਹੜਾ ਹੈ ਉਸ ਖੇਤਰ ਦੇ ਵਿੱਚ ਅਸੀਂ ਯੂਨੀਵਰਸਿਟੀ ਦੇ ਵਿੱਚ ਲਿਪਿਅੰਤਰਨ ਦੇ ਵਿੱਚ ਇੱਕ ਚੀਜ਼ ਮੈਂ ਹੋਰ ਪੁੱਛਣੀ ਹੈ। ਮੰਨ ਲਓ ਮੈਨੂੰ ਸ਼ਾਹਮੁਖੀ ਨਹੀਂ ਆਉਂਦੀ ਹੈਗੀ, ਮੈਂ ਇੱਕ ਗੁਰਮੁਖੀ ਦੇ ਵਿੱਚ ਕਵਿਤਾ ਲਿਖੀ ਤੇ ਮੈਂ ਉਹਨੂੰ ਸ਼ਾਹਮੁਖੀ 'ਚ ਕਨਵਰਟ ਕਰਤਾ, ਮੈਨੂੰ ਕੀ ਪਤਾ ਲੱਗੂਗਾ ਕਿ ਸਹੀ ਕਨਵਰਟ ਹੋ ਗਿਆ? ਕੋਈ ਇਹੋ ਜਿਹਾ ਤਰੀਕਾ ਵੀ ਹੈਗਾ ਕਿ ਮੈਂ ਉਹਨੂੰ ਦੁਬਾਰਾ ਉਸ ਲਿਪਿਅੰਤਰਨ ਟੈਕਸਟ ਨੂੰ ਦੇਖ ਸਕਦਾ ਹੋਵਾਂ ਗੁਰਮੁਖੀ ਦੇ ਵਿੱਚ ਕਿ ਉਹ ਠੀਕ ਹੋ ਗਿਆ ਅਨੁਵਾਦ ਲਿਪਿਅੰਤਰਨ? ਦੇਖੋ, ਤੁਸੀਂ ਅਸੀਂ ਉਹਨੂੰ ਕਹਿੰਦੇ ਹਾਂ ਕਿ ਰੀਟ੍ਰਾਂਸਲਿਟਰੇਸ਼ਨ। ਜਦੋਂ ਅਸੀਂ ਉਹਨੂੰ ਦੁਬਾਰਾ ਪਲਟਾ ਮਾਰਦੇ ਹਾਂ ਨਾ ਤੇ ਬਹੁਤ ਸਾਰੀਆਂ ਗਲਤੀਆਂ ਹੋਣ ਦੀ ਸੰਭਾਵਨਾ ਰਹਿੰਦੀ ਹੈ। ਸੋ ਉਹਦੇ ਲਈ ਸਾਨੂੰ ਇੱਕ ਤਾਂ ਸੌਫਟਵੇਅਰ ਜਿਹੜਾ ਹੈ ਉਹ ਪਾਏਦਾਰ ਵਰਤਣਾ ਪਏਗਾ। ਅੱਖਰ ਦੇ ਵਿੱਚ ਇਹਦੀ ਬਿਲਕੁਲ ਜਿਹੜੀ ਹੈ ਉਹ ਸੁਵਿਧਾ ਹੈ। ਮੈਂ ਇੱਥੇ ਜਿਹੜਾ ਗੁਰਮੁਖੀ ਦੇ ਵਿੱਚ ਟਾਈਪ ਕੀਤਾ ਸੀ ਉਹਨੂੰ ਮੈਂ ਲਿਪੀਅੰਤਰਨ ਕਰਕੇ ਸ਼ਾਹਮੁਖੀ ਦੇ ਵਿੱਚ ਤੁਹਾਨੂੰ ਦਿਖਾ ਦਿੰਦਾ ਤੇ ਸ਼ਾਹਮੁਖੀ ਦੇ ਵਿੱਚ ਬਦਲ ਗਿਆ। ਪਰ ਹੁਣ ਤੁਸੀਂ ਕਈਆਂ ਨੂੰ ਤਾਂ ਇਹ ਫੌਂਟ ਦੀ ਸੁਵਿਧਾ ਨਹੀਂ ਹੋਣੀ ਕਿ ਉਹ ਸਹੀ ਪੜ੍ਹਿਆ ਨਹੀਂ ਜਾ ਰਿਹਾ। ਇਹਦੇ ਉੱਤੇ ਜਿਹੜਾ ਸਭ ਤੋਂ ਖੂਬਸੂਰਤ ਫੌਂਟ ਹੈ, ਨੂਰੀ ਨਸਤਾਲਿਕ ਫੌਂਟ ਹੈ, ਉਹ ਲਗਾ ਕੇ ਤੁਸੀਂ ਜਦੋਂ MS Word 'ਚ ਪੜ੍ਹੋਗੇ ਤਾਂ ਜਿਹੜੇ ਘੱਟ ਜਾਣਦੇ ਨੇ ਸ਼ਾਹਮੁਖੀ ਉਹ ਵੀ ਬੜੇ ਸੌਖੇ ਤਰੀਕੇ ਨਾਲ ਪੜ੍ਹ ਸਕਦੇ ਨੇ। ਪਰ ਇਹਦੇ ਵਿੱਚ ਵੀ ਅਜੇ ਬਹੁਤ ਸਾਰੀ ਖੋਜ ਦੀ ਗੁੰਜਾਇਸ਼ ਹੈ ਕਿ ਜਦੋਂ ਤੁਸੀਂ ਦੁਬਾਰਾ ਇਹਨੂੰ ਪਲਟਣਾ ਚਾਹੋ ਤਾਂ ਉਹ ਵੀ ਸਾਨੂੰ ਸਹੀ ਜਾਣਕਾਰੀ ਦੇ ਦੇਵੇ। ਪਰ ਇਹਨਾਂ ਗੱਲ ਯਕੀਨੀ ਹੋ ਗਈ ਹੈ ਕਿ ਜਿਹੜਾ ਸਰਹੱਦੋਂ ਪਾਰ ਕੰਡਿਆਲੀ ਤਾਰ ਤੋਂ ਪਰਲੇ ਪਾਸੇ ਜਿਹੜਾ ਸਾਹਿਤ ਰਚਿਆ ਜਾ ਰਿਹਾ ਹੈ ਉਹਨੂੰ ਤੁਸੀਂ ਇੱਕ ਕਲਿੱਕ ਦੇ ਰਾਹੀਂ
ਤੁਸੀਂ ਆਪਣੇ ਕਰ ਸਕਦੇ ਗੁਰਮੁਖੀ ਦੇ ਵਿੱਚ ਕਰ ਬਦਲ ਸਕਦੇ ਕੇ ਕਰ ਸਕਦੇ ਹੋ। ਹਮ। ਅਨੁਵਾਦ ਦੇ ਖੇਤਰ ਦੀ ਆਪਾਂ ਗੱਲ ਕਰੀਏ ਤੇ ਹਿੰਦੀ ਤੋਂ ਪੰਜਾਬੀ ਦੇ ਲਈ ਯੂਨੀਵਰਸਿਟੀ ਨੇ ਕੰਮ ਕੀਤਾ ਹੈ, ਪਰ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਦੇ ਲਈ ਗੂਗਲ ਦਾ ਅਨੁਵਾਦ ਹੁਣ ਤੱਕ ਦਾ ਅਸੀਂ ਵਧੀਆ ਅਨੁਵਾਦ ਮੰਨਦੇ ਹਾਂ। ਪਰ ਜੇ 5-7 ਸਾਲ ਪਹਿਲਾਂ ਦੀ ਗੱਲ ਕਰੋ ਤਾਂ ਗੂਗਲ ਦੇ ਰਾਹੀਂ ਕੋਈ ਅਨੁਵਾਦ ਕਰਦੇ ਸੀ ਤਾਂ ਬੜੀ ਹਾਸੋਹੀਣੀ ਜਿਹੜੀ ਹੈ ਉਹ ਸਥਿਤੀ ਪੈਦਾ ਹੋ ਜਾਂਦੀ ਸੀ। ਤੁਸੀਂ ਉਹਨੂੰ ਲਾਈਨ ਦਿੰਦੇ ਸੀ ਕਿ ਸਰਦਾਰ ਬੂਟਾ ਸਿੰਘ ਨੇ सरदार बादल ने बूटा सिंह को सम्मानित किया, तो सानू दिंदा है कि सरदार बादल ने पौधा सिंह नूं सम्मानित किया। तो ਉਹ ਇਸ ਮੈਨੂੰ ਖੁਸ਼ੀ ਹੈ ਕਿ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਟ ਹੋ ਗਿਆ ਤੇ ਹੁਣ ਇਹ ਉਸ ਤਰ੍ਹਾਂ ਦੀ ਆਊਟਪੁੱਟ ਸਾਨੂੰ ਨਹੀਂ ਦਿੰਦਾ। ਅਸਲ ਦੇ ਵਿੱਚ ਕੀ ਹੈ ਕਿ ਮਸ਼ੀਨ ਆਪਣਾ ਸਿੰਟੈਕਸ ਹੈ, ਜਿਹੜੀ ਵਾਕ ਬਣਤਰ ਹੈ, ਮੈਨੂੰ ਲੱਗਦਾ ਉਹ ਉੱਥੇ ਅਜੇ ਵੀ ਬਹੁਤ ਸਾਰੀਆਂ ਪ੍ਰੋਬਲਮਾਂ ਨੇ, ਖਾਸ ਤੌਰ ਤੇ ਅੰਗਰੇਜ਼ੀ ਦੇ ਮਾਮਲੇ 'ਚ। ਬਿਲਕੁਲ ਬਿਲਕੁਲ ਜੀ, ਉਹ ਗੱਲ ਮੰਨਣੀ ਪਏਗੀ ਔਰ ਉਹਦੇ ਪਿੱਛੇ ਕਾਰਨ ਹੈ ਜਿਹੜਾ ਉਹ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਸਾਡੇ ਕੋਲ ਸਮੱਗਰੀ ਦੀ, ਸਾਡੇ ਕੋਲ ਸਰੋਤ ਸਮੱਗਰੀ ਦੀ ਬਹੁਤ ਵੱਡੀ ਘਾਟ ਹੈ। ਕਿਉਂਕਿ ਕੰਪਿਊਟਰ ਨੂੰ ਸਮਝਾਉਣਾ ਹੈ, ਜਦੋਂ ਟ੍ਰੇਨਿੰਗ ਦੇਣੀ ਹੈ ਤਾਂ ਕੰਪਿਊਟਰ ਨੂੰ ਬਹੁਤ ਵੱਡੇ ਵੱਡੇ ਕੋਸ਼, ਡਿਕਸ਼ਨਰੀਆਂ ਦੇਣੀਆਂ ਪੈਣਗੀਆਂ। ਕੰਪਿਊਟਰ ਨੂੰ ਸਮਝਾਉਣ ਦੇ ਲਈ ਇਹ ਸਾਰੇ ਤਰ੍ਹਾਂ ਦੇ ਕੋਰਸ ਦੇਣੇ ਪੈਣਗੇ। ਉਹਦੇ ਲਈ ਸਾਡੇ ਕੋਲ ਅਜੇ ਘਾਟਾਂ ਨੇ ਔਰ ਉਹ ਕੋਰਸ ਸਾਨੂੰ ਤਿਆਰ ਵੀ ਕਰਨੇ ਪੈਣਗੇ ਔਰ ਇੰਟਰਨੈਟ ਦੇ ਉੱਤੇ ਫ੍ਰੀ ਦੇ ਵਿੱਚ ਉਪਲਬਧ ਹੋਣਗੀ। ਪੂਰੀ ਦੀ ਪੂਰੀ ਫਾਈਲ ਡਾਊਨਲੋਡ ਹੋ ਜਾਏ ਜਾਂ ਥੋੜੀ ਬਹੁਤੀ ਫੀਸ ਦੇ ਕੇ ਅਸੀਂ ਡਾਊਨਲੋਡ ਕਰੀਏ ਔਰ ਕੰਪਿਊਟਰ ਵਿਗਿਆਨੀ ਉਸ ਤੋਂ ਅਗਲਾ ਕੰਮ ਕਰੇ, ਨਾ ਕਿ ਕੋਸ਼ ਖੁਦ ਬਣਾਉਣ ਲੱਗ ਜਾਏ। ਸੋ ਇਸ ਕਰਕੇ ਜਿਹੜਾ ਹੈ ਥੋੜਾ ਜਿਹਾ ਮਸਲਾ ਹੈ ਅਨੁਵਾਦ ਦਾ, ਪਰ ਇਹਦੇ ਪਿੱਛੇ ਜਿਹੜੇ ਕੰਪਿਊਟਰ ਵਿਗਿਆਨੀ ਨੇ ਉਹਨਾਂ ਦੀ ਬਹੁਤ ਸਮਾਂ ਲੱਗਦਾ ਹੈ। ਮੈਂ ਇੱਥੇ ਇੱਕ ਮਿਸਾਲ ਦੇਣਾ ਚਾਹਾਂਗਾ ਕਿ ਹਿੰਦੀ ਦੇ ਵਿੱਚ ਤੁਸੀਂ ਇੱਕ ਵਾਕ ਪਾਓ ਕਿ ਉਹ ਰੋਟੀ ਖਾਤਾ ਹੈ, ਤੋ ਕੰਪਿਊਟਰ ਦੇ ਵਿੱਚ ਕੋਈ ਆਪਣੀ ਬੁੱਧੀ ਨਹੀਂ ਹੈ, ਅਸੀਂ ਉਹਨੂੰ ਕੋਸ਼ ਦਿੱਤਾ ਹੋਇਆ। ਮੈਂ ਉੱਥੇ ਖਾਤਾ ਸ਼ਬਦ ਨੂੰ ਸਮਝਾ ਦਿੱਤਾ ਕਿ ਤੂੰ ਖਾਂਦਾ ਪਾ ਦੇ, ਕੰਪਿਊਟਰ ਨੂੰ ਸਮਝਾਇਆ ਹੋਇਆ ਕਿ ਖਾਤੇ ਨੂੰ ਖਾਂਦਾ ਬਣਾ ਦੇਣਾ, ਤਾਂ ਕੰਪਿਊਟਰ ਪੰਜਾਬੀ ਚ ਅਨੁਵਾਦ ਕਰ ਦੇਗਾ ਕਿ ਉਹ ਰੋਟੀ ਖਾਂਦਾ ਹੈ। ਪਰ ਜੇ ਤੁਸੀਂ ਉਹਨੂੰ ਵਾਕ ਦਿਓ ਕਿ ਉਸਕਾ SBI में खाता है, ਤਾਂ ਤੁਸੀਂ ਸੋਚੋ ਕਿ ਕੀ ਬੋਲੂਗਾ ਕੰਪਿਊਟਰ। ਤਾਂ ਕੰਪਿਊਟਰ ਕਹੂਗਾ ਉਸ ਦਾ SBI ਵਿੱਚ ਖਾਂਦਾ ਹੈ, ਕਿਉਂਕਿ ਅਸੀਂ ਉਹਨੂੰ ਕਹਿ ਚੁੱਕੇ ਹਾਂ ਕਿ ਜਿੱਥੇ ਖਾਤਾ ਹੈ ਉੱਥੇ ਖਾਂਦਾ ਬਣਾ ਦੇਣਾ। ਸੋ ਹੁਣ ਸ਼ੁਰੂ ਹੁੰਦਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ। ਹੁਣ ਕੰਪਿਊਟਰ ਨੂੰ ਸਿਰਫ ਇੰਨੀ ਗੱਲ ਸਮਝਾਉਣ ਦੇ ਲਈ, ਕਿਉਂਕਿ ਕੰਪਿਊਟਰ ਨਿਰਾ ਬੁੱਧੂ ਹੈ, ਨਿੱਕੇ ਇੱਕ ਕੀੜੇ ਜਿੰਨੀ ਵੀ ਬੁੱਧੀ ਉਹਦੇ ਵਿੱਚ ਨਹੀਂ ਹੈ, ਅਸੀਂ ਫਿਰ ਦੁਨੀਆ ਦੇ ਵਿੱਚ ਜਿੰਨੇ ਤਰ੍ਹਾਂ ਦੇ ਖਾਤੇ ਨੇ ਉਹਨਾਂ ਦੀ ਪੂਰੀ ਸੂਚੀ ਬਣਾ ਕੇ ਕੰਪਿਊਟਰ ਨੂੰ ਦੇ ਦਿੰਦੇ ਆ ਵੀ ਭਾਈ ਜੇ ਕੋਈ ਫੇਸਬੁੱਕ ਦਾ ਖਾਤਾ ਆ ਜਾਵੇ, ਇੰਟਰਨੈਟ ਦਾ ਖਾਤਾ ਆ ਜਾਵੇ, ਜੀਮੇਲ ਦਾ ਖਾਤਾ ਆ ਜਾਵੇ ਤੇ ਖਾਤੇ ਨੂੰ ਬਦਲਣਾ ਨਹੀਂ, ਹੱਥ ਜੋੜ ਲੈ ਨਹੀਂ ਬਦਲਣਾ। ਪਰ ਜੇ ਸ਼ਬਦ ਕੋਈ ਨਾ ਆਵੇ ਤਾਂ ਭਾਈ ਆਪਣੀ ਮਰਜ਼ੀ ਕਰੀ। ਸੋ ਇੰਨੇ ਕੁ ਕੰਮ ਦੇ ਲਈ ਬਹੁਤ ਵੱਡੀ ਜਦੋਜਹਿਦ ਕਰਨੀ ਪੈਂਦੀ ਹੈ। ਸੋ ਇਸ ਪ੍ਰਕਾਰ ਇਹ ਸੌਫਟਵੇਅਰ ਬਣਦੇ ਨੇ, ਕੋਈ ਸੌਖਾ ਕੰਮ ਨਹੀਂ ਹੈ। ਪਰ ਜੇ ਭਾਸ਼ਾ ਵਿਗਿਆਨੀ ਵੀ ਇਸ ਗੱਲ ਦੇ ਲਈ ਚਿੰਤਤ ਹੋਣ, ਸਮੱਗਰੀ ਸਾਨੂੰ ਮੁਹੱਈਆ ਕਰਵਾਉਣ, ਤਾਂ ਮੈਨੂੰ ਲੱਗਦਾ ਕਿ ਕੰਮ ਕਾਫੀ ਹੱਦ ਤੱਕ ਉਹ ਸੌਖਾ ਹੋ ਜਾਏਗਾ। ਜੀ ਅੱਗੇ ਜੇ ਕੋਈ ਸਵਾਲ ਹੈ ਤਾਂ ਆਪਾਂ ਇਹਨੂੰ ਅੱਗੇ ਮੈਂ ਚਾਹੂੰਗਾ ਕਿ ਮੈਂ ਡਾਕਟਰ ਸਾਹਿਬ ਮੈਂ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ ਜੀ, ਬਲਕਿ ਦੋ ਸਵਾਲ ਨੇ। ਇੱਕ ਤਾਂ ਜਿਹੜਾ ਹੈਗਾ ਉਹ ਇਹ ਹੈ ਕਿ ਜਦੋਂ ਅਸੀਂ ਮੈਂ ਦੇਖਿਆ ਸੀਗਾ ਕਿ ਜਦੋਂ ਮੈਂ ਜਿਵੇਂ ਮੰਨ ਲਓ ਕੋਈ ਕਹਾਣੀ ਲਿਖੀ ਆ ਤੇ ਮੈਂ ਉਹਦੀ ਫੋਟੋ ਖਿੱਚ ਕੇ ਕਲਿੱਕ ਕਰਕੇ ਤੇ ਉਹ ਆਟੋਮੈਟਿਕਲੀ ਟਾਈਪ ਹੋ ਜਾਂਦਾ ਕਈ ਭਾਸ਼ਾਵਾਂ ਦੇ ਵਿੱਚ, ਪਰ ਪੰਜਾਬੀ ਦੇ ਵਿੱਚ ਇਹ ਸਮੱਸਿਆ ਆਉਂਦੀ ਆ ਕਿ ਉਹ ਉਸ ਤਰ੍ਹਾਂ ਨਾਲ ਟਾਈਪ ਨਹੀਂ ਹੁੰਦਾ। ਟੈਕਸਟ ਨੂੰ ਟਾਈਪ ਦੇ ਵਿੱਚ ਬਦਲਣਾ, ਕੀ ਇਹੋ ਜਿਹੀ ਕੋਈ ਸੁਵਿਧਾ ਹੈਗੀ ਆ ਪੰਜਾਬੀ ਦੇ ਵਿੱਚ? ਹਾਂਜੀ ਬਿਲਕੁਲ, ਸਵਾਲ ਵੀ ਤੁਹਾਡਾ ਬਹੁਤ ਵਧੀਆ। ਆਪਾਂ ਗੱਲ ਜਿਵੇਂ ਕੀਤੀ ਹੈ ਕਿ ਮੋਬਾਈਲ ਦੇ ਵਿੱਚ ਗੂਗਲ ਲੈਂਸ ਨਾਂ ਦੀ ਐਪ ਅਲੱਗ ਤੋਂ ਵੀ ਡਾਊਨਲੋਡ ਕਰ ਸਕਦੇ ਹੋ। ਔਰ ਦੂਸਰੀ ਗੱਲ ਇਹ ਹੈ ਕਿ ਜੇ ਤੁਸੀਂ ਆਪਣੇ ਗੂਗਲ ਡਰਾਈਵ ਦੇ ਨਾਲ ਸਿੰਕਰੋਨਾਈਜ਼ ਕੀਤਾ ਹੋਇਆ, ਸਿੰਕ ਕੀਤਾ ਹੋਇਆ, ਤਾਂ ਜਿਹੜੀ ਕੈਮਰੇ ਦੇ ਰਾਹੀਂ ਫੋਟੋ ਖਿੱਚੋਗੇ ਉਹ ਆਟੋਮੈਟਿਕਲੀ ਤੁਹਾਡੇ ਗੂਗਲ ਡਰਾਈਵ ਦੇ ਉੱਤੇ ਚੜ ਰਹੀ ਹੈ। ਤੇ ਉਹਨੂੰ ਵੇਖਣਾ ਕਿਵੇਂ ਹੈ ਤੇ ਉਹਦੇ ਲਈ ਟਾਈਪ ਰੂਪ ਵਿੱਚ ਬਦਲਣਾ ਕਿਵੇਂ ਹੈ, ਉਹਦਾ ਲਈ ਥੋੜਾ ਜਿਹਾ ਤੁਹਾਨੂੰ ਸਮਝਣਾ ਪਊਗਾ। ਤੁਸੀਂ ਫੋਟੋ ਖਿੱਚੀ, ਫਿਰ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਇੱਕ ਤੁਹਾਨੂੰ ਫੋਲਡਰ ਮਿਲੇਗਾ ਗੂਗਲ ਨਾਂ ਦਾ। ਉਸ ਫੋਲਡਰ ਦੇ ਵਿੱਚ ਗੂਗਲ ਦੇ ਸਾਰੇ ਉਤਪਾਦ, ਸਾਰੀਆਂ ਐਪਸ ਮਿਲਣਗੀਆਂ। ਉਹਦੇ ਵਿੱਚ ਇੱਕ ਐਪ ਦਾ ਨਾਮ ਹੈ ਫੋਟੋਜ਼। ਸੋ ਜਿਹੜੀ ਫੋਟੋ ਤੁਸੀਂ ਖਿੱਚੀ ਸੀ ਉਹ ਫੋਟੋਜ਼ ਵਾਲੇ ਐਪ ਦੇ ਵਿੱਚ ਤੁਹਾਨੂੰ ਨਜ਼ਰ ਆਉਣ ਲੱਗੇਗੀ ਪਹਿਲੇ ਨੰਬਰ ਤੇ। ਉਸ ਫੋਟੋ ਨੂੰ ਟੱਚ ਕਰਕੇ ਉਹਦੇ ਉੱਤੇ ਠੂੰਗਾ ਮਾਰ ਕੇ ਉਹਨੂੰ ਖੋਲ ਲੈਣਾ। ਹੇਠਲੇ ਪਾਸੇ ਇੱਕ ਤੁਹਾਨੂੰ ਵਿਕਲਪ ਨਜ਼ਰ ਆਊਗਾ ਲੈਂਸ, ਉਹਨੂੰ ਦਬ ਲੈਣਾ ਤੇ ਸਾਰੇ ਦੇ ਸਾਰਾ ਜਿਹੜਾ ਫੋਟੋ ਸੀ ਉਹਦੇ ਵਿੱਚ ਜੋ ਕੁਝ ਵੀ ਲਿਖਿਆ ਹੋਇਆ ਸੀ ਉਹ ਟਾਈਪ ਰੂਪ ਵਿੱਚ ਬਦਲ ਜਾਊਗਾ। ਉੱਥੇ ਫਿਰ ਤੁਸੀਂ ਦਬਣਾ ਹੈ ਸਿਲੈਕਟ ਆਲ ਤੇ ਫਿਰ ਕਾਪੀ ਕਰ ਲਓ
WhatsApp ਦੇ ਵਿੱਚ ਪਾ ਦਿਓ। ਸੋ ਇਹ ਇੱਕ ਤਰੀਕਾ ਹੈ ਜਿਹੜਾ ਕਿ ਸਭ ਤੋਂ ਸੌਖਾ ਹੈ। ਇਸ ਤਰ੍ਹਾਂ ਦੇ Google Lens ਵਰਗੇ ਸੌਫਟਵੇਅਰ ਹੋਰ ਵੀ ਨੇ, ਪਰ ਸਭ ਤੋਂ ਪਾਏਦਾਰ ਤੇ ਫ੍ਰੀ ਜਿਹੜਾ ਸੌਫਟਵੇਅਰ ਹੈ ਮੈਂ ਉਹਦੀ ਗੱਲ ਕਰ ਰਿਹਾ। ਜੀ ਵੈਸੇ ਤਾਂ ਬਹੁਤ ਸਾਡੇ ਨਾਲ ਵੀ ਸ਼ੁਕਰੀਆ। ਸ਼ੋ ਹੁੰਦਾ ਅੱਜ ਕੱਲ, ਪਤਾ ਨਹੀਂ ਮੇਰੇ ਕੋਲ ਤਾਂ ਸ਼ੋ ਹੁੰਦਾ ਜਦੋਂ ਆਪਾਂ Google ਲੱਭਦੇ ਆ ਤਾਂ ਨਾਲ ਹੀ ਉਹ ਲੈਂਜ ਵਾਲੀ ਆਈਕਨ ਜਿਹੜਾ ਬਣਿਆ ਹੁੰਦਾ ਉਹ ਸ਼ੋ ਹੁੰਦਾ ਹੈ। ਜੀ ਹਾਂ, ਅੱਜ ਕੱਲ ਜਿਹੜੇ ਨਵੇਂ ਫੋਨ ਜਿੰਨੇ ਵੀ ਅਸੀਂ ਖਰੀਦ ਰਹੇ ਹਾਂ ਉਹਨਾਂ ਦੇ ਵਿੱਚ Google Lens ਜਿਹੜਾ ਹੈ ਉਹ ਪਹਿਲਾਂ ਹੀ ਪਾ ਦਿੱਤਾ ਗਿਆ, ਪਰ ਜੇ ਕਿਸੇ ਕੋਲ ਪੁਰਾਣੇ ਮਾਡਲ ਦਾ ਫੋਨ ਹੈ ਤਾਂ ਉਹਨੂੰ ਵੱਖਰੇ ਤੌਰ ਤੇ Google Lens ਜਿਹੜੀ ਐਪ ਹੈ ਉਹ ਇੰਸਟਾਲ ਕਰਨੀ ਪੈ ਸਕਦੀ ਹੈ। ਜੀ ਸੋ ਆਪਾਂ ਜਿਹੜੀਆਂ ਇਹ ਗੱਲਾਂ ਕੀਤੀਆਂ ਨੇ ਇਹ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਲਈ ਕੀਤੀਆਂ ਨੇ। ਜੇ ਕੰਪਿਊਟਰ ਦਾ ਪੰਜਾਬੀਕਰਨ ਕਰਨਾ ਹੈ ਤਾਂ ਸਾਡੇ ਕੋਲ LIP ਨਾਂ ਦਾ ਇੱਕ ਸੌਫਟਵੇਅਰ ਹੁੰਦਾ ਹੈ, ਲੈਂਗੁਏਜ ਇੰਟਰਫੇਸ ਪੈਕ। ਤਾਂ ਤੁਸੀਂ ਵਿੰਡੋਜ਼ LIP ਟਾਈਪ ਕਰਕੇ ਡਾਊਨਲੋਡ ਕਰੋਗੇ ਆਪਣੇ ਕੰਪਿਊਟਰ ਤੇ ਤਾਂ ਵਿੰਡੋ ਦੀਆਂ ਸਾਰੀਆਂ ਆਪਸ਼ਨ ਜਿਹੜੀਆਂ ਨੇ, ਸਾਰੇ ਡਾਇਲੌਗ ਬਕਸੇ ਨੇ, ਸਾਰੀਆਂ ਕਮਾਂਡਾਂ ਪੰਜਾਬੀ ਦੇ ਵਿੱਚ ਬਦਲ ਜਾਣਗੀਆਂ। ਇਸੇ ਤਰ੍ਹਾਂ MS Office LIP ਪੈਕ ਕਰਕੇ ਡਾਊਨਲੋਡ ਕਰੋਗੇ ਤਾਂ MS Word ਦੀਆਂ ਸਾਰੀਆਂ ਆਪਸ਼ਨ ਤੁਹਾਨੂੰ ਜਿਹੜੀਆਂ ਪੰਜਾਬੀ 'ਚ ਮਿਲ ਜਾਣਗੀਆਂ। ਸੋ ਉਹਦੇ ਵਿੱਚ ਵੀ ਜਿਹੜੀਆਂ ਕਮੀਆਂ ਨੇ ਉਹ ਇਸ ਕਰਕੇ ਨੇ ਕਿ ਅਸੀਂ ਉਹ ਵਰਤਦੇ ਨਹੀਂ। ਜੇ ਵਰਤੀਏ ਤਾਂ ਕਮੀਆਂ ਅਸੀਂ ਜਿਹੜੀਆਂ ਹੈ ਉਹਨਾਂ ਤੇ ਸੰਕੇਤ ਕਰਾਂਗੇ ਵਿਗਿਆਨੀਆਂ ਨੂੰ ਕਿ ਵੀ ਇਹਨੂੰ ਠੀਕ ਕਰੋ। ਉਸੇ ਕਰਕੇ ਉਹਦੀ ਭਾਸ਼ਾ ਜਿਹੜੀ ਹੈ ਅਜੇ ਵੀ ਉਹ ਸਾਨੂੰ ਰੜਕਦੀ ਹੈ। ਤੇ ਬਹੁਤ ਸਾਰੇ ਕੰਮ ਨੇ, ਮਤਲਬ ਆਪਾਂ ਮੋਟੇ ਤੌਰ ਤੇ ਜਿਹੜੇ ਸੌਫਟਵੇਅਰ ਜਿਨ੍ਹਾਂ ਦੀ ਜ਼ਿਆਦਾ ਲੋੜ ਪੈਂਦੀ ਉਹਨਾਂ ਦੀ ਆਪਾਂ ਗੱਲ ਕਰ ਲਈ ਹੈ। ਕੰਮ ਜਿਹੜੇ ਨੇ ਪੰਜਾਬੀ ਭਾਸ਼ਾ ਦੇ ਕੰਪਿਊਟਰਕਾਰੀ ਦੇ ਵਿੱਚ ਸੰਸਥਾਗਤ ਰੂਪ ਦੇ ਵਿੱਚ ਵੀ ਹੋਏ ਨੇ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮੋਹਰੀ ਹੈ ਕਿਉਂਕਿ ਇੱਥੇ ਬਕਾਇਦਾ ਇੱਕ ਮਹਿਕਮਾ ਹੈ ਜਿੱਥੇ ਸੌਫਟਵੇਅਰ ਬਣਦੇ ਨੇ। ਜਿਹੜੇ ਮਹਿਕਮੇ ਦੇ ਵਿੱਚ ਮੈਂ ਸੇਵਾ ਕਰ ਰਿਹਾ ਉੱਥੇ ਅਸੀਂ ਉਹਨਾਂ ਸੌਫਟਵੇਅਰਾਂ ਦੀ ਸਿਖਲਾਈ ਦਿੰਦੇ ਹਾਂ, ਉੱਥੇ ਟ੍ਰੇਨਿੰਗ ਦਿੰਦੇ ਹਾਂ। ਟਾਈਪਿੰਗ ਦੇ ਲਈ ਜਿਹੜਾ ਵਿਸ਼ੇਸ਼ ਤੌਰ ਤੇ ਅਸੀਂ ਉਪਰਾਲੇ ਕਰਦੇ ਹਾਂ ਕਿਉਂਕਿ ਉਹਨਾਂ ਨੂੰ ਰੁਜ਼ਗਾਰ ਦੇ ਨਾਲ ਵੀ ਜੋੜਿਆ ਜਾਵੇ। ਕੁਝ ਸੋ ਸਵਾਲ ਜਿਹੜੀ ਸਰ, ਡਿਜੀਟਲ ਇੱਕ ਦੋ ਸਵਾਲ ਹੋਰ ਲੈ ਲਈਏ ਜੋ ਕਰਨਾ ਚਾਹੁੰਦਾ ਪਲੀਜ਼। ਜੀ ਕੋਈ ਵੀ ਸਾਥੀ ਜੇ ਕੋਈ ਸਵਾਲ ਕਰਨਾ ਚਾਹੁੰਦਾ ਪਲੀਜ਼ ਉਹ ਕੰਬੋਜ ਸਾਹਿਬ ਨੂੰ ਸਵਾਲ ਕਰੇ ਤੇ ਆਪਾਂ ਉਹਨਾਂ ਸਵਾਲਾਂ ਦੇ ਜਵਾਬ ਲਈਏ। ਹੈਲੋ ਹਾਂਜੀ ਜੀ ਇੱਕ ਸਵਾਲ ਸੀਗਾ ਜੀ ਬਲਵਿੰਦਰ ਸਿੰਘ ਚਹਿਲ ਦਾ। ਜੀ ਸੁਖਜੀਤ ਜੀ, ਕੰਪਿਊਟਰ ਦੇ ਹਾਂ, ਪੰਜਾਬੀਕਰਨ ਤੇ ਪੰਜਾਬੀ ਦੇ ਕੰਪਿਊਟਰੀਕਰਨ ਵਿੱਚ ਕੀ ਫਰਕ ਹੈ? ਜੀ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਹੈ ਕਿ ਕੰਪਿਊਟਰ ਦਾ ਪੰਜਾਬੀਕਰਨ ਦਾ ਮਤਲਬ ਸਿਰਫ ਇੰਟਰਫੇਸ ਨਾਲ ਸੰਬੰਧਿਤ ਹੈ ਕਿ ਜਦੋਂ ਅਸੀਂ ਸੰਵਾਦ ਰਚਾਉਣਾ ਮਸ਼ੀਨ ਦੇ ਨਾਲ ਤਾਂ ਸੰਵਾਦ ਰਚਾਉਣ ਸਮੇਂ ਸਕਰੀਨ ਦੀ ਜਿਹੜੀ ਭਾਸ਼ਾ ਹੈ ਉਹ ਪੰਜਾਬੀ ਹੋਵੇ ਤਾਂ ਉਹਨੂੰ ਅਸੀਂ ਕਹਾਂਗੇ ਕਿ ਕੰਪਿਊਟਰ ਦਾ ਪੰਜਾਬੀਕਰਨ ਹੋ ਗਿਆ। ਪਰ ਜਦੋਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਭਾਸ਼ਾ ਦੇ ਵਿੱਚ ਤਕਨੋਲੋਜੀ, ਸਾਡੀ ਭਾਸ਼ਾ ਦੇ ਵਿੱਚ ਐਪ, ਸਾਡੀ ਭਾਸ਼ਾ ਦੇ ਵਿੱਚ ਸੌਫਟਵੇਅਰ ਵਿਕਸਿਤ ਹੋਣ ਤਾਂ ਜੋ ਅਸੀਂ ਆਪਣੀ ਭਾਸ਼ਾ ਨੂੰ ਹੋਰ ਵਿਕਸਿਤ ਕਰ ਸਕੀਏ, ਤਾਂ ਅਸਲ ਵਿੱਚ ਉਦੋਂ ਅਸੀਂ ਗੱਲ ਕਰ ਰਹੇ ਹੁੰਦੇ ਹਾਂ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਦੀ। ਕੰਪਿਊਟਰੀਕਰਨ ਦੇ ਲਈ ਇੱਕ ਨਵਾਂ ਸ਼ਬਦ ਵੀ ਮੈਂ ਘੜਿਆ, ਜੇ ਤੁਹਾਨੂੰ ਪਸੰਦ ਆਵੇ ਤਾਂ ਜ਼ਰੂਰ ਉਹਨੂੰ ਅੱਗੇ ਪ੍ਰਚਲਿਤ ਕਰੋ। ਕੰਪਿਊਟਰਕਾਰੀ ਸ਼ਬਦ ਮੈਂ ਵਰਤਣ ਲੱਗਿਆ ਕੰਪਿਊਟਰੀਕਰਨ ਨੂੰ। ਜੀ ਜੀ ਕੋਈ ਹੋਰ ਸਵਾਲ ਹੈ? ਹੋਰ ਕੋਈ ਸਵਾਲ? ਇੱਕ ਸਵਾਲ ਮੈਂ ਪੁੱਛਣਾ ਸੀ ਜੀ। ਜੀ ਜੀ। ਜਸਲੀਨ ਜੋ ਕੌਰ। ਤੁਸੀਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਤੁਸੀਂ ਉਹ ਟ੍ਰੇਨਿੰਗ ਦਿੰਦੇ ਹੋ, ਉਹਦੇ ਬਾਰੇ ਤੁਸੀਂ ਦੱਸੋਗੇ ਕਿ ਆਪਾਂ ਕਿਸ ਜੋ ਉੱਥੇ ਦੇ ਵਿਦਿਆਰਥੀ ਨੇ ਉਹਨਾਂ ਲਈ ਉਹ ਕੋਰਸਿਸ ਨੇ ਜਾਂ ਕਿਸ ਹਿਸਾਬ ਨਾਲ ਉਹ ਕੀ ਐਲੀਜੀਬਿਲਟੀ ਕੀ ਹੈ, ਕੀ ਉਹਦਾ ਕ੍ਰਾਈਟੇਰੀਆ ਹੈ, ਕਿੰਨੇ ਮਹੀਨੇ ਦਾ ਕੀ ਕੋਰਸ ਹੁੰਦਾ ਹੈ, ਉਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਪਲੀਜ਼। ਜੀ ਬਹੁਤ ਵਧੀਆ ਸਵਾਲ ਹੈ। ਜਿਹੜਾ ਇਹ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਹੈ ਇੱਕ ਛੋਟਾ ਜਿਹਾ ਸੈੱਲ ਹੈ ਜਿੱਥੇ ਸਾਡੇ ਕੋਲ 3 ਤਰ੍ਹਾਂ ਦੇ ਕੋਰਸ ਨੇ। ਇੱਕ ਤਾਂ 3 ਮਹੀਨਿਆਂ ਦਾ 120 ਘੰਟਿਆਂ ਦਾ ਕੋਰਸ ਹੈ ਸਰਕਾਰੀ ਨੌਕਰੀਆਂ ਦੇ ਲਈ, ਜਿਹੜਾ ਕਿ ਲਾਜ਼ਮੀ ਕਰ ਦਿੱਤਾ ਹੈ ਸਰਕਾਰ ਨੇ। 3 ਮਹੀਨਿਆਂ ਦਾ ਕੋਰਸ ਹੈ, ਸ਼ਾਮ ਨੂੰ 2 ਤੋਂ 5 ਵਜੇ ਤੱਕ ਕਲਾਸ ਲੱਗਦੀ ਹੈ। 10/2 ਪਾਸ ਕੋਈ ਵੀ ਵਿਦਿਆਰਥੀ ਜਿਹੜਾ ਅਪਲਾਈ ਕਰ ਸਕਦਾ ਹੈ, ਮੈਰਿਟ ਦੇ ਆਧਾਰ ਦੇ ਉੱਤੇ ਦਾਖਲਾ ਹੁੰਦਾ ਹੈ। ਤੇ ਦੂਸਰਾ ਜਿਹੜਾ ਕੋਰਸ ਹੈ ਹਫ਼ਤੇ ਦੀਆਂ ਕਾਰਜਸ਼ਾਲਾਵਾਂ ਨੇ, ਯਾਨੀ ਕਿ ਵਰਕਸ਼ਾਪਾਂ ਨੇ। ਸਾਡੀ ਹੁਣ ਇਹ ਜਿਹੜੀ ਹੈ 57ਵੀਂ ਵਰਕਸ਼ਾਪ ਕੱਲ ਤੋਂ ਸ਼ੁਰੂ ਹੋ ਰਹੀ ਹੈ, ਜਿਹਦੀ ਤੁਸੀਂ ਪਿੱਛੇ ਜਿਹੇ ਐਡਵਰਟਾਈਜ਼ਮੈਂਟ ਵੀ ਦੇਖ ਰਹੇ ਹੋਣਗੇ। ਤਾਂ ਉਹਦੇ ਲਈ ਕੋਈ ਇਹ ਸ਼ਰਤ ਨਹੀਂ ਹੈ ਕਿ ਯੂਨੀਵਰਸਿਟੀ ਦਾ ਵਿਦਿਆਰਥੀ ਹੋਵੇ, ਕੋਈ ਵੀ ਹੋਵੇ, ਸਿਰਫ ਥੋੜਾ ਜਿਹਾ ਫੀਸ ਜਿਹੜੀ ਹੈ ਤੁਹਾਨੂੰ ਅਦਾ ਕਰਨੀ ਪੈਂਦੀ ਕਿਉਂਕਿ ਉਹ ਪ੍ਰਯੋਗੀ ਕੋਰਸ ਹੈ, ਲੈਬ ਦੇ ਵਿੱਚ ਹੁੰਦਾ ਹੈ। ਤੇ ਇਹ ਜਿਹੜੇ ਕੋਰਸ ਨੇ ਚਾਹੇ 3 ਮਹੀਨਿਆਂ ਦਾ ਚਾਹੇ ਵਰਕਸ਼ਾਪ ਹੈ, ਇਹ ਜ਼ਿਆਦਾਤਰ ਅਸੀਂ ਰੈਗੂਲਰ ਲਗਾਉਂਦੇ ਹਾਂ ਸ਼ਾਮ ਨੂੰ 2 ਤੋਂ 5। ਪਰ ਕਈ ਵਾਰ ਅਸੀਂ ਜਿਵੇਂ ਕਰੋਨਾ ਦੇ ਸਮੇਂ ਦੇ ਵਿੱਚ ਇਹ ਆਨਲਾਈਨ ਵੀ ਕਰ ਦਿੱਤੇ ਸੀ, ਔਰ ਹੁਣ ਵੀ ਜਦੋਂ ਕੋਈ ਮੰਗ ਉੱਠਦੀ ਹੈ ਕਿਸੇ ਕਾਲਜ ਤੋਂ, ਜਿਵੇਂ ਹੁਣ ਜਲੰਧਰ ਦੇ ਕਾਲਜ ਦੇ ਤੋਂ ਸਾਨੂੰ
ਜਿਹੜੇ 20 ਅਧਿਆਪਕ ਤਿਆਰ ਨੇ ਕਿ ਅਸੀਂ ਸਿਖਲਾਈ ਲੈਣੀ ਹੈ ਪਰ ਅਸੀਂ ਆਨਲਾਈਨ ਲੈਣੀ ਹੈ, ਤਾਂ ਉਹਨਾਂ ਦੇ ਉੱਤੇ ਸ਼ਰਤ ਇਹ ਹੁੰਦੀ ਹੈ ਕਿ ਉਹ ਪੇਪਰ ਜਿਹੜਾ ਹੈ ਫਾਈਨਲ ਜਿਹੜਾ ਐਗਜ਼ਾਮ ਹੈ ਉਹ ਆਫਲਾਈਨ ਵਿਧੀ ਰਾਹੀਂ ਹੀ ਯੂਨੀਵਰਸਿਟੀ ਆ ਕੇ ਹੀ ਦੇਣਗੇ, ਕਿਉਂਕਿ ਅਸੀਂ ਇਹਦਾ ਮਿਆਰ ਜਿਹੜਾ ਹੈ ਉਹ ਬਰਕਰਾਰ ਰੱਖਣਾ ਹੈ, ਕਿਉਂਕਿ ਇਹ ਪ੍ਰਯੋਗੀ ਗਿਆਨ ਹੈ ਤੇ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਣੀ ਚਾਹੀਦੀ। ਸੋ ਕੋਰਸ ਕੋਈ ਵੀ ਕਰ ਸਕਦਾ ਹੈ। ਇਹ ਸਰ ਭਾਸ਼ਾ ਦਾ ਕੋਰਸ ਹੈ ਜਾਂ ਕੰਪਿਊਟਰ ਸਿੱਖਣ ਦਾ ਕੋਰਸ ਹੈ? ਜੀ ਕੰਪਿਊਟਰ ਸਿੱਖਣ ਦਾ ਕੋਰਸ ਜਿਹੜਾ 3 ਮਹੀਨਿਆਂ ਦਾ ਕੋਰਸ ਹੈ, ਉਹਦਾ ਨਾਮ ਹੈ ਜੀ ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ। ਤੇ ਜਿਹੜੀ 7 ਦਿਨਾਂ ਦੀ ਵਰਕਸ਼ਾਪ ਹੈ ਉਹ ਕੰਪਿਊਟਰ ਪੰਜਾਬੀ ਦੇ ਵਿੱਚ ਵਰਤੋਂ ਕਿਵੇਂ ਕਰਨੀ ਹੈ, ਕੰਪਿਊਟਰ ਨੂੰ ਪੰਜਾਬੀ ਦੇ ਵਿੱਚ ਵਰਤੋਂ ਬਾਰੇ ਕੋਰਸ ਹੈ। ਛੋਟੇ ਛੋਟੇ ਸਾਡੇ ਕੋਲ ਕ੍ਰੈਸ਼ ਕੋਰਸ ਵੀ ਹੈਗੇ ਨੇ ਕਿ ਤੁਸੀਂ ਜਿਹੜਾ ਹੈ 3-3 ਦਿਨਾਂ ਦੇ ਕੋਰਸ ਨੇ, ਪਰ ਉਹਦੇ ਲਈ ਸ਼ਰਤ ਇਹ ਹੈ ਕਿ 7 ਦਿਨ ਦਾ ਕੋਰਸ ਪਹਿਲਾਂ ਲਗਾਇਆ ਹੋਵੇ ਜਾਂ ਕੰਪਿਊਟਰ ਬਾਰੇ ਮੁੱਢਲੀ ਜਾਣਕਾਰੀ ਹੋਵੇ। ਉਹਨਾਂ ਦੇ ਵਿੱਚ ਕੋਰਸ ਨੇ ਕਿ ਤੁਸੀਂ ਯੂਟਿਊਬਰ ਬਣਨਾ, ਤਾਂ ਉਹਦੇ ਲਈ ਕਿਹੜੇ ਜਿਹੜੇ ਨੇ ਤੁਹਾਡੇ ਨੁਕਤੇ ਤੁਹਾਡੇ ਧਿਆਨ 'ਚ ਪ੍ਰੈਕਟੀਕਲ ਹੋਣੇ ਚਾਹੀਦੇ ਨੇ। ਤੁਸੀਂ ਬਲੌਗਰ ਬਣਨਾ ਹੈ, ਬਲੌਗ ਚਲਾਉਣਾ ਹੈ, ਜਾਂ ਵੀਡੀਓ ਐਡੀਟਿੰਗ ਕਰਨੀ ਹੈ, ਆਡੀਓ ਐਡੀਟਿੰਗ ਕਰਨੀ ਹੈ। ਅਧਿਆਪਨ ਦੇ ਲਈ ਪੰਜਾਬੀ ਭਾਸ਼ਾ ਦੇ ਸੌਫਟਵੇਅਰ ਕਿਵੇਂ ਵਰਤਣੇ ਨੇ, ਟਾਈਪਿੰਗ ਕਿਵੇਂ ਕਰਨੀ ਹੈ, ਉਹ ਛੋਟੇ ਛੋਟੇ ਕੋਰਸ ਵੀ ਤੁਸੀਂ ਕਰ ਸਕਦੇ ਹੋ। ਜਿਹੜਾ ਤੁਸੀਂ 20 ਅਧਿਆਪਕਾਂ ਵਾਲੀ ਸਰ ਗੱਲ ਕੀਤੀ ਹੈ, ਇਹਦਾ ਮਤਲਬ ਜੇ ਕੋਈ ਵੀ 20 ਬੰਦੇ ਚਾਹਣ ਤੁਸੀਂ ਉਹਨਾਂ ਨੂੰ ਅਲਾਉ ਕਰ ਸਕਦੇ ਹੋ ਜਾਂ ਉਹਨਾਂ ਦੀ ਵਰਕਸ਼ਾਪ ਲਾ ਸਕਦੇ ਹੋ ਇਸ ਕਿਸਮ ਦੀ? ਜੀ, ਬਸ ਸ਼ਰਤ ਇਹ ਹੈ ਕਿ ਉਹਨਾਂ ਨੂੰ ਇੱਕ ਜਿਹੜੀ ਮੁੱਢਲੀ ਜਾਣਕਾਰੀ ਹੋਵੇ, ਆਪਣਾ ਲੈਪਟਾਪ ਜਾਂ ਕੰਪਿਊਟਰ ਉਸ ਸਮੇਂ ਉਹਨਾਂ ਦੇ ਕੋਲ ਹੋਵੇ, ਕਿਉਂਕਿ ਲਾਈਵ ਸੈਸ਼ਨ ਦੇ ਵਿੱਚ ਅਸੀਂ ਜਿਹੜਾ ਹੈ ਤਵੱਕੂ ਕਰਦੇ ਹਾਂ ਕਿ ਨਾਲ ਉਹ ਵਿਦਿਆਰਥੀ ਉਹ ਕਰਕੇ ਦਿਖਾਣ ਔਰ ਅਖੀਰਲੇ ਦਿਨ ਪੇਪਰ ਦੇਣ ਦੇ ਲਈ ਉਹ ਫਿਜ਼ੀਕਲੀ ਯੂਨੀਵਰਸਿਟੀ ਦੇ ਵਿੱਚ ਆ ਕੇ ਪੇਪਰ ਦੇਣ। ਜੀ ਜੀ ਕੋਈ ਹੋਰ ਸਵਾਲ? ਸਰ ਇੱਕ ਸਵਾਲ ਮੇਰਾ ਸੀ ਜੀ, ਹਾਂਜੀ ਬੋਲੋ ਜੀ, ਬੋਲੋ ਪਲੀਜ਼। ਹਾਂਜੀ ਕੁਲਦੀਪ ਜੀ, ਡਾਕਟਰ ਕੰਬੋਜ ਨੂੰ ਸਵਾਲ ਸੀ ਕਿ ਜਿਹੜੀ ਵਰਕਸ਼ਾਪ ਦੀ ਗੱਲ ਇਹ ਕਰ ਰਹੇ ਨੇ ਕਿ ਕੀ ਇਹ ਸਿਰਫ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਹੀ ਲਗਾਉਂਦੇ ਨੇ ਜਾਂ ਕਿਸੇ ਦੂਸਰੀ ਥਾਂ ਤੇ ਦੂਸਰੇ ਸ਼ਹਿਰ ਜਿਵੇਂ ਚੰਡੀਗੜ੍ਹ ਦੇ ਵਿੱਚ ਜੇ ਅਸੀਂ ਕਿਸੇ ਕਾਲਜ ਲਈ ਜਾਂ ਇਹਨਾਂ ਨੂੰ ਬੁਲਾਈਏ ਤਾਂ ਇਹ ਵਰਕਸ਼ਾਪ ਕਿਸੇ ਕਾਲਜ ਵਿੱਚ ਵੀ ਅਰੇਂਜ ਕਰ ਸਕਦੇ ਨੇ? ਅਮਰਦੀਪ ਕੌਰ ਮੈਡਮ ਦਾ ਸਵਾਲ ਹੈ, ਟੀਚਰ ਨੇ ਚੰਡੀਗੜ੍ਹ ਕਾਲਜ ਦੇ ਵਿੱਚ, ਤੁਸੀਂ ਪਲੀਜ਼ ਦੱਸੋ ਇਹਨਾਂ ਬਾਰੇ। ਜੀ ਸਵਾਲ ਬਹੁਤ ਅੱਛਾ ਹੈ। ਪਿਛਲੇ 4 ਕੁ ਸਾਲਾਂ ਤੋਂ ਇਹ ਮੰਗ ਉੱਠ ਰਹੀ ਹੈ ਲਗਾਤਾਰ, ਅਲੱਗ-ਅਲੱਗ ਸੰਸਥਾਵਾਂ ਮੰਗ ਕਰ ਰਹੀਆਂ ਨੇ। ਦਿੱਲੀ ਦੇ ਇੱਕ ਕਾਲਜ ਨੇ ਵੀ ਮੰਗ ਕੀਤੀ ਹੈ। ਮੈਂ ਪਿੱਛੇ ਭਾਸ਼ਾ ਦਫ਼ਤਰ ਜਿਹੜਾ ਹੈ ਮੋਹਾਲੀ ਵਾਲਾ, ਡਾਕਟਰ ਬੋਹਾ ਜੀ ਨੇ ਉੱਥੇ ਉਹਨਾਂ ਨੇ ਲੈਕਚਰ ਲਈ ਬੁਲਾਇਆ ਤੇ ਨਾਲ ਦੀ ਨਾਲ ਉਹਨਾਂ ਨੇ ਮੰਗ ਕੀਤੀ ਕਿ ਹਫ਼ਤੇ ਦੀ ਵਰਕਸ਼ਾਪ ਇੱਥੇ ਕਰਾਓ, ਅਸੀਂ ਪੂਰਾ ਪ੍ਰਬੰਧ ਕਰਦੇ ਹਾਂ। ਸੋ ਉਹਦੇ ਲਈ ਕੁਝ ਸਮੱਸਿਆਵਾਂ ਨੇ, ਕਿਉਂਕਿ ਪਿੱਛੇ ਜਿਹੜਾ ਇਹ ਸੈੱਲ ਹੈ ਉਹ ਚਲਾ ਰਿਹਾ ਮੈਂ, ਤੇ ਉੱਥੇ ਆਲਰੇਡੀ ਸਾਡੇ ਕੋਲ ਵਿਦਿਆਰਥੀਆਂ ਦੀ ਗਿਣਤੀ ਜਾਂ ਬਾਹਰਲੇ ਜਿਹੜੇ ਲੋਕ ਜਿਨ੍ਹਾਂ ਨੇ ਫੀਸਾਂ ਭਰੀਆਂ ਹੋਈਆਂ ਨੇ ਆਲਰੇਡੀ, ਉਹ ਲੰਬੀ ਕਤਾਰ ਲੱਗੀ ਹੋਈ ਹੈ ਤੇ ਉਹਦੇ 'ਚੋਂ ਸਮਾਂ ਕੱਢਣਾ ਕਈ ਵਾਰੀ ਔਖਾ ਹੋ ਜਾਂਦਾ ਹੈ। ਤੇ ਜੇ ਸਮਾਂ ਮਿਲ ਜਾਂਦਾ ਤੇ ਮੈਨੂੰ ਨਹੀਂ ਲੱਗਦਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਈ ਦਿੱਕਤ ਹੋਏਗੀ। ਆਪਾਂ ਉੱਥੇ ਜਾ ਕੇ ਵੀ ਵਰਕਸ਼ਾਪ ਲਗਾ ਸਕਦੇ ਹਾਂ। ਮੇਰਾ ਔਰ ਮੇਰੇ ਇਸ ਕੇਂਦਰ ਦਾ ਔਰ ਯੂਨੀਵਰਸਿਟੀ ਦਾ ਮੰਤਵ ਹੀ ਇਹੀ ਹੈ ਕਿ ਤਕਨੀਕੀ ਤੌਰ ਤੇ ਆਪਾਂ ਆਪਣੀ ਭਾਸ਼ਾ ਨੂੰ ਜਿਹੜਾ ਵਿਕਸਿਤ ਕਰਨਾ ਹੈ, ਤੇ ਉਹਦੇ ਲਈ ਤਾਂ ਕਿਤੇ ਵੀ ਸਫ਼ਰ ਕਰਨਾ ਪਵੇ ਆਪਾਂ ਕਰ ਸਕਦੇ ਹਾਂ। ਤੁਸੀਂ ਸਾਡੇ ਧਿਆਨ ਦੇ ਵਿੱਚ ਲਿਖਤੀ ਰੂਪ ਵਿੱਚ ਲਿਆ ਹੋਣਾ, ਜਦੋਂ ਵੀ ਆਪਣਾ ਇੱਧਰੋਂ ਸਮਾਂ ਕੋਈ ਵੇਲਾ ਨਿਕਲਦਾ ਤੇ ਉੱਥੇ ਜਾ ਕੇ ਵੀ ਵਰਕਸ਼ਾਪ ਲਗਾਈ ਜਾ ਸਕਦੀ ਹੈ, ਕੋਈ ਮਸਲਾ ਨਹੀਂ ਹੈ। ਜੀ ਮਿਹਰਬਾਨੀ ਸਰ, ਮਿਹਰਬਾਨੀ। ਜੀ ਸਰ ਇੱਕ ਸਵਾਲ ਹੋਰ ਸੀ ਜੀ। ਸਰ ਮੰਨ ਲਓ ਕੋਈ ਆਪਣੀ ਹੈਂਡ ਰਾਈਟਿੰਗ ਨੂੰ ਫੌਂਟ ਦੇ ਵਿੱਚ ਤਿਆਰ ਕਰਵਾਉਣਾ ਚਾਹੁੰਦਾ, ਜਿੱਦਾਂ ਪਹਿਲਾਂ ਵੀ ਕੁਝ ਫੌਂਟ ਇਸ ਤਰ੍ਹਾਂ ਤਿਆਰ ਹੋਏ ਸੀਗੇ, ਅਧਿਆਪਕ ਫੌਂਟ ਸੀ ਜਾਂ ਫੁਹਾਰ ਵਾਲਾ ਫੌਂਟ ਸੀ, ਤਾਂ ਉਹਦੇ ਲਈ ਕਿੱਥੇ ਬੰਦੇ ਨੂੰ ਪਹੁੰਚ ਕਰਨੀ ਪਏਗੀ ਕਿਸੇ ਨੇ ਆਪਣੀ ਹੈਂਡ ਰਾਈਟਿੰਗ ਨੂੰ ਫੌਂਟ 'ਚ ਤਿਆਰ ਕਰਵਾਉਣਾ? ਇਹ ਬਹੁਤ ਵਧੀਆ ਗੱਲ ਹੈ, ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਅਸੀਂ ਹੁਣ ਇਸ ਖੇਤਰ ਵਿੱਚ ਤੁਰ ਪਏ ਹਾਂ। ਫੌਂਟ ਜਿੱਥੋਂ ਮਰਜ਼ੀ ਬਣਵਾਇਓ, ਪਰ ਬਣਵਾਉਣਾ ਯੂਨੀਕੋਡ ਬੇਸਡ ਹੈ। ਫੌਂਟ ਬਣਾਉਣ ਦੀ ਪ੍ਰਕਿਰਿਆ ਬੜੀ ਪੇਚੀਦੀ ਹੁੰਦੀ ਹੈ, ਥੋੜਾ ਜਿਹਾ ਉਹਦੇ ਤੇ ਖਰਚ ਵੀ ਹੁੰਦਾ ਹੈ, ਸੌਫਟਵੇਅਰ ਵੀ ਮਹਿੰਗੇ ਨੇ। ਸੋ ਉਹਦੇ ਲਈ ਜੇ ਤਾਂ ਅਸੀਂ ਫੌਂਟ ਪੁਰਾਣੇ ਜ਼ਮਾਨੇ ਦਾ ਬਣਾਉਣਾ ਹੈ ਤੇ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਬਣਾਉਂਦੇ ਨੇ। ਯੂਨੀਕੋਡ ਦੇ ਲਈ ਡਾਕਟਰ ਕੁਲਵੀਰ ਸਿੰਘ ਥਿੰਦ ਨੂੰ ਮੈਂ ਆਪਣਾ ਗੁਰੂ ਵੀ ਮੰਨਦਾ, ਮੈਂ ਜਿਹੜੇ 5 ਫੌਂਟ ਬਣਾ ਰਿਹਾ। ਸੋ ਉਹਦੇ ਵਿੱਚ ਮੈਂ ਸਮਝਦਾ ਕਿ ਜੇ ਤੁਸੀਂ ਇਹ ਉਪਰਾਲਾ ਕਰੋ ਕਿ ਸੋਹਣੀਆਂ ਜਿਹੜੀਆਂ ਹੱਥ ਲਿਖਤਾਂ ਉਹ ਸਾਡੇ ਤੱਕ ਪਹੁੰਚਾਓ, ਤੇ ਜਿਹੜਾ ਥੋੜਾ ਬਹੁਤਾ ਸੌਫਟਵੇਅਰਾਂ ਦੇ ਉੱਤੇ ਖਰਚ ਹੁੰਦਾ ਹੈ ਉਹ ਰਲ ਮਿਲ ਕੇ ਆਪਾਂ ਜਿਹੜਾ ਹੈ ਉਹਨੂੰ ਕਰਕੇ ਆਪਾਂ ਫੌਂਟ ਬਣਾ ਸਕਦੇ ਹਾਂ, ਕਿਉਂਕਿ ਲੋੜ ਯੂਨੀਕੋਡ ਵਾਲੇ ਫੌਂਟਾਂ ਦੀ ਵੱਡੀ ਤਾਦਾਦ ਦੇ ਵਿੱਚ ਪਹਿਲਾਂ ਫੌਂਟ ਬਣ ਚੁੱਕੇ ਨੇ। ਫੁਹਾਰ ਵਾਲਾ ਫੌਂਟ ਬੜਾ ਸੋਹਣਾ ਫੌਂਟ ਹੈ, ਤਾਂ ਜਿਹੜੇ ਵਿਦਿਆਰਥੀ ਨੇ ਬਣਾਇਆ ਉਹ ਮੇਰਾ ਵਿਦਿਆਰਥੀ ਹੈ।
ਇਸੇ ਜੀ। ਤਰ੍ਹਾਂ ਜਿਹੜਾ ਅਧਿਆਪਕ ਤੇ ਦੁਕਾਨਦਾਰ ਫਾਊਂਟ ਨੇ ਉਹਨਾਂ ਦੇ ਵਿੱਚ ਕੁਝ ਕਮੀਆਂ ਨੇ, ਤੁਹਾਨੂੰ ਵੀ ਪਤਾ ਹੋਣੇ। ਜੀ ਸੋ ਅਸੀਂ ਉਹ ਬਣਾ ਸਕਦੇ ਹਾਂ, ਤੁਸੀਂ ਤੇ ਰਾਬਤਾ ਮੈਂ ਕਰ ਸਰ ਲੈਣਾ। ਤੁਹਾਨੂੰ ਕੰਬੋਜ ਸਾਹਿਬ ਇਹ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਨਾ ਕੈਲੀਗ੍ਰਾਫੀ ਤੇ ਬਹੁਤ ਕੰਮ ਹੋ ਰਿਹਾ ਹੈ। ਪੰਜਾਬੀ ਦੇ ਵਿੱਚ ਇੱਕ ਪੂਰਾ ਅਧਿਆਪਕਾਂ ਦਾ ਗਰੁੱਪ ਹੈ ਜਿਹੜਾ ਬਹੁਤ ਗਰੁੱਪ ਕਮਾਲ ਦੀ ਆ ਕੈਲੀਗ੍ਰਾਫੀ ਸੋਹੀ ਕਰ ਰਿਹਾ। ਸਾਹਿਬ ਲੱਗੇ ਹੋਏ ਨੇ, ਬਿਲਕੁਲ ਜੀ ਜੀ। ਉਹ ਫੌਂਟ ਬਣਾਉਣ ਦੇ ਵਿੱਚ ਸਾਡੇ ਕੰਮ ਆ ਸਕਦੇ ਨੇ, ਉਹ ਜਿਹੜੇ ਕੈਲੀਗ੍ਰਾਫੀ ਦੇ ਨਮੂਨੇ ਨੇ ਬਹੁਤ ਸਾਰੇ। ਬਹੁਤ ਚੰਗੀ ਗੱਲ ਹੈ। ਮੈਂ 2 ਕੈਲੀਗ੍ਰਾਫਰ ਪੰਜਾਬ ਤੋਂ ਲਏ ਵੀ ਨੇ, ਜਿਹੜਾ ਮੈਂ ਪ੍ਰੋਜੈਕਟ ਹੁਣੇ 5 ਫਾਊਂਟਾਂ ਦਾ ਕੀਤਾ ਹੈ। ਤੋ ਹੋਰ ਵੀ ਲੋਕਾਂ ਦੀ ਸੇਵਾਵਾਂ ਲਈਆਂ ਜਾ ਸਕਦੀਆਂ ਨੇ। ਇਹਦੇ ਲਈ ਵਿੱਤੀ ਮਦਦ ਕੈਨੇਡਾ ਦੀ ਇੱਕ ਸੰਸਥਾ ਨੇ ਕੀਤੀ ਸੀਗੀ, ਤਾਂ ਉਹਦੀ ਬਦੌਲਤ ਇਹ ਫਾਊਂਟ ਜਿਹੜੇ ਬਣ ਕੇ ਤਿਆਰ ਹੋ ਰਹੇ ਨੇ। ਸੋ ਫਾਊਂਟਾਂ ਤੇ ਯੂਨੀਕੋਡ ਵਾਲਾ ਜਦੋਂ ਫਾਊਂਟ ਬਣਾਉਂਦੇ ਆ ਤਾਂ ਉੱਥੇ ਥੋੜਾ ਜਿਹਾ ਮਸਲਾ ਜਿਹੜਾ ਵਿੱਥ ਦਾ ਬਣ ਜਾਂਦਾ ਹੈ। ਮੈਨੂੰ ਲੱਗਦਾ ਉਹ ਵੀ ਐਡਾ ਵੱਡਾ ਮਸਲਾ ਨਹੀਂ ਹੈ, ਕੁਝ ਸੱਜਣ ਜੁੜ ਕੇ ਅਸੀਂ ਰਲ ਮਿਲ ਕੇ ਉਹ ਕਰ ਸਕਦੇ ਹਾਂ। ਸੋ ਵੱਖਰੇ ਤੌਰ ਤੇ ਜਿਹੜਾ ਹੈ ਮੇਰੇ ਨਾਲ ਸੰਪਰਕ ਕਰ ਲਿਆ ਜਾਵੇ, ਆਪਾਂ ਜ਼ਰੂਰ ਉਹਦਾ ਦਾ ਫਾਊਂਟ ਵੀ ਬਣਾਉਣ ਦੇ ਵਿੱਚ ਕੋਸ਼ਿਸ਼ ਕਰਾਂਗੇ। ਹੋਰ ਕਿਸੇ ਦੋਸਤ ਦਾ ਕੋਈ ਇੱਕ ਅੱਧਾ ਸਵਾਲ ਆਪਾਂ ਲੈ ਲਈਏ, ਕਿਉਂਕਿ Sir, ਟਾਈਮ ਬਹੁਤ ਹੋ ਗਿਆ ਜੀ। ਸਰ ਇੱਕ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਵੀ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਜਦੋਂ ਕੋਈ ਵਿਦਵਾਨ ਜਾਂ ਕੋਈ ਨਵਾਂ ਸ਼ਬਦ ਬਣਦਾ ਹੈ ਤਾਂ ਕੋਈ ਇਸ ਤਰ੍ਹਾਂ ਦਾ ਸੌਫਟਵੇਅਰ ਹੋਵੇ ਵੀ ਆਪਾਂ ਉਹ ਚ ਪਾ ਦਈਏ ਵੀ ਆਹ ਸ਼ਬਦ ਨਵਾਂ ਬਣਿਆ। ਜਿਵੇਂ ਇੱਕ ਸ਼ਬਦ ਹੈ ਮੱਛੀ ਮੋਟਰ, ਨਵਾਂ ਬਣਿਆ ਮੱਛੀ ਮੋਟਰ, ਜੋ ਕੋਈ ਸੌਫਟਵੇਅਰ ਹੀ ਹੋਵੇ ਜੇ ਕੋਈ ਨਵਾਂ ਸ਼ਬਦ ਬਣਦਾ ਜਾਂ ਕਿਸੇ ਵਿਦਵਾਨ ਨੇ, ਭਾਸ਼ਾ ਵਿਗਿਆਨੀ ਨੇ ਕੋਈ ਬਣਾਇਆ, ਉੱਥੇ ਉਹ ਆ ਜਾਣ, ਪਤਾ ਵੀ ਲੱਗ ਜਾਵੇ ਤਾਂ ਇਹ ਨਵਾਂ ਸ਼ਬਦ ਬਣਿਆ। ਦੂਸਰਾ ਇਹ ਵੀ ਟੱਚ ਯੁੱਗ ਤੋਂ ਅੱਗੇ ਕਿੱਥੇ ਤੱਕ ਖੋਜ ਪਹੁੰਚ ਗਈ ਜੀ। ਤੇ ਤੀਸਰਾ ਜਿਹੜੇ ਬੱਚੇ ਫੋਨ ਵਰਤਦੇ ਨੇ ਉਹ ਸਕਾਰਾਤਮਕ ਤਰੀਕੇ ਨਾਲ ਫੋਨ ਨੂੰ ਕਿਵੇਂ ਯੂਜ਼ ਕਰਨ ਤਾਂ ਕਿ ਜਿਹੜੀ ਸਾਡੀ ਪੰਜਾਬੀ ਭਾਸ਼ਾ ਦੀ ਸਕ੍ਰਿਪਟ ਹੈ ਉਹ ਨਾ ਮਰੇ। ਵੀ ਉਹ ਟਾਈਪ ਕਰਦੇ ਨੇ, ਉਹ ਅੰਗਰੇਜ਼ੀ 'ਚ ਟਾਈਪ ਕਰ ਦਿੰਦੇ ਨੇ, ਜਾਂ ਮੈਸੇਜ ਵਗੈਰਾ ਟਾਈਪ ਕਰਦੇ ਨੇ, ਉਹ ਪੰਜਾਬੀ 'ਚ ਕਰਨ। ਕੋਈ ਸੌਖਾ ਹੱਲ, ਕੋਈ ਤਰੀਕਾ ਹੋਵੇ ਜੀ। ਜੀ ਜੀ ਗੁਲਾਬ ਜੀ, ਤੁਸੀਂ ਜਿਹੜੇ 3 ਸਵਾਲ ਕੀਤੇ ਨੇ, ਮੈਂ ਸਮਝਦਾ ਕਿ 2 ਸਵਾਲ ਤਾਂ ਬਹੁਤ ਅਹਿਮ ਨੇ। ਪਹਿਲੀ ਤੁਸੀਂ ਗੱਲ ਕੀਤੀ ਕਿ ਕਿੱਥੇ ਪਾਈਏ ਕੋਈ ਨਵਾਂ ਸ਼ਬਦ ਘੜਿਆ ਜਾਵੇ। ਪਹਿਲੀ ਗੱਲ ਤੇ ਇਹ ਹੈ ਕਿ ਸਾਡੇ ਕੋਲ ਕੋਈ ਸੰਸਥਾ ਹੀ ਨਹੀਂ ਹੈ, ਜਾਂ ਜਿਹੜੀ ਚੀਜ਼ ਬਣੀ ਹੈ ਉਹਨੂੰ ਅਸੀਂ ਮੰਨਣ ਨੂੰ ਤਿਆਰ ਹੀ ਨਹੀਂ। ਜਿਵੇਂ ਸ਼ਬਦ ਜੋੜ ਕੋਸ਼ ਬਣ ਗਿਆ ਪਰ ਉਹਨੂੰ ਕਿੰਨੇ ਕੁ ਲੋਕ ਮੰਨਦੇ ਨੇ। ਸੋ ਇਹ ਮਸਲਾ ਤਾਂ ਜਿਹੜਾ ਵਿਚਾਰਨ ਵਾਲਾ ਹੈ, ਪਰ ਇਹ ਭਾਸ਼ਾ ਵਿਗਿਆਨੀਆਂ ਦੇ ਵਿਚਾਰਨ ਵਾਲਾ ਹੈ। ਸੋ ਜ਼ਰੂਰ ਸਾਨੂੰ ਯਤਨ ਅਲੱਗ-ਅਲੱਗ ਅਸੀਂ ਕਰ ਰਹੇ ਹਾਂ, ਯਤਨਾਂ ਦਾ ਕੇਂਦਰੀਕਰਨ ਹੋਣਾ ਚਾਹੀਦਾ ਹੈ ਤੇ ਯਤਨਾਂ ਦਾ ਮਿਆਰੀਕਰਨ ਵੀ ਹੋਣਾ ਚਾਹੀਦਾ ਹੈ। ਸੋ ਇਹਦੇ ਲਈ ਤਾਂ ਮੈਂ ਸੰਖੇਪ ਜਿਹਾ ਜਵਾਬ ਦੇਵਾਂਗਾ। ਦੂਜੀ ਜਿਹੜੀ ਗੱਲ ਹੈ ਕਿ ਸ਼ਾਇਦ ਟਾਈਪਿੰਗ ਦੇ ਲਈ ਰੋਮਨ ਅੱਖਰਾਂ ਦੀ ਗੱਲ ਕੀਤੀ ਉਹਨਾਂ ਨੇ, ਕਿ ਇੱਦਾਂ ਦਾ ਜਿਹੜਾ ਸਿਲਸਿਲਾ ਚੱਲ ਰਿਹਾ ਉਹ ਆਪਾਂ ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਅਲੱਗ ਤਰ੍ਹਾਂ ਦਾ ਹੀ ਇੱਕ ਕਵੀ ਦਰਬਾਰ ਲੱਗਿਆ ਹੋਇਆ ਲੋਕਾਂ ਦਾ। ਅਲੱਗ ਤਰ੍ਹਾਂ ਦੇ ਕਵੀ ਜਿਹੜੇ ਨੇ, ਅਲੱਗ ਤਰ੍ਹਾਂ ਦੀ ਉਹਨਾਂ ਦੀ ਭਾਸ਼ਾ ਹੈ, ਭਾਸ਼ਾ ਵਿੱਚ ਕੋਈ ਸੰਜਮ ਨਹੀਂ, ਭਾਸ਼ਾ ਦੇ ਵਿੱਚ ਗਲਤੀਆਂ ਨੇ, ਇੱਕ ਦੂਜੇ ਨੂੰ ਜਿਹੜਾ ਹੈ ਉਹ ਲਾਈਕ ਸ਼ੇਅਰ ਕਰੀ ਜਾਂਦੇ ਨੇ। ਸੋ ਉਹ ਇੱਕ ਨਵੇਂ ਤਰ੍ਹਾਂ ਦਾ ਜਿਹੜਾ ਨੌਜਵਾਨ ਵਰਗ ਜਿਹੜਾ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਹੈ। ਪਰ ਸਾਨੂੰ ਸੰਜੀਦਾ ਹੋਣਾ ਚਾਹੀਦਾ ਹੈ ਕਿ ਉਹਨਾਂ ਲੋਕਾਂ ਨੂੰ ਸਾਨੂੰ ਜਿਹੜਾ ਹੈ ਪਹੁੰਚ ਕਰਕੇ ਸਮਝਾਉਣਾ ਚਾਹੀਦਾ ਹੈ ਕਿ ਜੋ ਚੀਜ਼ ਸੋਸ਼ਲ ਮੀਡੀਆ ਤੇ ਨੈਟ ਤੇ ਜਾ ਰਹੀ ਹੈ ਉਹ ਚੀਜ਼ਾਂ ਨੂੰ ਜਿਹੜਾ ਹੈ ਸਾਡੇ ਸੌਫਟਵੇਅਰਾਂ ਨੇ ਪੜ੍ਹਨਾ ਤੇ ਟ੍ਰੇਨਿੰਗ ਵੀ ਉਹ ਗਲਤ ਤਰੀਕੇ ਨਾਲ ਲੈਣਗੇ। ਸੋ ਸੰਜੀਦਾ ਸਾਨੂੰ ਇੰਟਰਨੈਟ ਦੇ ਉੱਤੇ ਹੋਣਾ ਪਏਗਾ। ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਇੰਟਰਨੈਟ ਦੇ ਉੱਤੇ ਸ਼ਬਦ ਜੋੜਾਂ ਦੀ ਕੀਤੀ ਜਾ ਰਹੀਆਂ ਨੇ, ਔਰ ਸੰਖੇਪ ਦੀ ਭਾਸ਼ਾ ਜਿਹੜੀ ਹੈ ਉਸ ਵਰਤੀ ਜਾ ਰਹੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਸਾਨੂੰ ਜਿਹੜਾ ਹੈ ਮਾਯੂਸ ਕਰਦੀਆਂ ਨੇ, ਕਿਉਂਕਿ ਜੇ ਅਸੀਂ ਵਿਕਾਸ ਕਰਨਾ ਹੈ ਤੇ ਵਿਕਾਸ ਦਾ ਸਾਨੂੰ ਇੱਕੋ ਹੀ ਰਸਤਾ ਇੰਟਰਨੈਟ ਨਜ਼ਰ ਆ ਰਿਹਾ ਹੈ ਤੇ ਉਹਦੇ ਉੱਤੇ ਮਿਆਰੀ ਸਮੱਗਰੀ ਅਸੀਂ ਪਾਈਏ ਤਾਂ ਹੀ ਇਹ ਮਸਲੇ ਹੱਲ ਹੋ ਸਕਦੇ ਨੇ। ਜੀ ਕੰਬੋਜ ਸਾਹਿਬ ਕੋਈ ਡਾਕਟਰ ਸਾਹਿਬ, ਮੇਰਾ ਇੱਕ ਸਵਾਲ ਆ ਕਿ ਜਿਵੇਂ ਤੁਸੀਂ ਕਿਹਾ ਹੈਗਾ ਕਿ ਇਹਨੂੰ ਕੋਈ ਸੈਂਟਰਲਾਈਜ਼ਡ ਕੀਤਾ ਹੈਗਾ ਆਪਾਂ, ਜੋ ਖੋਜ ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤੀ ਜਾ ਰਹੀ ਆ, ਤੇ ਹੋਰ ਕੋਈ ਇਸ ਤਰ੍ਹਾਂ ਦਾ ਕੋਈ ਉਸ ਨੂੰ ਇੱਕ ਮੰਚ ਤੇ ਹੋਵੇ ਤਾਂ ਕਿ ਉਸ ਦੀ ਉੱਤਮਤਾ ਦੇ ਵਿੱਚ ਹੋਰ ਵਾਧਾ ਹੋ ਸਕੇ। ਇਸ ਤਰ੍ਹਾਂ ਦੀ ਕੋਈ ਹੈ ਕਿ ਅਸੀਂ ਉਸ ਨੂੰ ਇੱਕ ਕਹਿ ਲਓ ਕਿ ਇੱਕ ਥਾਂ ਦੇ ਉੱਤੇ ਉਹਨੂੰ ਇਕੱਠਾ ਕਰ ਸਕੇ, ਜਾਂ ਸਾਨੂੰ ਪਤਾ ਹੋਵੇ ਵੀ ਇੱਥੇ ਆਹ ਕੰਮ ਹੋ ਰਿਹਾ, ਇੱਥੇ ਆਹ ਕੰਮ ਹੋ ਰਿਹਾ, ਤਾਂ ਕਿ ਜਿਹੜੀ ਅਗਲੇਰੀ ਖੋਜ ਆ ਉਹ ਹੋਰ ਚੰਗੀ ਤਰ੍ਹਾਂ ਹੋ ਸਕਦੀ ਹੋਵੇ। ਏਦਾਂ ਦਾ ਕੁਝ ਹੈ? ਮੇਰੇ ਧਿਆਨ ਦੇ ਵਿੱਚ ਤਾਂ ਨਹੀਂ ਹੈ ਕਿ ਪੰਜਾਬੀ ਦੇ ਜਿਹੜੇ ਸਰੋਤ ਨੇ ਉਹ ਕਿੱਥੇ ਬਣ ਰਹੇ ਨੇ। ਜਿਹੜੇ ਪੰਜਾਬੀ ਭਾਸ਼ਾ ਦੇ ਸੌਫਟਵੇਅਰ ਨੇ ਉਹਨਾਂ ਦੇ ਉੱਤੇ ਤਾਂ ਕੰਮ ਕੀਤਾ ਹੈ, ਔਰ ਜਿਹੜੀ ਵੈਬਸਾਈਟ ਮੇਰੀ ਹੈ ਜਾਂ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ ਉਹਦੇ ਉੱਤੇ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ। ਔਰ ਵਿਕੀਪੀਡੀਆ ਦੇ ਉੱਤੇ ਵੀ ਇੱਕ ਪੇਜ ਬਣਾਇਆ ਹੋਇਆ ਹੈ ਕਿ ਕਿੰਨੇ ਸੌਫਟਵੇਅਰ ਬਣ ਗਏ ਨੇ, ਸਾਰਿਆਂ ਦੇ ਲਿੰਕ ਦਿੱਤੇ ਹੋਏ ਨੇ। ਪਰ ਇਹ ਜਿਹੜੇ ਯਤਨ ਪੰਜਾਬੀ ਭਾਸ਼ਾ ਦੇ ਸ਼ਬਦ ਘੜਨ ਦੇ ਲਈ ਜਾਂ
ਜਿਹੜੇ ਗ੍ਰਾਮਰ ਦੇ ਰੂਲ ਬਣਾਉਣ ਦੇ ਲਈ ਜਾਂ ਹੋਰ ਨਵੀਆਂ ਜਿਹੜੀਆਂ ਵਿਧੀਆਂ ਆ ਰਹੀਆਂ ਨੇ ਪੱਛਮ ਤੋਂ, ਉਹਨਾਂ ਦੇ ਲਈ ਮੈਨੂੰ ਲੱਗਦਾ ਹੈ ਕਿ ਮਿਲ ਬੈਠ ਕੇ ਵਿਚਾਰਾਂ ਕਰਨ ਦੀ ਲੋੜ ਹੈ। ਉਹਦੇ 'ਚ ਅਸੀਂ ਅਜੇ ਤੱਕ ਜਿਹੜੇ ਹੈ ਬਹੁਤ ਪਿੱਛੇ ਆ। ਇੱਕ ਮੈਂ ਤੁਹਾਨੂੰ ਮਿਸਾਲ ਦੇਵਾਂਗਾ ਕਿ ਚੀਨ ਨੇ 1950 ਦੇ ਵਿੱਚ ਆਪਣੀ ਭਾਸ਼ਾ ਦਾ ਮਿਆਰੀਕਰਨ ਕਰ ਦਿੱਤਾ ਸੀ, ਔਰ ਉਦੋਂ ਹੀ ਉਹਨਾਂ ਨੇ ਭਵਿੱਖਬਾਣੀ ਕਰ ਲਈ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਸ਼ੀਨਾਂ ਆਉਣਗੀਆਂ, ਕੰਪਿਊਟਰ ਵਰਗੀਆਂ ਕੋਈ ਚੀਜ਼ਾਂ ਆਉਣਗੀਆਂ, ਤੇ ਇਹ ਜਿਹੜੇ 4,500 ਜਿਹੜੇ ਅੱਖਰ ਨੇ, ਚਾਈਨੀਜ਼ ਭਾਸ਼ਾ ਸਾਨੂੰ ਪਤਾ ਹੈ ਕਿ ਸੰਕੇਤਕ ਹੈ, ਔਰ ਉਹਦੇ ਤੇ 4,500 ਜਿਹੜੇ ਉਹਨਾਂ ਦਾ ਇੱਕ ਕਰੈਕਟਰ ਸੈੱਟ ਹੈ, ਉਹਦੀ ਉਹਨਾਂ ਨੇ ਮਿਆਰੀਕਰਨ ਕਰਕੇ 2,500 ਕਰੈਕਟਰ ਸੈੱਟ ਰੱਖ ਲਿਆ ਸੀ, ਬਾਕੀ ਖਤਮ ਕਰਤਾ ਸੀ। ਅਸੀਂ ਕੰਪਿਊਟਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਆਪਣੀ ਭਾਸ਼ਾ ਦੇ ਸ਼ਬਦਾਂ ਦਾ ਕੋਈ ਮਿਆਰੀਕਰਨ ਨਹੀਂ ਕੀਤਾ। ਆਪਣੀ ਮਰਜ਼ੀ ਨਾਲ ਹਰ ਬੰਦਾ ਜਿਹੜਾ ਹੈ ਉਹ ਵਰਤੀ ਜਾ ਰਿਹਾ ਹੈ। ਕੋਈ ਕਿੱਥੇ ਅਦਕ ਲਗਾ ਲੈਂਦਾ ਹੈ, ਕੋਈ ਨਹੀਂ ਲਗਾਉਂਦਾ, ਕੋਈ ਪੈਰ ਬਿੰਦੀ ਲਗਾ ਰਿਹਾ, ਕੋਈ ਨਹੀਂ ਲਗਾ ਰਿਹਾ, ਕੋਈ ਟਿੱਪੀ ਤੇ ਬਿੰਦੀ ਦੇ ਵਿੱਚ ਕੋਈ ਫਰਕ ਨਹੀਂ ਸਮਝ ਰਿਹਾ। ਸੋ ਇਹ ਸਾਰੀਆਂ ਤਰ੍ਹਾਂ ਦੀਆਂ ਵੰਨਗੀਆਂ ਜਿਹੜੀਆਂ ਨੇ ਉਹ ਕਿਤਾਬਾਂ ਦੇ ਵਿੱਚ ਜਦੋਂ ਤੱਕ ਕੈਦ ਸੀਗੀਆਂ ਤੇ ਸਾਨੂੰ ਕੁਝ ਨਹੀਂ ਕਹਿੰਦੀਆਂ ਸੀ, ਪਰ ਹੁਣ ਜਦੋਂ ਇੰਟਰਨੈਟ ਦੇ ਉੱਤੇ ਚੜ ਰਹੀਆਂ ਨੇ ਤਾਂ ਹੁਣ ਇਹ ਸਾਡੇ ਲਈ ਬਹੁਤ ਵੱਡਾ ਸਿਰਦਰਦੀ ਦਾ ਕਾਰਨ ਬਣ ਸਕਦੀਆਂ ਨੇ, ਕਿਉਂਕਿ ਕੰਪਿਊਟਰ ਨੇ ਆਉਣ ਵਾਲੇ ਸਮੇਂ ਜਿਹੜਾ ਵਿਕਸਿਤ ਹੋਣਾ ਆਟੋਮੈਟਿਕ ਮਸ਼ੀਨਾਂ ਰਾਹੀਂ ਹੋਣਾ ਹੈ, ਔਰ ਚੈਟ ਜੀਟੀਪੀ ਵਰਗੀਆਂ, GPT ਵਰਗੀਆਂ ਜਿਹੜੀਆਂ ਐਪਸ ਨੇ, ਸੌਫਟਵੇਅਰ ਨੇ, ਉਹਨਾਂ ਨੇ ਡਾਟਾ ਆਟੋਮੈਟਿਕਲੀ ਤੁਹਾਡੀਆਂ ਵੈਬਸਾਈਟਾਂ ਤੋਂ ਲਈ ਜਾਣਾ ਹੈ ਔਰ ਟ੍ਰੇਨਿੰਗ ਲਈ ਜਾਣੀ ਹੈ। ਸੋ ਇਸ ਕਰਕੇ ਸਾਨੂੰ ਇਸ ਮਸਲੇ ਵੱਲ ਜ਼ਰੂਰ ਤੇ ਕਿਉਂਕਿ ਤੁਸੀਂ ਵੀ ਪੰਜਾਬੀ ਯੂਨੀਵਰਸਿਟੀ 'ਚ ਕੰਮ ਕਰ ਰਹੇ ਹੋ ਤੇ ਅਸੀਂ ਵੀ ਪੰਜਾਬ ਸਾਹਿਤ ਅਕਾਦਮੀ ਵਜੋਂ ਸਾਡੀਆਂ ਵੀ ਕੁਝ ਜ਼ਿੰਮੇਵਾਰੀਆਂ ਨੇ, ਤੇ ਕਿਉਂ ਨਾ ਕੁਝ ਇਹੋ ਜਿਹੀ ਆਪਾਂ ਕਰੀਏ, ਜੁਗਤ ਬਣਾਈਏ ਜਾਂ ਹੋਰ ਵੀ ਕੋਈ ਸੰਸਥਾਵਾਂ ਨੇ ਉਹਨਾਂ ਨੂੰ ਜੋੜੀਏ। ਮੈਨੂੰ ਲੱਗਦਾ ਕਿ ਲੋੜ ਹੈ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ। ਜਿਵੇਂ ਜੇ ਤੁਹਾਨੂੰ ਸੁਵਿਧਾ ਹੋਵੇ ਤਾਂ ਤੁਸੀਂ ਦੱਸੋ, ਅਸੀਂ ਕੁਝ ਹੋਰ ਵੀ ਕਰ ਸਕਦੇ, ਕੋਈ ਹੋਰ ਵੀ ਲੋਕ ਆ ਜਿਹੜੀ ਇਹ ਸੇਵਾ ਕਰ ਸਕਦੇ ਆ ਜਾਂ ਸਾਨੂੰ ਮਾਇਕ ਸਹਾਇਤਾ ਵੀ ਦੇ ਸਕਦੇ ਆ, ਤਾਂ ਮੈਨੂੰ ਲੱਗਦਾ ਕਿ ਇਹ ਫਿਰ ਮਤਲਬ ਅਸਲ ਅਰਥਾਂ ਦੇ ਵਿੱਚ ਆਪਾਂ ਆਪਣੀ ਮਾਂ ਬੋਲੀ ਦੀ ਸੇਵਾ ਕਰ ਰਹੇ ਹੋਵਾਂਗੇ। ਜੀ, ਇਹ ਬਿਲਕੁਲ ਬਹੁਤ ਖੁਸ਼ੀ ਦੀ ਗੱਲ ਹੈ। ਅਸੀਂ ਕੁਝ ਸੰਸਥਾਵਾਂ ਰਲ ਮਿਲ ਕੇ ਕਾਰਜ ਕਰ ਸਕਦੇ ਹਾਂ। ਪਹਿਲਾ ਕੰਮ ਤਾਂ ਫੌਂਟਾਂ ਦੀ ਗਿਣਤੀ, ਖੂਬਸੂਰਤ ਫੌਂਟਾਂ ਦੀ ਗਿਣਤੀ ਸਾਨੂੰ ਵਧਾਉਣੀ ਪਏਗੀ। ਉਹਦੇ ਲਈ ਅਸੀਂ ਕੁਝ ਸੰਸਥਾਵਾਂ ਤੋਂ ਮਦਦ ਕਰਕੇ ਨਿੱਜੀ ਰੂਪ ਦੇ ਵਿੱਚ ਮੈਂ ਦਿਲਚਸਪੀ ਲੈ ਕੇ ਵੀ ਕਰ ਸਕਦਾ, ਔਰ ਸੰਸਥਾਗਤ ਰੂਪ ਦੇ ਵਿੱਚ ਵੀ ਯੂਨੀਵਰਸਿਟੀ ਦੇ ਨਾਲ ਰਲ ਕੇ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ। ਤੇ ਹੋਰ ਬਹੁਤ ਸਾਰੇ ਕੰਮ ਨੇ ਜਿਹੜੇ ਛੋਟੇ ਕੰਮ ਨੇ, ਜਿਨ੍ਹਾਂ ਤੇ ਕੋਈ ਜ਼ਿਆਦਾ ਜਿਹੜਾ ਹੈ ਉਹ ਮਾਇਕ ਸਹਾਇਤਾ ਵੀ ਨਹੀਂ ਲੱਗਦੀ, ਉਹ ਰੁਕੇ ਪਏ ਨੇ ਇਹਨਾਂ ਕਾਰਨਾਂ ਕਰਕੇ। ਉਹ ਆਪਾਂ ਕਿਸੇ ਟਾਈਮ ਜਿਹੜਾ ਹੈ ਬੈਠ ਕੇ ਉਹਨਾਂ ਬਾਰੇ ਰਾਏ ਬਣਾ ਕੇ ਤੇ ਕੁਝ ਸੰਸਥਾਵਾਂ ਨੂੰ ਹੋਰ ਜੋੜ ਕੇ ਜੇ ਆਪਾਂ ਕਰ ਸਕੀਏ ਤਾਂ ਮੈਨੂੰ ਲੱਗਦਾ ਹੈ ਕਿ ਇਸ ਤੋਂ ਵੱਡਾ ਕੰਮ ਨਹੀਂ ਹੋਏਗਾ ਕੋਈ ਵੀ। ਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਔਰ ਵੱਡੀ ਗੱਲ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਵਿਚਾਰਿਆ, ਧਿਆਨ ਦਵਾਇਆ ਇਸ ਵੱਲ। ਜੀ ਦੋਸਤੋ, 1 ਘੰਟੇ ਦਾ ਪ੍ਰੋਗਰਾਮ ਸੀ ਪਰ ਪੌਣੇ 2 ਘੰਟੇ ਨੂੰ ਟੱਚ ਕਰ ਰਹੇ ਹਾਂ ਅਸੀਂ, ਕਿਉਂਕਿ ਪ੍ਰੋਗਰਾਮ ਇੰਨਾ ਰੌਚਕ ਸੀ ਕਿ ਬਹੁਤ ਕਮਾਲ ਦੀ ਜਾਣਕਾਰੀ ਕੰਬੋਜ ਸਾਹਿਬ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਕੰਬੋਜ ਸਾਹਿਬ, ਮੈਂ ਚਾਹੂੰਗਾ ਕਿ ਤੁਸੀਂ ਆਖਰੀ ਟਿੱਪਣੀ, ਕੋਈ ਖਾਸ ਗੱਲ, ਕੋਈ ਬਹੁਤ ਮਹੱਤਵਪੂਰਨ ਗੱਲ ਜਿਹੜੀ ਕਹਿਣੀ ਚਾਹੁੰਦੇ ਹੋ ਉਹ ਜ਼ਰੂਰ ਕਹੋ। ਉਸ ਤੋਂ ਬਾਅਦ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਕਿਸੇ ਅਗਲੇ ਪ੍ਰੋਗਰਾਮ ਤੱਕ ਸਮਾਪਤ ਕਰਾਂਗੇ। ਸਿਰਫ ਮੈਂ ਥੋੜੀ ਜਿਹੀ ਜਾਣਕਾਰੀ ਜੇ ਲੈਣੀ ਹੋਵੇ ਜਦੋਂ ਮੈਂ ਆਵਾਂ ਤਾਂ ਥੋੜਾ ਜਿਹਾ ਗਾਈਡ ਕਰ ਸਕਦੇ ਨੇ ਡਾਕਟਰ ਸੋਹਲ ਜੀ? ਹਾਂਜੀ ਰਮਿੰਦਰ ਜੀ, ਬਿਲਕੁਲ ਆਪਾਂ ਗੱਲ ਕਰ ਲਾਂਗੇ ਕੰਬੋਜ ਸਾਹਿਬ ਨਾਲ। ਉਦੋਂ ਤੁਸੀਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜੋ ਵੀ ਜਾਣਕਾਰੀ ਤੁਸੀਂ ਲੈ ਸਕਦੇ ਹੋ। ਥੋੜਾ ਜਿਹਾ, ਕਿਉਂਕਿ ਫੋਨ ਤੇ ਆਈਫੋਨ 13 ਨੇ, ਪਰ ਉਹ ਕਈ ਵਾਰੀ ਕਈ ਚੀਜ਼ਾਂ ਦਾ ਨਹੀਂ ਪਤਾ ਹੈਗਾ। ਇੱਕ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ, ਫੋਨ ਹੈਲਪਲਾਈਨ ਨੰਬਰ ਹੈ ਯੂਨੀਵਰਸਿਟੀ ਦਾ, ਔਰ ਉਹ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦਾ ਫੋਨ ਲਾਈਨ ਨੰਬਰ ਹੈ। ਉਹ ਨੰਬਰ ਜਿਹੜਾ ਹੈ ਮੈਂ ਚੈਟ ਬਾਕਸ ਦੇ ਵਿੱਚ ਵੀ ਪਾ ਦਿੰਦਾ ਤੇ ਬੋਲ ਵੀ ਦਿੰਦਾ, 0175 513 65 66। ਇਹ ਨੰਬਰ ਹੈ ਜੀ, ਤੁਹਾਨੂੰ ਚੈਟ ਬਾਕਸ ਦੇ ਵਿੱਚ ਵੀ ਮਿਲ ਗਿਆ। ਇਸ ਨੰਬਰ ਦੇ ਉੱਤੇ ਫੋਨ ਕਰਕੇ ਜਦੋਂ ਵਰਕਿੰਗ ਸਮਾਂ ਹੁੰਦਾ 9 ਤੋਂ 5, ਪੰਜਾਬੀ ਦੇ ਹਵਾਲੇ ਨਾਲ ਕੰਪਿਊਟਰ ਦੇ ਉੱਤੇ, ਸਮਾਰਟਫੋਨ ਦੇ ਉੱਤੇ ਜੇ ਤੁਹਾਨੂੰ ਕੋਈ ਸਮੱਸਿਆ ਆ ਰਹੀ ਹੈ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਮੈਨੂੰ ਡਾਇਰੈਕਟ ਸਿੱਧਾ ਵੀ ਫੋਨ ਕਰ ਸਕਦੇ ਹੋ। ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦਾ ਆਪਣਾ ਫੇਸਬੁੱਕ ਪੰਨਾ ਵੀ ਹੈ, ਉੱਥੇ ਵੀ ਤੁਸੀਂ ਟਿੱਪਣੀ ਕਰ ਸਕਦੇ ਹੋ। ਸਾਡਾ ਆਪਣਾ ਬਲੌਗ ਵੀ ਹੈ, ਉੱਥੇ ਵੀ ਤੁਸੀਂ ਆਪਣਾ ਸਵਾਲ ਜਿਹੜਾ ਹੈ ਉਹ ਸਾਂਝਾ ਕਰ ਸਕਦੇ ਹੋ। ਅਖੀਰ ਦੇ ਵਿੱਚ ਸਿਰਫ 2 ਮਿੰਟ ਮੈਂ ਲੈਣੇ ਨੇ ਤੇ ਉਹਦੇ ਵਿੱਚ ਮੈਂ ਆਪਣੀ ਗੱਲਬਾਤ ਸਮਾਪਤ ਕਰਾਂਗਾ। ਕੁਝ ਜਿਹੜੀਆਂ ਚੀਜ਼ਾਂ ਬਹੁਤ ਜ਼ਰੂਰੀ ਐਪਸ ਨੇ, ਮੈਂ ਇਹ ਜਿਹੜੀ ਪਹਿਲੀ ਐਪ ਤੁਹਾਨੂੰ ਦਿਖਾ ਰਿਹਾ,
ਇਹ ਐਪ ਮੈਂ ਚਾਹੁੰਦਾ ਕਿ ਹਰੇਕ ਪੰਜਾਬੀ ਦੇ ਫੋਨ ਦੇ ਵਿੱਚ ਹੋਣੀ ਚਾਹੀਦੀ ਹੈ। ਇੰਗਲਿਸ਼ ਟੂ ਪੰਜਾਬੀ ਡਿਕਸ਼ਨਰੀ, ਇਹ ਮੈਂ ਗਰੁੱਪ ਵਿੱਚ ਵੀ ਸ਼ੇਅਰ ਕਰ ਦਾਂਗਾ। ਇਹ ਕੋਰਸ ਮੇਰੇ ਵੱਲੋਂ ਬਣਾਇਆ ਹੋਇਆ ਪੰਜਾਬੀ ਯੂਨੀਵਰਸਿਟੀ ਦੇ ਕੋਰਸ ਤੇ ਆਧਾਰਿਤ ਹੈ। ਤੁਸੀਂ ਇੱਥੇ ਕੋਈ ਵੀ ਸ਼ਬਦ ਅੰਗਰੇਜ਼ੀ ਦਾ ਪਾਓ, ਜਿਵੇਂ ਮੈਂ ਪ੍ਰਿੰਸ ਪਾਇਆ, ਪ੍ਰਾਈਜ਼ ਪਾਇਆ, ਤਾਂ ਬੋਲਣਾ ਕਿਵੇਂ ਸ਼ਬਦ, ਉਹਦਾ ਉਚਾਰਨ ਵੀ ਆ ਰਿਹਾ। ਸਪੀਕਰ ਦਾ ਆਈਕਨ ਹੈ, ਤੁਸੀਂ ਇੱਥੇ ਕਲਿੱਕ ਕਰੋਗੇ, ਬੋਲ ਕੇ ਵੀ ਦੱਸ ਦੂਗਾ ਕਿ ਇਸ ਸ਼ਬਦ ਨੂੰ ਬੋਲਣਾ ਕਿਵੇਂ ਹੈ। ਅਗਲੀ ਜਿਹੜੀ ਐਪ ਹੈ ਜੀ ਬੋਰਡ, ਜਿਹਦੀ ਗੱਲ ਕੀਤੀ ਹੈ, ਬਹੁਤ ਸਾਰੇ ਲੋਕ ਤੁਹਾਡੇ ਵਿੱਚੋਂ ਇਹ ਵਰਤਦੇ ਹੋਣੇ ਨੇ। ਜੀ ਬੋਰਡ ਜਿੰਨੀ ਦੇਰ ਤੱਕ ਬੋਲ ਕੇ ਟਾਈਪ ਕਰਨ ਵਾਲੀ ਸਾਡੇ ਕੋਲੇ ਸੁਵਿਧਾ ਵਾਪਸ ਨਹੀਂ ਹੁੰਦੀ, ਉਨੀ ਦੇਰ ਤੱਕ ਇਹ ਜੀ ਬੋਰਡ ਕੀਬੋਰਡ ਦੇ ਰਾਹੀਂ ਤੁਸੀਂ ਰੋਮਨਾਈਜ਼ ਟਾਈਪਿੰਗ ਕਰ ਸਕਦੇ ਹੋ। ਇੱਕ ਤਾਂ ਟਾਈਪ ਕਈ ਲੋਕ ਬਹੁਤ ਗਲਤ ਤਰੀਕੇ ਨਾਲ ਕਰਦੇ ਨੇ। ਟਾਈਪ ਕਰਨ ਦੇ ਲਈ ਮੈਂ ਦੱਸਦਾ ਤਰੀਕਾ, ਪਰ ਇਹ ਦੇਖੋ ਤੁਸੀਂ ਰੋਮਨ ਅੱਖਰਾਂ 'ਚ ਪਾ ਰਹੇ ਆ ਔਰ ਕਿੰਨੀ ਤੇਜ਼ੀ ਦੇ ਨਾਲ ਮੈਂ ਟਾਈਪ ਕਰ ਰਿਹਾ ਰੋਮਨ ਅੱਖਰਾਂ ਦੇ ਰਾਹੀਂ ਫਟਾਫਟ। ਸੋ ਟਾਈਪ ਕਰਨ ਦੇ ਲਈ ਤਰੀਕਾ ਹੈ ਕਿ ਦੋਨਾਂ ਹੱਥਾਂ ਦੀਆਂ 4 ਉਂਗਲਾਂ ਦੇ ਨਾਲ, ਹਥੇਲੀ ਦੇ ਨਾਲ ਫੋਨ ਨੂੰ ਪਕੜੋ ਔਰ ਦੋਨੇ ਅੰਗੂਠਿਆਂ ਦੇ ਰਾਹੀਂ ਟਾਈਪ ਕਰੋ ਤੇ ਟਾਈਪਿੰਗ ਦੀ ਰਫ਼ਤਾਰ ਬਣੇਗੀ। ਗੂਗਲ ਲੈਂਸ ਵੀ ਤੁਹਾਨੂੰ ਦਿਖਾ ਦਿੰਦਾ, ਇਹ ਐਪ ਹੈ ਗੂਗਲ ਲੈਂਸ। ਗੂਗਲ ਲੈਂਸ ਮੈਂ ਖੋਲਿਆ, ਆਪਣੀ ਫੋਟੋ ਵਾਲੀ ਐਪ ਖੋਲੀ, ਇੱਥੋਂ ਗੈਲਰੀ ਦੇ ਵਿੱਚੋਂ ਇੱਕ ਮੈਂ ਫੋਟੋ ਸਿਲੈਕਟ ਕਰ ਲੈਂਦਾ। ਇਹ ਮੇਰੇ ਕੋਲ ਇੱਕ ਫੋਟੋ ਹੈ, ਇਹ ਲਓ ਜੀ, ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਿਖਿਆ ਹੈ। ਇੱਥੇ ਮੈਂ ਥੱਲੇ ਗੂਗਲ ਲੈਂਸ ਦੇ ਉੱਤੇ ਕਲਿੱਕ ਕੀਤਾ, ਟੈਕਸਟ ਆ ਗਿਆ ਸਾਰਾ, ਕਾਪੀ ਕੀਤਾ ਤੇ ਮੈਂ ਇਹਨੂੰ ਚਲਾ ਜਾਂਦਾ। ਸਾਨੂੰ ਸ਼ੋ ਨਹੀਂ ਹੋ ਰਿਹਾ ਸਰ ਤੁਹਾਡਾ ਇਹ ਸਰ। ਅੱਛਾ ਜੀ, ਇਹ ਕੀ ਸੌਫਟਵੇਅਰ ਸ਼ੋ ਹੋ ਰਿਹਾ ਜੀ? ਜਿਹੜੀ ਐਕਟੀਵਿਟੀ ਹੈ ਉਹ ਨਹੀਂ ਸ਼ੋ ਹੋ ਰਹੀ। ਲਓ ਜੀ, ਮੈਂ ਦੁਬਾਰਾ ਕਰਦਾ, ਮੈਨੂੰ ਲੱਗਦਾ ਕਿ ਹਰ ਵਾਰੀ ਦੁਬਾਰਾ ਜਾਣਾ ਪੈਂਦਾ ਉੱਥੇ। ਸੋ ਦੂਜੀ ਐਪ ਜਿਹੜੀ ਹੈ ਗੂਗਲ ਲੈਂਸ ਮੈਂ ਦਿਖਾ ਰਿਹਾ ਸੀ, ਹੁਣ ਸ਼ੋ ਹੋ ਰਿਹਾ ਜੀ? ਹਾਂਜੀ ਹਾਂਜੀ। ਤਾਂ ਗੂਗਲ ਲੈਂਸ ਦੇ ਵਿੱਚ ਮੈਂ ਫੋਟੋ ਵਾਲੀ ਐਪ ਖੋਲੀ, ਹੁਣੇ ਫੋਟੋ ਮੈਂ ਖਿੱਚੀ ਸੀ ਜਿਹੜੀ, ਉਹ ਫੋਟੋ ਇੱਥੇ ਪਹਿਲੇ ਨੰਬਰ ਤੇ ਆ ਰਹੀ ਹੈ, ਉਹਨੂੰ ਮੈਂ ਸਿਲੈਕਟ ਕੀਤਾ ਔਰ ਇਸ ਫੋਟੋ ਦੇ ਉੱਤੇ ਜੋ ਕੁਝ ਲਿਖਿਆ ਹੈ ਉਹ ਟਾਈਪ ਕਰਕੇ ਸਾਨੂੰ ਦਿਖਾ ਦੂਗਾ। ਮੈਂ ਇਹਨੂੰ ਸਿਲੈਕਟ ਕੀਤਾ, ਕਾਪੀ ਕੀਤਾ ਤੇ ਮੈਂ ਹੁਣ ਖੋਲ ਲੈਣਾ ਜੀ, WhatsApp ਖੋਲ ਲੈਣਾ ਔਰ ਤੁਹਾਨੂੰ ਦਿਖਾ ਦਿੰਦਾ ਕਿ WhatsApp ਦੇ ਉੱਤੇ ਪੇਸਟ ਕਰਕੇ ਦਿਖਾ ਰਿਹਾ। ਇਹ ਦੇਖੋ ਇੱਥੇ ਪੇਸਟ ਕਰਤਾ, ਸਾਰਾ ਦੇ ਸਾਰਾ ਮੈਟਰ ਜਿਹੜਾ ਹੈ ਸਾਡੇ ਕੋਲੇ ਉਹ ਟਾਈਪ ਰੂਪ ਦੇ ਵਿੱਚ ਆ ਗਿਆ। ਇਹ ਇੱਕ ਹੋਰ ਐਪ ਹੈ, ਨਜ਼ਰ ਆ ਰਹੀ ਹੈ ਜੀ, ਇਹ ਪਲਟਾਵਾ। ਹਾਂਜੀ 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 ਜੀ, ਜੇ ਮੋਬਾਈਲ ਦੇ ਉੱਤੇ ਤੁਹਾਨੂੰ ਪੁਰਾਣੇ ਫਾਉਂਟਾਂ ਦੇ ਵਿੱਚ ਕੋਈ ਮੈਟਰ ਆ ਜਾਂਦਾ ਹੈ ਤਾਂ ਕਈ ਵਾਰੀ ਮੁਸੀਬਤ ਇਹ ਹੁੰਦੀ ਕਿ ਉਹਨੂੰ ਕੰਪਿਊਟਰ ਦੇ ਵਿੱਚ ਕਿਵੇਂ ਲਿਜਾਈਏ। ਤੁਸੀਂ ਉਹਦੇ ਲਈ ਪਲਟਾਵਾ ਐਪ ਡਾਊਨਲੋਡ ਕਰੋ ਤੇ ਉੱਥੇ ਜਿਹੜਾ ਵੀ ਮੈਟਰ ਆਇਆ, ਜਿਵੇਂ ਅਨਮੋਲ ਲਿਪੀ 'ਚ ਕੋਈ ਕਿਤਾਬ ਜਾਂ ਮੈਟਰ ਆ ਗਿਆ, ਉਹਨੂੰ ਤੁਸੀਂ ਇੱਥੇ ਪੇਸਟ ਕਰ ਲਓ। ਵੈਸੇ ਮੇਰੇ ਇੱਥੇ ਸਿੱਧਾ ਟਾਈਪ ਕਰ ਰਿਹਾ, ਤੁਸੀਂ ਉਹਨੂੰ ਪੇਸਟ ਕਰੋ ਤੇ ਪਲਟਾਓ ਵਾਲੇ ਬਟਨ ਦੇ ਉੱਤੇ ਕਲਿੱਕ ਕਰੋ ਤੇ ਥੱਲੇ ਤੁਹਾਡੇ ਕੋਲੇ ਕਨਵਰਟ ਹੋਇਆ ਮੈਟਰ ਤੁਹਾਨੂੰ ਮਿਲ ਜਾਏਗਾ। ਤੋਂ ਪਿੱਛੇ ਜੇ ਇੱਕ ਐਪ ਬਣਾਈ ਸੀ ਜਿਹੜੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਸਾਡੇ ਉਹ ਵਰਤ ਰਹੇ ਨੇ, ਉਸ ਐਪ ਦਾ ਨਾਮ ਤੁਸੀਂ ਨੋਟ ਕਰ ਲਓ, ਲਿਖਦਾ ਪੰਜਾਬ। ਉੜਦੇ ਪੰਜਾਬ ਕਰਕੇ ਪੰਜਾਬ ਬਹੁਤ ਜਿਹੜਾ ਹੈ ਬਦਨਾਮ ਹੋ ਚੁੱਕਿਆ ਸੀ। ਇਸ ਐਪ ਦਾ ਨਾਮ ਲਿਖਦਾ ਪੰਜਾਬ ਮੈਂ ਰੱਖਿਆ ਔਰ ਮੈਂ ਦੇਖ ਰਿਹਾ ਸੀ ਕਿ ਪਿਛਲੇ 1 ਸਾਲ ਤੋਂ ਕੁਲਦੀਪ ਜੀ ਇੱਕ ਸਰਵੇ ਜਿਹਾ ਕੀਤਾ ਕਿ ਕੁਝ ਵਿਦਿਆਰਥੀ ਜਿਹੜੇ ਸਰਕਾਰੀ ਨੌਕਰੀਆਂ ਦੇ ਲਈ ਜਿਹੜੇ ਟੈਸਟ ਨੇ ਉਹਨਾਂ 'ਚ ਤਾਂ ਬੜੇ ਵਧੀਆ ਨੰਬਰ ਲੈ ਜਾਂਦੇ ਨੇ, ਜਦੋਂ ਟਾਈਪਿੰਗ ਟੈਸਟ ਹੁੰਦਾ ਉੱਥੋਂ ਕਿਉਂ ਫੇਲ ਹੋ ਰਹੇ ਨੇ। ਤਾਂ ਇਹ ਦੇਖਣ ਨੂੰ ਆਇਆ ਕਿ ਜਿਹੜੇ ਬੱਚੇ ਬਹੁਤ ਹੀ ਲੋੜਵੰਦ ਗਰੀਬ ਘਰਾਂ ਦੇ ਨੇ, ਉਹਨਾਂ ਦੇ ਕੋਲ ਕਿਉਂਕਿ ਆਪਣਾ ਕੰਪਿਊਟਰ ਲੈਪਟਾਪ ਨਹੀਂ ਹੈ, ਫੀਸ ਨਹੀਂ ਭਰ ਸਕਦੇ ਤਾਂ ਉਹ ਟਾਈਪ ਨਹੀਂ ਕਰ ਸਕਦੇ। ਸੋ ਉਦੋਂ ਤੋਂ ਮੇਰੀ ਤਮੰਨਾ ਸੀ ਕੁਝ ਐਸਾ ਬਣਾਈਏ। ਫਿਰ ਇੱਕ ਇਹ ਐਪ ਬਣਾਈ ਹੈ ਜਿਹਦਾ ਨਾਮ ਲਿਖਦਾ ਪੰਜਾਬ ਹੈ। ਤਾਂ ਵਿਦਿਆਰਥੀ ਨੇ ਸਿਰਫ ਬਾਜ਼ਾਰੋਂ ਇੱਕ OTG ਕੇਬਲ 20 ਰੁਪਏ ਦੀ ਖਰੀਦਣੀ ਹੈ, 250 ਰੁਪਏ ਦਾ ਇੱਕ ਕੀਬੋਰਡ ਖਰੀਦਣਾ ਹੈ। ਮੋਬਾਈਲ ਦੇ ਨਾਲ ਕੀਬੋਰਡ ਨੂੰ ਜੋੜ ਕੇ ਘਰੇ ਬੈਠਾ ਅੰਗਰੇਜ਼ੀ ਤੇ ਪੰਜਾਬੀ ਦੀ ਟਾਈਪਿੰਗ ਉਹ ਪੜਾਅ ਪੜਾਅ ਸਿੱਖ ਸਕਦਾ ਹੈ ਤੇ ਉਹਦੇ ਉੱਤੇ ਅਭਿਆਸ ਕਰਨ ਦੇ ਲੈਸਨ ਵੀ ਪਾਏ ਹੋਏ ਨੇ, ਉੱਥੇ ਤੁਹਾਨੂੰ ਐਕੂਰੇਸੀ ਤੇ ਜਿਹੜੀ ਸਪੀਡ ਵੀ ਮਿਲੇਗੀ। ਸੋ ਇਹ ਐਪਸ ਦਾ ਸਾਨੂੰ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਤੇ ਇਹਦੇ ਬਾਰੇ ਸੁਨੇਹਾ ਵੀ ਸਾਨੂੰ ਹਰ ਘਰ ਤੱਕ, ਹਰ ਵਿਦਿਆਰਥੀ ਤੱਕ ਪਹੁੰਚਾਉਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ। ਦੋਸਤੋ, ਅੱਜ ਜਿੰਨੀ ਜਾਣਕਾਰੀ ਆਪਾਂ ਆਪਣੀ ਮਾਂ ਬੋਲੀ ਬਾਰੇ, ਇਹਦੇ ਡਿਜੀਟਲ ਕਰਨ ਬਾਰੇ, ਇਹਦੇ ਕੰਪਿਊਟਰੀਕਰਨ ਬਾਰੇ ਆਪਾਂ ਹਾਸਲ ਕੀਤੀ ਹੈ, ਮੈਨੂੰ ਲੱਗਦਾ ਕਿ ਬਾਕਮਾਲ ਹੈ। ਬਿਲਕੁਲ ਸੱਚਮੁੱਚ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਲੋੜ ਹੈ ਅੱਜ ਦੇ ਦੌਰ ਦੇ ਵਿੱਚ। ਅਸੀਂ ਸਾਰੇ ਹੀ ਅਲੱਗ-ਅਲੱਗ ਸਮੇਂ ਤੇ ਬਹੁਤ ਵਾਰੀ
ਇਹ ਮਹਿਸੂਸ ਕਰਦੇ ਹਾਂ ਕਿ ਅਸੀਂ ਅਪਾਹਿਜ ਹਾਂ ਇਸ ਮਾਮਲੇ 'ਚ, ਅਪੰਗ ਹਾਂ ਇਸ ਮਾਮਲੇ 'ਚ। ਕਦੇ ਸਾਨੂੰ ਇਮੇਜ ਨੂੰ ਟੈਕਸਟ ਕਨਵਰਟ ਕਰਨਾ ਨਹੀਂ ਆਉਂਦਾ, ਕਿਤੇ ਸਾਨੂੰ ਬੋਲ ਕੇ ਟਾਈਪ ਕਰਨਾ ਨਹੀਂ ਆਉਂਦਾ, ਕਿਤੇ ਸਾਨੂੰ ਵੈਸੇ ਹੀ ਟਾਈਪ ਕਰਨਾ ਨਹੀਂ ਆਉਂਦਾ, ਕਿਤੇ ਫੌਂਟਾਂ ਦੇ ਮਸਲੇ, ਕਿਤੇ ਕੀਬੋਰਡਾਂ ਦੇ ਮਸਲੇ, ਕਿਤੇ ਐਪਾਂ ਦੇ ਮਸਲੇ, ਡਿਕਸ਼ਨਰੀਆਂ, ਕੋਸ਼। ਮੈਨੂੰ ਲੱਗਦਾ ਹੈ ਕਿ ਅੱਜ ਮੁੱਢਲੇ ਤੌਰ ਤੇ ਇਹਨਾਂ ਨੇ ਬਹੁਤ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਅਕਸਰ ਆਵਾਜ਼ ਨਹੀਂ ਆ ਰਹੀ ਜੀ। ਤੇ ਇਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਅਜੇ ਭਵਿੱਖ ਲਈ ਪੈਂਡਿੰਗ ਵੀ ਨੇ। ਬਹੁਤ ਸਾਰੀਆਂ ਵਰਕਸ਼ਾਪਾਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਅੱਜ ਵਾਲੀ ਇਸ ਐਪੀਸੋਡ ਦੇ ਵਿੱਚੋਂ ਨਿਕਲ ਸਕਦੀਆਂ ਨੇ। ਤੇ ਅਸੀਂ ਸੀਪੀ ਕੰਬੋਜ ਨੂੰ ਬੇਨਤੀ ਕਰਾਂਗੇ ਕਿ ਸਾਡੇ ਨਾਲ ਰਹਿਣ ਇਸੇ ਤਰ੍ਹਾਂ ਲਗਾਤਾਰ। ਕਦੇ ਵੀ ਅਸੀਂ ਇਹਨਾਂ ਨੂੰ ਫੇਰ ਹਾਕ ਮਾਰਾਂਗੇ ਤੇ ਅਗਲੀਆਂ ਗੱਲਾਂ ਕਰਾਂਗੇ, ਕਿਉਂਕਿ ਇੱਕ ਦਿਨ ਦੇ ਵਿੱਚ ਕੁਝ ਨਹੀਂ ਸਿੱਖਿਆ ਜਾ ਸਕਦਾ ਹੁੰਦਾ। ਸਿੱਖਣ ਲਈ ਲਗਾਤਾਰ ਅਭਿਆਸ ਦੀ ਜ਼ਰੂਰਤ ਹੁੰਦੀ ਹੈ ਤੇ ਉਹ ਅਭਿਆਸ ਆਪਾਂ ਕਰਨਾ ਹੈ ਤੇ ਆਪਣੀਆਂ ਸਮੱਸਿਆਵਾਂ ਇਹਨਾਂ ਕੋਲ ਲੈ ਕੇ ਜਾਣੀਆਂ ਨੇ। ਇਹ ਹਮੇਸ਼ਾ ਆਪਣੇ ਨਾਲ ਹੋਣਗੇ। ਮੈਨੂੰ ਲੱਗਦਾ ਹੈ ਕਿ ਆਪਾਂ 2 ਘੰਟੇ ਲਗਭਗ ਇਸ ਸੈਸ਼ਨ ਦੇ ਵਿੱਚ ਲਾਏ ਨੇ ਤੇ ਇਹ 2 ਘੰਟੇ ਸਾਡੀ ਜ਼ਿੰਦਗੀ ਦੇ ਬਹੁਤ ਕੀਮਤੀ 2 ਘੰਟੇ ਹੋਣਗੇ ਤੇ ਅਸੀਂ ਬਹੁਤ ਕੁਝ ਆਪਣੇ ਆਪ ਨੂੰ ਅੱਜ ਅਪਡੇਟ ਕੀਤਾ ਹੋਊਗਾ। ਸੋ ਸੀਪੀ ਕੰਬੋਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਾਂ ਬਹੁਤ ਜਲਦੀ ਕਿਤੇ ਫੇਰ ਸੈਸ਼ਨ ਦੇ ਵਿੱਚ ਜੁੜਾਂਗੇ ਤੇ ਬਹੁਤ ਸਾਰੇ ਲੋਕ ਤੁਹਾਡੇ ਨਾਲ ਡਾਇਰੈਕਟਲੀ ਵੀ ਜੁੜਨਗੇ ਤੇ ਅਸੀਂ ਚਾਹਾਂਗੇ ਕਿ ਤੁਸੀਂ ਜਿਹੜੇ ਲਿੰਕ ਨੇ ਘੱਟੋ ਘੱਟ ਫੌਂਟਾਂ ਵਾਲੇ ਇਹ ਜ਼ਰੂਰ ਮੈਨੂੰ ਵੀ ਨਿੱਜੀ ਤੌਰ ਤੇ ਭੇਜਿਓ ਤੇ ਹੋਰ ਕੁਝ ਸਾਂਝੇ ਪਲੇਟਫਾਰਮਾਂ ਤੇ ਅੱਗੇ ਉਹਨਾਂ ਨੂੰ ਮੈਂ ਵੀ ਸ਼ੇਅਰ ਕਰੂੰਗਾ ਤਾਂ ਕਿ ਆਪਾਂ ਵੱਧ ਤੋਂ ਵੱਧ ਇਹਨਾਂ ਫੌਂਟਾਂ ਦੇ ਨਾਲ ਤੇ ਕੀਬੋਰਡਾਂ ਦੇ ਨਾਲ ਤੇ ਯੂਨੀਕੋਡ ਦੇ ਨਾਲ ਜੁੜ ਸਕੀਏ। ਇੱਕ ਵਾਰੀ ਫੇਰ ਮੈਡਮ ਸਰਬਜੀਤ ਕੌਰ ਸੋਹਲ ਵੱਲੋਂ ਉਹਨਾਂ ਨੇ ਵੀ ਤੁਹਾਨੂੰ ਭਰੋਸਾ ਦਿਵਾਇਆ ਕਿ ਅੱਗੇ ਕੋਈ ਭਵਿੱਖ ਦੇ ਵਿੱਚ ਮਿਆਰੀਕਰਨ ਬਾਰੇ, ਕੋਈ ਕੇਂਦਰੀਕਰਨ ਬਾਰੇ ਯਤਨ ਕਰਨੇ ਨੇ। ਉਹਦੇ ਵਿੱਚ ਅਸੀਂ ਆਰਥਿਕ ਤੌਰ ਤੇ ਵੀ ਤੇ ਆਪਣੇ ਰਿਸੋਰਸਸ ਦੇ ਪੱਧਰ ਤੇ ਵੀ ਤੁਹਾਡੇ ਨਾਲ ਖੜਾਂਗੇ, ਤੁਹਾਡੇ ਨਾਲ ਕੰਮ ਕਰਨ ਨੂੰ ਤਿਆਰ ਹੋਵਾਂਗੇ। ਤੁਸੀਂ ਕੋਈ ਵੀ ਪ੍ਰਪੋਜ਼ਲ ਲੈ ਕੇ ਆਓਗੇ ਜਿਹਦੇ ਵਿੱਚ ਅਸੀਂ ਕੋਈ ਭੂਮਿਕਾ ਨਿਭਾ ਸਕਦੇ ਹੋਈਏ ਤਾਂ ਉਹ ਅਸੀਂ ਜ਼ਰੂਰ ਕਰਾਂਗੇ। ਤੁਹਾਡਾ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਜੀ। ਜੀ ਸ਼ੁਕਰੀਆ ਸਰ।